ਦੁੱਧ ਲੈ ਕੇ ਆਏ ਨੇ ਦੁੱਧ ਦੀ ਸੇਵਾ। ਆਉਂਦਾ ਦੁੱਧ ਬਣਨਾ ਬਈ ਓਏ ਹਰਿਆਣੇ ਦੇ ਪਿੰਡਾਂ ਤੋਂ ਦੁੱਧ ਆ ਰਿਹਾ। ਹਰਿਆਣੇ ਦੇ ਪਿੰਡਾਂ ਤੋਂ ਦੁੱਧ ਆ ਕੇ ਕੋਈ ਤਾਂ ਕਿਹੜੇ ਆਉਂਦੇ ਨੇ ਉਹ ਚੜ੍ਹਦੀ ਕਲਾ ਇੱਥੇ ਬਾਬੇ ਨਾਨਕ ਦੀ ਮਿਹਰ ਦਇਆ ਚੱਲਣ ਡਈ ਹੈ। ਵੇਖੋ ਸਾਰੇ ਪਾਸੇ गुरु के लंगर दियां बरकतां आपां तक सकते हैं कि ਸਿੰਘੂ ਬਾਰਡਰ ਦੇ ਉੱਤੇ ਜਿੱਥੇ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਬਜ਼ੁਰਗਾਂ ਨੂੰ ਉਹਨਾਂ ਨੂੰ ਠੰਡ ਤੋਂ ਬਚਾਉਣ ਦੇ ਵਾਸਤੇ ਗਰਮ ਜਰਾਬਾਂ ਤੇ ਹੋਰ ਸੇਵਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਉਹਨਾਂ ਦੀ ਦੇਖ ਰੇਖ ਹੇਠ ਜੋ ਹਨ ਇਹ ਸੇਵਾਵਾਂ ਚੱਲਦੀਆਂ ਹੋਈਆਂ। ਸੋ ਬੇਅੰਤ ਸੰਗਤਾਂ ਦੇ ਵਾਸਤੇ ਗੁਰੂ ਦੇ ਭੰਡਾਰੇ ਅਤੁੱਟ ਤਿਆਰ ਹੋ ਰਹੇ ਨੇ। ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ। ਸੋ ਬਜ਼ੁਰਗਾਂ ਦੀ ਸੇਵਾ ਕਰਦੇ ਹੋਏ ਸੋ ਧੀਆਂ ਆਪਣੇ ਬਜ਼ੁਰਗਾਂ ਦੀਆਂ ਸੇਵਾਵਾਂ ਕਰਦੀਆਂ ਹੋਈਆਂ ਤੇ ਇਧਰ ਦੂਜੇ ਪਾਸੇ ਆਪਾਂ ਦੇਖੀਏ ਤੇ ਪਿੰਨੀਆਂ ਤਿਆਰ ਹੋ ਰਹੀਆਂ ਨੇ ਕਿਉਂਕਿ ਅੱਤ ਦੀ ਸਰਦੀ ਦੇ ਵਿੱਚ ਸੰਗਤਾਂ ਨੂੰ ਉਹਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਇਹ ਪਿੰਨੀਆਂ ਬੜੇ ਪਿਆਰ ਦੇ ਨਾਲ ਗੁਰੂ ਕਰਦਿਆਂ ਵੱਟੀਆਂ ਜਾਂਦੀਆਂ ਨੇ। ਦੇਸੀ ਘਿਓ ਦੇ ਵਿੱਚ ਡਰਾਈ ਫਰੂਟਸ ਵਗੈਰਾ ਪਾ ਕੇ ਸਾਰੀ ਸੇਵਾ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਕੀਤੀ ਜਾਂਦੀ ਹੈ। ਸੇਵਾਦਾਰ ਆਪਣੀ ਲਗਨ ਦੇ ਨਾਲ ਸੇਵਾ ਦੇ ਵਿੱਚ ਜੁਟੇ ਹੋਏ। ਇੱਧਰ ਕਿਉਂਕਿ ਸੰਗਤਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਤੇ ਇੱਥੇ ਤੰਦੂਰ ਵੀ ਪਾਏ ਗਏ ਨੇ। ਉੱਥੇ ਸੇਵਾ ਕਰਨ ਵਾਲਿਆਂ ਨੂੰ ਵੀ ਚਾਅ ਚੜ੍ਹ ਜਾਂਦਾ, ਬੜੀ ਫੁਰਤੀ ਦੇ ਨਾਲ ਸੇਵਾ ਕਰਦੇ ਹੋਏ ਪ੍ਰਸ਼ਾਦਾ ਲਗਾਉਂਦੇ ਹੋਏ। ਮੈਂ ਸਮਝਦਾ ਕਿ ਜਿਵੇਂ ਖੁੱਲੇ ਭੰਡਾਰੇ ਬਾਬਾ ਜੀ ਦੇ ਚੱਲਦੇ ਪਏ ਨੇ ਉਵੇਂ ਹੀ ਜਿਨ੍ਹਾਂ ਨੂੰ ਸੇਵਾਵਾਂ ਮਿਲੀਆਂ ਨੇ ਉਹ ਵੀ ਬੜੇ ਪਿਆਰ ਦੇ ਨਾਲ ਚੜ੍ਹਦੀ ਕਲਾ ਵਿੱਚ ਕਰਦੇ ਪਏ। ਸੋ ਇਹ ਤੰਦੂਰੀ ਪ੍ਰਸ਼ਾਦੇ ਬਣਦੇ ਹੋਏ ਇੱਧਰ ਸੇਵਾਦਾਰ ਸੇਵਾਵਾਂ ਕਰਦੇ ਹੋਏ ਬਾਬਾ ਸਤਨਾਮ ਸਿੰਘ ਜੀ ਪ੍ਰਬੰਧ ਦੇਖਦੇ ਹੋਏ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਦੇਖ ਰੇਖ ਹੇਠ ਇਹ ਸੇਵਾਵਾਂ ਚੱਲਦੀਆਂ। ਸੋ ਇੱਥੇ ਨਾਲ ਹੀ ਅਸੀਂ ਦੇਖ ਸਕਦੇ ਹਾਂ ਕਿ ਗੱਡੀਆਂ ਦੇ ਵਿੱਚ ਜੋ ਦੁੱਧ ਦੀ ਸੇਵਾ ਹੁੰਦੀ ਹੈ। ਸੋ ਬਾਬੇ ਦੇ ਭਰੇ ਭੰਡਾਰੇ ਗੁਰੂ ਕੀਆਂ ਸੰਗਤਾਂ ਸੇਵਾ ਲੁੱਟ ਰਹੀਆਂ ਨੇ। ਨੌਜਵਾਨ ਲਾਹਾ ਲੈ ਰਹੇ ਨੇ ਜੀ। ਇਹ ਸਿੰਘੂ ਬਾਰਡਰ ਦਾ ਹਾਲ ਤੁਹਾਡੇ ਨਾਲ ਸਾਂਝਾ ਕਰਦੇ ਪਏ ਹਾਂ। ਸੋ ਇਹ ਸਾਡੀਆਂ ਮਾਵਾਂ ਭੈਣਾਂ ਐਵੇਂ ਖੁੱਲੇ ਦੇ ਵਿੱਚ ਬੈਠ ਕੇ ਆਪਣਾ ਸਾਰਾ ਘਰ ਵਿਹਾਰ ਇੱਥੇ ਹੀ ਬਰਸ਼ ਹੁੰਦੇ ਨੇ ਜੀ, ਇੱਥੇ ਹੀ ਦੰਦ ਸਾਫ਼ ਹੁੰਦੇ ਨੇ, ਇੱਥੇ ਹੀ ਮੂੰਹ ਧੋਤੇ ਜਾਂਦੇ ਨੇ। ਤੇ ਇਸ ਵਕਤ ਸਿੰਘੂ ਬਾਰਡਰ ਤੇ ਇਹ ਕਾਫਲੇ ਦੋਨੋਂ ਪਾਸੇ ਹੀ ਆ ਜਾ ਰਹੇ ਨੇ।
ਸੋ ਇਹ ਝੰਡੇ ਕਿਸਾਨੀ ਦੇ ਝੰਡੇ ਝੂਲਦੇ ਪਏ ਨੇ। ਇਹ ਮੈਂ ਸਮਝਦਾ, ਵੇਖੋ ਇਹ ਨਾਰੇ ਲੱਗਦੇ ਪਏ ਨੇ ਜੀ। ਸੋ ਗੱਡੀਆਂ 'ਚ ਬੈਠੇ ਵੀ ਨੌਜਵਾਨਾਂ ਨੂੰ ਬੜਾ ਜੋਸ਼ ਹੈ, ਆ ਜਾ ਰਹੇ ਨੇ ਪਰ ਨਾਰੇ। ਸੋ ਇਸ ਵਕਤ ਅਸੀਂ ਮੇਨ ਸਟੇਜ ਵਾਲੇ ਪਾਸੇ ਨੂੰ ਵੱਧਦੇ ਪਏ ਹਾਂ। ਸੋ ਇਹ ਪੱਕੇ ਹੀ ਮੋਰਚੇ ਜਿਹੜੇ ਨੇ, ਹਰ ਪਾਸੇ ਗੱਡੀ ਬੈਠੇ ਨੇ ਸਿੰਘ। ਇੰਡੀਆ ਦੇ ਵਿੱਚ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਇੰਨੇ ਡਿਸਪਲਿਨ ਦੇ ਵਿੱਚ ਆਮ ਜਨਤਾ ਨੂੰ ਦੇਖ ਪਾ ਰਹੇ ਹਾਂ ਅਸੀਂ। ਕਈ ਸਾਰੇ ਕਿਲੋਮੀਟਰ ਦਾ ਇਹ ਫਾਸਲਾ, ਮੈਨੂੰ ਲੱਗਦਾ ਕਿ ਘੱਟੋ ਘੱਟ 12-13 ਕਿਲੋਮੀਟਰ ਦਾ ਤਾਂ ਉਹ ਹਿੱਸਾ ਹੈ ਜਿਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਹੈ। ਇੱਥੇ ਸਾਰਾ ਹੀ ਸੈਲਫ ਡਿਸਪਲਿਨ ਦੇ ਨਾਲ ਚੱਲ ਰਿਹਾ ਹੈ, ਜਾਂ ਕੁਝ ਵਲੰਟੀਅਰ ਜਿਹੜੇ ਨੇ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ ਇਸ ਪਾਸੇ ਅੱਗੇ ਆਪਾਂ ਦੇਖਦੇ ਹਾਂ ਇਹ ਨੌਜਵਾਨ ਆਪਣੇ ਪਿੰਡਾਂ ਤੋਂ ਹੀ ਲਿਆਂਦੀਆਂ ਹੋਈਆਂ ਟਰਾਲੀਆਂ ਦੇ ਨਾਲ ਉਹਨਾਂ ਨੇ ਪਾਣੀ ਦੀਆਂ ਟੈਂਕੀਆਂ ਲੈ ਕੇ ਆਏ ਹੋਏ ਨੇ, ਤੇ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਵਾਲੀ ਗੱਲ, ਤੇ ਆਪੇ ਹੀ ਕੱਪੜੇ ਧੋ ਰਹੇ ਨੇ ਆਪਣੇ, ਕਿਉਂਕਿ ਮੋਰਚਾ ਲੰਮਾ ਚੱਲ ਗਿਆ ਨਾ। ਇਹ ਮੋਰਚਾ ਭਾਵੇਂ 2020 ਦੇ ਵਿੱਚ ਲੱਗਿਆ ਹੋਇਆ, ਪਰ ਇਹ ਸਾਨੂੰ ਕਿਤੇ ਨਾ ਕਿਤੇ 18ਵੀਂ ਸਦੀ ਦੇ ਉਸ ਇਤਿਹਾਸ ਦੇ ਨਾਲ ਜੋੜ ਦਿੰਦਾ ਹੈ, ਜਦੋਂ ਜੰਗਲ ਬੀਆਬਾਨ ਦੇ ਵਿੱਚ ਸਿੰਘ ਡਟੇ ਹੁੰਦੇ ਸਨ। ਘੋੜਿਆਂ ਦੀਆਂ ਕਾਠੀਆਂ ਵਾਲਾ ਜਿਹੜਾ ਪ੍ਰਸੰਗ ਹੈ ਨਾ, ਇੱਥੇ ਉਹ ਘੋੜਿਆਂ ਦੀ ਜਗ੍ਹਾ ਟਰੈਕਟਰ ਟਰਾਲੀਆਂ ਆ ਗਈਆਂ ਨੇ, ਪਰ ਉਹ ਜਜ਼ਬਾ ਅੱਜ ਵੀ ਸਾਨੂੰ ਉਹੀ ਦੇਖਣ ਨੂੰ ਮਿਲ ਰਿਹਾ। ਸੋ ਇਹ ਇੱਕ ਬੜਾ ਸੋਹਣਾ ਸੁਨੇਹਾ ਉਹ ਟਰਾਲੀ ਦੇ ਪਿੱਛੇ ਲਗਾਇਆ ਗਿਆ। ਅਸੀਂ ਬੀਜਣਾ ਜਾਣਦੇ ਹਾਂ ਫਸਲਾਂ, ਅਸੀਂ ਵੱਢਣਾ ਜਾਣਦੇ ਹਾਂ ਫਸਲਾਂ, ਅਸੀਂ ਪੈਦਾ ਕਰਨਾ ਜਾਣਦੇ ਹਾਂ ਅੰਨ। ਦੂਜੇ ਪਾਸੇ ਕੀ ਹੈ, ਤੁਸੀਂ ਤੋੜਨਾ ਜਾਣਦੇ ਹੋ ਰਿਸ਼ਤਿਆਂ ਨੂੰ, ਤੁਸੀਂ ਵੰਡਣਾ ਜਾਣਦੇ ਹੋ ਜਾਤਾਂ ਨੂੰ, ਤੁਸੀਂ ਪਾੜਨਾ ਜਾਣਦੇ ਹੋ ਧਰਮਾਂ ਨੂੰ। ਇਹ ਬਲਾਕ ਸਮਾਣਾ ਦਾ ਘਿਓਰਾ ਪਿੰਡ ਆ ਜੀ। ਸੋ ਆਪਾਂ ਦੇਖ ਰਹੇ ਹਾਂ ਕਿ ਆਪਣੀ ਟਰਾਲੀ ਲਵੀ ਆ, ਹਰ ਕੋਈ ਆਪਣਾ ਇੱਕ ਸੰਦੇਸ਼ ਵੀ ਨਾਲ ਲੈ ਕੇ ਆਇਆ ਹੋਇਆ। ਇੱਥੇ ਸਾਈਕਲਾਂ ਤੋਂ ਲੈ ਕੇ ਵੱਡੀਆਂ ਤੋਂ ਵੱਡੀਆਂ ਗੱਡੀਆਂ ਤੱਕ ਸਭ ਮੋਰਚਿਆਂ ਤੇ ਡਟੇ ਹੋਏ ਨੇ। ਸੋ ਇੱਕ ਗੁਰੂ ਦਾ ਨਿਸ਼ਾਨ, ਇੱਕ ਕਿਸਾਨੀ ਦਾ ਝੰਡਾ, ਦੋਨੋਂ ਇਕੱਠੇ ਝੂਲਦੇ ਨੇ। ਸਤਿ ਸ੍ਰੀ ਅਕਾਲ। ਇੱਥੇ ਦੀ ਆਬੋ ਹਵਾ ਚ ਵੀ ਇੱਕ ਵੱਖਰਾ ਜਿਹਾ ਹੀ ਸਰੂਰ ਜਿਹਾ ਹੈ ਸੰਗਤ ਜੀ। ਜਿਹੜਾ ਇੱਥੇ ਆ ਜਾਂਦਾ ਨਾ, ਉਹਨੂੰ ਏਦਾਂ ਲੱਗਦਾ ਕਿ ਮੈਂ ਪਤਾ ਨਹੀਂ ਹੈ ਸਵਰਗ 'ਚ ਹੀ ਆ ਗਿਆ। ਪਤਾ ਕੀ ਮਗਰਲੇ ਮਹਿਸੂਸ ਕਰਦੇ ਵੀ ਜਿਹੜੇ ਅਸੀਂ ਨਹੀਂ ਘਰ ਬੈਠੇ ਹੁੰਦੇ ਤੇ ਅਸੀਂ ਕਰਕੇ ਦੇਖੋ ਰਹਿ ਜਾਣਾ ਹੈ। ਬਿਲਕੁਲ ਜੀ। ਆ ਸਾਡੇ ਨਾਲ ਗੱਡੀ 'ਚ ਭਾਈ ਸਾਹਿਬ ਹੋਰੀ ਬੈਠੇ ਨੇ,
ਕੁਝ ਆਪਾਂ ਤੁਹਾਡੇ ਨਾਲ ਇਹਨਾਂ ਦੇ ਵਿਚਾਰ ਵੀ ਸਾਂਝੇ ਕਰਾਉਣੇ। ਬੜੀ ਸੋਹਣੀ ਗੱਲ ਇਹਨਾਂ ਨੇ ਕੀਤੀ ਹੈ। ਤੇ ਸਾਡਾ ਕੈਮਰਾ ਥੋੜਾ ਜਿਹਾ ਬਾਹਰ ਚੱਲਦਾ ਪਿਆ ਸੀ ਤੇ ਇਹ ਸਾਡੀ ਵਾਹਿਗੁਰੂ ਜੀ ਕੀ ਫਤਿਹ। ਆ ਵੇਖੋ ਜੀ, ਆ ਖੂਬਸੂਰਤੀ ਸਾਨੂੰ ਕਿੱਥੇ ਮਿਲਣੀ ਸੀ। ਇੱਕ ਗੱਡੀ 'ਚ ਜਾ ਰਿਹਾ ਤੇ ਦੂਜੇ ਨੂੰ ਫਤਿਹ ਬੁਲਾ ਰਿਹਾ। ਕਈ ਗੱਡੀਆਂ ਆਉਂਦੀਆਂ ਜਾਂਦੀਆਂ ਨੇ, ਨਹੀਂ ਤੇ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੀ, ਪਰ ਇਹ ਆ ਜਿਹੜੀ ਹੁਣੇ ਵੇਖੋ, ਉਹਨੇ ਪਗੜੀ ਵੀ ਨਹੀਂ ਸੀ ਸਜਾਈ ਹੋਈ। ਉਹ ਪਤਾ ਨਹੀਂ ਉਹ ਹਿੰਦੂ ਸੀ ਜਾਂ ਕਿਹੜੇ ਧਰਮ ਨੂੰ ਬਿਲੋਂਗ ਕਰਦਾ, ਕਿਹੜੀ ਜਾਤ ਦਾ, ਸਾਨੂੰ ਵੇਖ ਕੇ ਉਹਨੇ ਫਤਿਹ ਬੁਲਾਈ ਆ ਜੀ। ਇਹ ਮੈਂ ਸਮਝਦਾ ਕਿ ਸਾਡੇ ਸੰਘਰਸ਼ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਚੋਂ ਇੱਕ ਇਹ ਵੀ ਪ੍ਰਾਪਤੀ ਆ। ਸੋ ਸਾਡੇ ਨਾਲ ਵੀਰ ਆਏ ਬੈਠੇ ਨੇ, ਬੜੀ ਸੋਹਣੀ ਗੱਲ ਕੀਤੀ ਕਿ ਅੱਜ ਦਾ ਜਿਹੜਾ ਸੰਘਰਸ਼ ਹੈ ਨਾ ਜੀ, ਇਹ ਬਹੁਤ ਕੁਝ ਸਾਨੂੰ ਦੇ ਰਿਹਾ। ਤੇ ਇੱਥੇ ਦੀ ਆਬੋ ਹਵਾ ਦੀ ਜਿਵੇਂ ਗੱਲ ਹੁਣੇ ਸਾਂਝੀ ਕੀਤੀ ਸੀ ਕਿ ਇੱਕ ਬੜਾ ਸਰੂਰ ਜਿਹਾ ਇੱਥੇ ਜਿਹੜਾ ਆ ਜਾਂਦਾ ਨਾ, ਉਹ ਸੋਚਦਾ ਵੀ ਮੈਂ ਪਤਾ ਨਹੀਂ ਕਿੱਥੇ ਆ ਗਿਆ। ਅਗਲੀ ਗੱਲ ਭਾਈ ਸਾਹਿਬ ਹੋਰੀ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅਸੀਂ ਅੰਮ੍ਰਿਤਸਰ ਤੋਂ ਮੋਹਣੀ ਪਾਰਕ ਤੋਂ ਆਏ ਆ। ਪਿੰਡ ਸਾਡਾ ਸਾਰੰਗੜਾ। ਤੇ ਸਾਨੂੰ ਮਗਰਲੇ ਜੋ ਇੱਥੇ ਵੇਖ ਕੇ ਸਾਡੀਆਂ ਗੱਲਾਂ ਸੁਣ ਕੇ ਤੇ ਜੋ ਮਗਰਲੇ ਪਰਿਵਾਰ ਨੇ ਸਾਡੇ ਮਹੱਲੇ ਦੇ, ਉਹ ਬਹੁਤ ਹੀ ਮਤਲਬ ਚਾਅ ਕਰਨ ਡਏ ਆ ਵੀ ਅਸੀਂ ਵੀ ਵੇਖੀਏ ਕਿਹੜਾ ਮਤਲਬ ਉੱਥੇ ਪ੍ਰੋਗਰਾਮ ਕਿੱਦਾਂ ਚੱਲ ਰਿਹਾ ਹੈ ਤੇ ਕਿੱਦਾਂ ਮਤਲਬ ਅਸੀਂ ਉਹ ਜਿਹੜੀ ਚੀਜ਼ ਵੇਖਣੋਂ ਇਸ ਤੋਂ ਵਾਂਝੇ ਨਾ ਰਹਿ ਜਾਈਏ। ਤੇ ਉਹ ਚਾਹੁੰਦੇ ਆ ਵੀ ਅਸੀਂ ਵੀ ਆਈਏ। ਤੇ ਮਤਲਬ ਅਸੀਂ ਦੱਸੋ ਵੀ ਕਿੱਦਣ ਆਈਏ। ਅਸੀਂ ਆਖਿਆ ਜਦੋਂ ਮਰਜ਼ੀ ਤੁਹਾਡਾ ਜੀ ਕਰਦਾ ਗੱਡੀ ਤਿਆਰ ਕਰਕੇ ਤੇ ਆ ਜਾਓ। ਅਸੀਂ ਆਏ ਆ 3-4 ਦਿਨ ਤੋਂ ਤੇ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਬਹੁਤ ਵਧੀਆ ਵੇਖਣ ਨੂੰ ਜਾਪਦਾ। ਇੱਥੇ ਸਾਰਾ ਇੱਕ ਦੂਜੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਜਿਹੜਾ ਅਜੇ ਤੱਕ ਕਦੀ ਵੇਖਿਆ ਨਹੀਂ। ਕਿਸੇ ਵੀ ਸਮਾਗਮ 'ਚ ਨਹੀਂ ਵੇਖਿਆ, ਕਿਤੇ ਪ੍ਰੋਗਰਾਮ ਤੇ ਨਹੀਂ ਵੇਖਿਆ ਵੀ ਕੁਛ ਕਿਸੇ ਜਾਤ ਦਾ ਵੀ ਹੈਗਾ ਐਡੇ ਪ੍ਰੇਮ ਨਾਲ ਮਿਲਦਾ, ਫਤਿਹ ਬੁਲਾਉਂਦਾ ਤੇ ਨਾਲੇ ਉਹ ਹੱਸ ਕੇ ਜੱਫੀ ਪਾ ਕੇ ਮਿਲਦਾ ਜੀ। ਬਹੁਤ ਹੀ ਜ਼ਿਆਦਾ ਪ੍ਰੇਮ ਆ। ਤੇ ਇਹਦੇ ਵਾਸਤੇ ਅਸੀਂ ਮਤਲਬ ਚਾਹੁੰਦੇ ਹਾਂ ਵੀ ਇਤਿਹਾਸਕ ਚੀਜ਼ ਹੋ ਗਈ ਆ ਇਹ ਜਿਹੜੀ ਮਤਲਬ ਹੋਇਆ ਤੇ ਧਰਨਾ, ਪਰ ਇਹ ਇਤਿਹਾਸਕ ਲਿਖਿਆ ਜਾਊਗਾ ਇਹਦਾ। ਹਾਂਜੀ ਸੋ ਬਿਲਕੁਲ ਇਹ ਇਤਿਹਾਸ ਸਿਰਜਿਆ ਜਾ ਰਿਹਾ ਜੀ। ਇਹ 2020 ਦਾ ਇਤਿਹਾਸ ਜਿੱਥੇ ਕਰੋਨਾ ਕਾਲ ਦੀ ਗੱਲ ਕਿਤੇ ਹੋਏਗੀ ਨਾ, ਉਹ ਮੈਨੂੰ ਲੱਗਦਾ ਕਿ ਉਹ ਪੈਰਾ ਛੋਟਾ ਰਹਿ ਜਾਣਾ ਇਤਿਹਾਸ ਦੀਆਂ ਕਿਤਾਬਾਂ 'ਚ। 2020 ਦਾ ਕਿਸਾਨੀ ਸੰਘਰਸ਼ ਜਿਹੜਾ ਕਿ ਇਹ ਗੱਲ ਮੈਨੂੰ ਲੱਗਦਾ ਕਿ ਕਿਤੇ ਲਿਖੀ ਜਾਊਗੀ ਕਿ ਪੰਜਾਬ ਦੀ ਧਰਤੀ ਤੋਂ ਇਹ ਸੰਘਰਸ਼ ਆਰੰਭ ਹੋਇਆ ਸੀ, ਜਿਹਨੇ ਸਾਰੇ ਹਿੰਦੁਸਤਾਨ ਨੂੰ ਪਹਿਲਾਂ ਆਪਣੇ ਕਲਾਵੇ 'ਚ ਲਿਆ। ਤੇ ਮੈਨੂੰ ਜੋ ਲੱਗ ਰਿਹਾ ਕਿ ਸ਼ਾਇਦ ਇਹ ਸਾਰੀ ਦੁਨੀਆ ਦੇ ਤੱਕ ਫੈਲੇਗਾ, ਕਿਉਂਕਿ ਕਿਸਾਨੀ ਦਾ ਦਰਦ ਉਹ ਹੀ ਹੈ, ਚਾਹੇ ਉਹ ਪੰਜਾਬ ਹੈ ਤੇ ਚਾਹੇ ਕੋਈ ਸਾਊਥ ਅਫਰੀਕਾ ਤੇ ਚਾਹੇ ਕੋਈ ਹੋਰ ਮੁਲਕ ਹੈ। ਕਿਸਾਨੀ ਨੂੰ ਦਬਾਉਣ ਦਾ ਵਾਸਤੇ ਜਿਹੜੀਆਂ ਅੱਜ ਦੇ ਕਾਰਪੋਰੇਟ ਘਰਾਣੇ ਹਨ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਰਾ ਕੁਝ ਸਾਡੇ ਹੀ ਢਿੱਡ 'ਚ ਪੈ ਜਾਏ। ਪਰ ਕਿਸਾਨ ਵੇਖੋ, ਅੰਨਦਾਤਾ ਆਪਣੀ ਮਜਬੂਰੀ 'ਚ ਬੈਠਾ, ਇੱਥੇ ਆਪਣੀ ਮਜਬੂਰੀ ਜਾਣ ਕੇ ਬੈਠਾ, ਫਿਰ ਲੱਖਾਂ ਦੇ ਪੇਟ ਭਰ ਰਿਹਾ। ਹਾਂਜੀ, ਕੋਈ ਲੱਖਾਂ ਦਾ ਪੇਟ ਇੱਥੇ ਵੀ ਭਰਦਾ ਪਿਆ। ਤੁਸੀਂ ਕਿਸੇ ਵੀ ਲੰਗਰ 'ਚ ਚਲੇ ਜਾਓਗੇ ਨਾ, ਜੇ ਉੱਥੇ 5 ਸਾਡੇ ਕਿਸਾਨ ਵੀਰ ਬੈਠੇ ਨੇ ਤੇ ਮੈਨੂੰ ਲੱਗਦਾ 10 ਦੂਸਰੇ ਹੋਣਗੇ ਜਿਹੜੇ ਇੱਥੇ ਆਲੇ ਦੁਆਲੇ ਕੋਈ ਫੈਕਟਰੀਆਂ 'ਚ ਕੰਮ ਕਰਦਾ। ਬਹੁਤ ਸਾਰੇ ਤਾਂ ਐਸੇ ਹੋਣਗੇ ਕਿ ਜਿਨ੍ਹਾਂ ਨੂੰ ਇਸ ਕਰੀਬ 1.25 ਮਹੀਨੇ ਤੋਂ ਇਹ ਮੌਕਾ ਮਿਲਿਆ ਵੀ ਉਹ ਰੱਜ ਕੇ ਖਾ ਰਹੇ ਨੇ। ਆ ਵੇਖੋ, ਆ ਛੋਟੇ ਛੋਟੇ ਬੱਚੇ ਜਿਹੜੇ ਆ, ਉਹ ਏਦਾਂ ਬੱਚੇ ਜਿਹੜੇ ਇੱਥੇ ਲਾਗਲੇ ਪਿੰਡਾਂ ਦੇ ਹੋਰ ਜਗ੍ਹਾ ਤੋਂ ਆਏ। ਸੋ ਇਹ ਸਾਰਾ ਕੁਝ ਇਹ ਕਈ ਮੀਲਾਂ ਦਾ ਐਵੇਂ ਦਾ ਇੱਥੇ। ਉਹ ਇੱਕ ਮੈਨੂੰ ਉਹ ਨਿੱਕੇ ਹੁੰਦਿਆਂ ਸੁਣਦੇ ਹੁੰਦੇ ਸੀ ਨਾ, ਆ ਜਾ ਮੇਰੇ ਪਿੰਡ ਦੀ ਬਹਾਰ ਵੇਖ ਲਾ। ਤੇ ਮੈਂ ਕਹਿੰਦਾ ਕਿ ਆ ਜਾ ਮੇਰੇ ਪਿੰਡ ਪੰਜਾਬ ਦੀ ਬਹਾਰ ਵੇਖ ਲਾ, ਹੈ ਬਾਰਡਰਾਂ ਤੇ ਵੱਸਦਾ ਪੰਜਾਬ ਵੇਖ ਲਾ। ਆ ਦਿੱਲੀ ਦੇ ਬਾਰਡਰਾਂ ਤੇ ਵੱਸਦਾ ਪੰਜਾਬ ਜਿਹੜਾ ਉਹ ਸਾਨੂੰ ਦਿਖ ਰਿਹਾ। ਤੇ ਆ ਵੇਖੋ, ਬੜਾ ਜਜ਼ਬਾ। ਤੇ ਇੱਕ ਆ ਸਾਡੇ ਕੋਲ ਨਾ, ਆ ਸਾਨੂੰ ਹੁਣੇ ਪਿੱਛੇ ਉਹਨਾਂ ਨੇ ਬਿਰਿਆਨੀ ਦਿੱਤੀ ਆ ਜੀ। ਜੇ ਆਪਾਂ ਕਹਿ ਦਈਏ ਵੀ ਬੜੇ ਜ਼ੋਰ ਨਾਲ ਅਸੀਂ, ਕਿਉਂਕਿ ਪਿੱਛੋਂ ਲੰਗਰ ਪ੍ਰਸ਼ਾਦਾ ਛਕ ਕੇ ਆਏ ਸੀ, ਸਾਡੀ ਹੁਣ ਛਕਣ ਦੀ ਹੋਰ ਗੁੰਜਾਇਸ਼ ਨਹੀਂ ਸੀ, ਪਰ ਉਹਨਾਂ ਨੇ ਇੰਨੇ ਪਿਆਰ ਨਾਲ ਕਿਹਾ ਵੀ ਨਹੀਂ ਇਹ ਤੁਹਾਡੇ ਵਾਸਤੇ ਹੀ ਹੈ। ਸੋ ਅਸੀਂ ਉਹਨੂੰ ਮਨਾ ਵੀ ਨਹੀਂ ਕਰ ਸਕੇ। ਸੋ ਇਹ ਸਾਰਾ ਕੁਝ ਇੱਥੇ
ਅਸੀਂ ਤਾਂ ਸ਼ਾਇਦ ਇਹ ਚੀਜ਼ਾਂ ਪਹਿਲਾਂ ਵੀ ਤੱਕੀਆਂ ਨੇ, ਹੋਲੇ ਮਹੱਲੇ ਤੇ ਚੱਲ ਜਾਈਏ ਜਾਂ ਅਸੀਂ ਫਤਿਹਗੜ੍ਹ ਸਾਹਿਬ ਚੱਲ ਜਾਈਏ ਜਾਂ ਜੋੜ ਮੇਲਿਆਂ ਦੇ ਉੱਤੇ, ਇਹ ਭਾਵਨਾ ਪੰਜਾਬ ਵਾਲਿਆਂ ਨੇ ਤਾਂ ਦੇਖੀ, ਪਰ ਆਹ ਜਿਹੜੇ ਨੇ ਨਾ, ਇਹਨਾਂ ਨੇ ਨਹੀਂ ਪਹਿਲਾਂ ਦੇਖੀ ਹੋਏਗੀ। ਇਹ ਜਿਹੜੇ ਇੱਥੇ ਲੰਗਰਾਂ ਚੋਂ ਢਿੱਡ ਭਰਦੇ ਹੋਏ ਆ ਜਿਹੜੇ ਬੱਚੇ ਆ ਨਾ ਛੋਟੇ ਛੋਟੇ, ਇਹ ਲੁੱਡੀਆਂ ਪਾਉਂਦੇ ਫਿਰਦੇ ਨੇ। ਇੱਥੇ ਸਰਦਾਰ ਆਏ ਨੇ ਹਾਂਜੀ, ਇਹ ਜਿਹੜੀ ਗੱਲ ਹੈ ਨਾ ਜੀ, ਸਰਦਾਰ ਆਏ ਨੇ, ਇਹ ਬੜਾ ਆਪਣਾ ਮਾਇਨਾ ਰਖਾਉਂਦੀ ਹੈ ਜੀ। ਹਾਂਜੀ ਸਰਦਾਰ ਜੀ, ਥੋੜਾ ਜਿਹਾ ਕੋਈ ਆਪਣੇ ਵਿਚਾਰ ਸਾਂਝੇ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਅਸੀਂ ਵੀ ਨਾ ਸਵੇਰ ਦੀ ਸੇਵਾ ਕਰ ਰਹੇ ਸੀ ਤੇ ਸਾਡੀਆਂ ਲੱਤਾਂ ਕਾਫੀ ਨਾ ਦਰਦ ਹੋ ਰਹੀਆਂ ਤੇ ਅਸੀਂ ਜਾਣਾ ਸੀ ਸਟੇਜ ਦੇ ਉੱਤੇ, ਰਸਤੇ 'ਚ ਖਲੋਤੇ ਤੇ ਭਾਈ ਸਾਹਿਬ ਆਏ ਤੇ ਇਹਨਾਂ ਸਾਨੂੰ ਨਾਲ ਆਪਣੀ ਗੱਡੀ ਦੇ ਵਿੱਚ ਭਾਲਿਆ ਜੇ। ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਸਾਡਾ। ਬਸ ਸੋ ਇਸ ਢੰਗ ਦੇ ਨਾਲ ਆਪਾਂ ਸਾਰੇ ਚੱਲਦੇ ਪਏ ਜੀ। ਇੱਥੇ ਤਾਂ ਬਾਬੇ ਨਾਨਕ ਦੀ ਕਿਰਪਾ, ਉਹਦੀ ਖੇਡ ਹੀ ਚੱਲਣ ਰਹੀ ਹੈ। ਸੋ ਇੱਥੋਂ ਦਾ ਹੋਰ ਸਾਰਾ ਹਾਲ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਬੜੀਆਂ ਰੌਣਕਾਂ ਤੇ ਬੜੇ ਸਾਰੇ ਜਜ਼ਬਾਤ ਜੁੜੇ ਹੋਏ ਨੇ ਇਸ ਸੰਘਰਸ਼ ਦੇ ਨਾਲ, ਜਿਹੜੇ ਕਿ ਆਪਾਂ ਇੱਥੇ ਤੱਕਦੇ ਪਏ ਹਾਂ। ਸੋ ਇਹ ਦੇਖੋ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ। ਅਸੀਂ ਜਿੱਤਾਂਗੇ ਜ਼ਰੂਰ, ਜੰਗ ਜਾਰੀ ਰੱਖਿਓ। ਸੋ ਮਾਝੇ ਦੇ ਨੌਜਵਾਨ ਦੇਖੋ ਸਾਹਮਣੇ, ਕਿਸਾਨਾਂ ਨੇ ਆਪਣੇ ਗੁੱਸੇ ਦਾ ਇਜ਼ਹਾਰ ਵੀ ਕੀਤਾ ਹੋਇਆ। ਤਰ੍ਹਾਂ ਤਰ੍ਹਾਂ ਦੇ ਬੈਨਰ ਪੋਸਟਰ ਇੱਥੇ ਸਾਨੂੰ ਮਿਲਣਗੇ। ਇਹ ਸਾਡੇ ਇਸ ਲਾਈਨ ਦੇ ਵਿੱਚ ਟ੍ਰੈਫਿਕ ਜਿੱਥੇ ਰੁਕੀ ਹੋਈ ਆ, ਉੱਥੇ ਆਪਾਂ ਦੇਖ ਸਕਦੇ ਹਾਂ ਇਹ ਲਾੜਾ ਬਣ ਕੇ ਆਇਆ ਹੋਇਆ ਇੱਕ ਕਿਸਾਨ। ਸੋ ਇਹ ਕਿਸਾਨਾਂ ਦੇ ਹਿੱਸੇ ਇਹ ਗੱਲ ਆਈ ਆ ਕਿ ਆਪਣੇ ਗੁੱਸੇ ਨੂੰ ਵੀ ਕਈ ਵਾਰੀ ਹਲਕੇ ਅੰਦਾਜ਼ ਦੇ ਵਿੱਚ ਸਾਂਝਾ ਕਰ ਦਿੰਦਾ ਹੈ, ਕਿਉਂਕਿ ਜੇ ਕਿਸਾਨ ਹਰ ਗੱਲ ਨੂੰ ਇੱਕ ਬੋਝ ਮੰਨ ਕੇ ਜ਼ਿਆਦਾ ਆਪਣੇ ਮਨ ਤੇ ਉਸ ਚੀਜ਼ ਦਾ ਅਸਰ ਲੈ ਜਾਏ ਤਾਂ ਫਿਰ ਬੜਾ ਨੁਕਸਾਨ ਹੁੰਦਾ ਪਰਿਵਾਰਾਂ ਦਾ। ਸੋ ਮੈਂ ਸਮਝਦਾ ਕਿ ਰੋਸ ਜ਼ਾਹਰ ਕਰਨ ਦਾ ਇਹ ਵੀ ਇੱਕ ਤਰੀਕਾ ਇੱਥੇ ਸਾਨੂੰ ਮਿਲਦਾ ਹੈ। ਹਰ ਦੂਸਰੇ ਚੌਥੇ ਦਿਨ ਇਸ ਢੰਗ ਦੇ ਨਾਲ ਕੋਈ ਕਿਸਾਨ ਜਿਹੜਾ ਉਹ ਲਾੜਾ ਬਣ ਕੇ ਤੇ ਦਿੱਲੀ ਨੂੰ ਆਉਂਦਾ ਹੈ। ਸੋ ਜਿੱਤ ਵਿਆਉਣ ਦੇ ਵਾਸਤੇ, ਆਪਣੇ ਹੱਕ ਲੈਣ ਦੇ ਵਾਸਤੇ ਐਸੇ ਰੋਸ ਜ਼ਾਹਰ ਕੀਤੇ ਜਾਂਦੇ ਨੇ। ਉਹਨੂੰ ਦੁਹਰਾਇਆ ਨਾ ਜਾਏ। ਇੱਥੇ ਸਮੱਸਿਆ ਮੈਂ ਇਹ ਵੀ ਨੋਟ ਕਰ ਰਿਹਾ, ਭਾਵੇਂ ਕਹੇ ਮੈਂ ਮਜ਼ਾਕ 'ਚ ਰਿਹਾ, ਜਿੰਨੀ ਸੇਵਾ ਹੋ ਰਹੀ ਹੈ ਕਿ ਸੇਵਾ ਕਰਨ ਵਾਲੀਆਂ ਸੰਗਤਾਂ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੇ ਪਕਵਾਨ ਵੰਡ ਰਹੀ ਹੈ, ਉਹਦੇ ਨਾਲ ਵੀ ਮੇਰਾ ਖਿਆਲ ਹੈ ਬਦਹਜ਼ਮੀ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪਰ ਜਿੰਨੇ ਭਾਸ਼ਣ ਸੁਣਾਏ ਜਾ ਰਹੇ ਹੈ, ਇਹਦੀ ਵੀ ਬਦਹਜ਼ਮੀ ਹੋਣ ਦਾ ਇੱਕ ਡਰ ਪੈਦਾ ਹੋ ਗਿਆ। ਪਰ ਇਹਦਾ ਹੱਲ ਕੋਈ ਨਹੀਂ। ਲਹਿਰ ਹੀ ਬਹੁਤ ਵੱਡੀ ਹੈ, ਲਹਿਰ ਦਾ ਕੱਦ ਹੀ ਬਹੁਤ ਵੱਡਾ ਬਣ ਗਿਆ ਹੈ। ਹਰ ਵਿਅਕਤੀ ਹਰ ਕੋਨੇ ਦੇ ਵਿੱਚੋਂ ਆ ਕੇ ਸਾਡੇ ਨਾਲ ਮੋਢਾ ਲਾ ਕੇ ਖੜਦਾ ਹੈ, ਸਾਨੂੰ ਵਿਸ਼ਵਾਸ ਦਿਵਾਉਂਦਾ ਹੈ, ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੰਦਾ ਹੈ। ਇਹ ਸਾਡੇ ਵਾਸਤੇ ਵੀ ਜ਼ਰੂਰੀ ਹੈ। ਦੋ ਸ਼ਬਦ ਉਹਦੀ ਹਾਜ਼ਰੀ ਦੇ ਤੌਰ ਤੇ ਅਸੀਂ ਜ਼ਰੂਰ ਸੰਗਤਾਂ ਦੇ ਸਾਹਮਣੇ ਪੇਸ਼ ਕਰੀਏ। ਸਾਥੀਓ, ਮੈਂ ਲੰਬਾ ਚੌੜਾ ਨਹੀਂ, ਮਿੱਥੇ ਸਮਾਂ ਸੀਮਾ ਜਿਹੜੀ ਹੈ ਉਹਦੇ ਵਿੱਚ ਦੋ ਬੇਨਤੀਆਂ ਕਰਨਾ ਚਾਹੁੰਦਾ। ਪਹਿਲੀ ਗੱਲ, ਇਹ ਸੱਚ ਹੈ ਕਿ ਜਿਸ ਮੇਨ ਕਾਜ ਵਾਸਤੇ ਆਪਾਂ ਆਏ ਉਹ ਸਾਡੀ ਜਿੱਤ ਅਜੇ ਅਧੂਰੀ ਹੈ। ਅੰਤਮ ਜਿੱਤ ਜਿਹੜੀ ਹੈ ਉਹ ਅਸੀਂ ਪ੍ਰਾਪਤ ਕਰਨੀ ਹੈ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਰ ਆਪਣੇ ਆਪ ਨੂੰ ਕਦੇ ਇਸ ਘੋਲ ਨੂੰ ਛੋਟਾ ਨਾ ਸਮਝਿਓ। ਇਸ ਤੋਂ ਪਹਿਲਾਂ ਦੋ ਜਿੱਤਾਂ ਤਾਂ ਆਪਾਂ ਪ੍ਰਾਪਤ ਕਰ ਚੁੱਕੇ ਹਾਂ, ਜਿਹੜੀਆਂ ਪਤਾ ਨਹੀਂ ਤੁਸੀਂ ਨੋਟ ਕੀਤੀਆਂ ਕਿ ਨਹੀਂ ਕੀਤੀਆਂ। ਮੇਰੀ ਨਿਗਾਹ 'ਚ ਉਹਨਾਂ ਦਾ ਕੱਦ ਵੀ ਬਹੁਤ ਵੱਡਾ, ਉਹਨਾਂ ਜਿੱਤਾਂ ਦਾ। ਸਾਰੀ ਦੁਨੀਆ ਤਰਾਹ ਕਰ ਰਹੀ ਸੀ, ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ, ਔਰ ਵੱਡੇ ਵੱਡੇ ਦੁਨੀਆ ਦੇ ਮਗਰਮੱਛਾਂ ਨੇ ਆਪਣੀਆਂ ਵੈਕਸੀਨ ਬਣਾਉਣ ਦੇ ਵਾਸਤੇ, ਵੇਚਣ ਵਾਸਤੇ, ਅਰਬਾਂ ਖਰਬਾਂ ਦੇ ਮੁਨਾਫੇ ਬਟੋਰਨ ਵਾਸਤੇ ਜਿਸ ਤਰ੍ਹਾਂ ਕਹੂਆ ਖੜਾ ਕੀਤਾ,
ਔਰ ਇਸ ਹਊਏ ਦੇ ਪਰਦੇ ਥੱਲੇ ਜਿਸ ਤਰ੍ਹਾਂ ਲੋਕਾਂ ਤੇ ਭਾਰ ਪਾਏ ਗਏ ਔਰ ਜਿੱਦਾਂ ਹਿੰਦੁਸਤਾਨ ਦੇ ਵਿੱਚ ਇਸ ਕਰੋਨਾ ਦੀ ਆੜ ਦੇ ਥੱਲੇ ਸਾਰੀ ਜਾਇਦਾਦ ਵੇਚ ਦਿੱਤੀ ਗਈ ਔਰ ਪਹਿਲਾਂ ਫਿਰ ਮਜ਼ਦੂਰ ਜਮਾਤ ਦੇ ਉਹਨਾਂ ਦੇ ਕਾਲੇ ਕਾਨੂੰਨ ਉਹਨਾਂ ਤੇ ਥੋਪੇ ਗਏ, ਉਹਨਾਂ ਦੇ ਸਾਰੇ ਅਧਿਕਾਰ ਵਾਪਸ ਲੈ ਲਏ। ਜਿਹੜਾ ਵੀ ਕੋਈ ਸਵਾਲ ਸਰਕਾਰ ਤੋਂ ਸਵਾਲ ਪੁੱਛਦਾ ਸੀ, ਇਹ ਸਰਕਾਰ ਤੋਂ ਕੁਝ ਮੰਗ ਕਰਦਾ ਸੀ ਤੇ ਉਹਨੂੰ ਕਿਸੇ ਨੂੰ ਦੇਸ਼ ਧਰੋਹੀ, ਕਿਸੇ ਨੂੰ ਕਿਸੇ ਤਰ੍ਹਾਂ ਦਾ ਖਿਤਾਬ ਉਹਨਾਂ ਤੇ ਮੁਕੱਦਮੇ ਚਲਾ ਕੇ ਜੇਲ੍ਹਾਂ ਦੇ ਵਿੱਚ ਤੂੜੇ ਪਏ ਹੈ। ਕਿਉਂਕਿ ਇਹਨਾਂ ਨੂੰ ਇੱਕ ਭੁਲੇਖਾ ਸੀ ਕਰੋਨਾ ਦਾ ਹਊਆ ਹੈ, ਲੋਕਾਂ ਨੇ ਡਰਦੇ ਮਾਰੇ ਘਰੋਂ ਨਹੀਂ ਨਿਕਲਣਾ, ਪਰ ਇਹ ਗਲਤ ਸਮਝ ਸੀ। ਇਹ ਪੰਗਾ ਇਹਨਾਂ ਅੰਨਦਾਤਿਆਂ ਨਾਲ ਲੈ ਬੈਠੇ। ਇਹਨਾਂ ਨੇ ਕਾਲੇ ਕਾਨੂੰਨ ਵੀ ਉਦੋਂ ਬਣਾਏ ਸੀ ਕਿ ਇਹਨਾਂ ਨੇ ਕਿਹੜਾ ਬੋਲਣਾ ਹੈ, ਪਰ ਇਹ ਤਾਂ ਅੰਦਰੋਂ ਸੱਪਾਂ ਦੀਆਂ ਸਿੜੀਆਂ ਤੇ ਪੈਰ ਧਰ ਕੇ ਖੇਤਾਂ 'ਚ ਤੁਰਨ ਵਾਲੇ ਹੈ। ਕਰੋਨਾ ਇਹਨਾਂ ਤੇ ਕੋਈ ਅਸਰ ਨਹੀਂ ਸੀ ਕਰਦਾ। ਪਰ ਲੇਕਿਨ ਆ ਜਿਹੜੀ ਦਿੱਲੀ 'ਚ ਡਰਾਇਆ ਹੋਇਆ ਸੀ, ਇਹ ਕਿਉਂ ਵੀ ਤੁਹਾਡੀ ਇਹ ਪਹਿਲੀ ਜਿੱਤ ਨਹੀਂ। ਕਿੱਥੇ ਆ ਕਰੋਨਾ? ਇੱਥੇ ਆ ਬੈਠੇ 35 ਦਿਨਾਂ ਦੇ, ਕੋਈ ਇਹਨਾਂ ਦੇ ਮੂੰਹ ਨਹੀਂ ਬੰਨੇ ਹੋਏ। ਕਿੰਨੇ ਕਿੱਥੇ ਮਹਾਮਾਰੀ ਫੈਲ ਗਈ। ਮੋਦੀ ਅਸੀਂ ਤੇਰਾ ਕਰੋਨਾ ਹਰਾਇਆ, ਸਾਡੀ ਇਹ ਪਹਿਲੀ ਜਿੱਤ ਹੈ। ਔਰ ਦੂਸਰੀ ਜਿੱਤ ਕੀ ਮੈਂ ਕਹਿਣੀ ਚਾਹੁੰਦਾ, ਦੂਜੀ ਜਿੱਤ ਮੈਂ ਕਹਿਣੀ ਚਾਹੁੰਦਾ, ਮੇਰਾ ਸੱਚ ਪੁੱਛੋ ਤੁਹਾਡੇ ਅੱਗੇ ਸਿਰ ਝੁਕਦਾ ਮੇਰੇ ਭਰਾਵੋ ਜਿੰਨੇ ਇੱਥੇ ਬੈਠੇ ਹੋ। ਅਸੀਂ ਤਰਸ ਗਏ ਸੀ 7 ਸਾਲ ਪੁਰਾਣਾ ਹਿੰਦੁਸਤਾਨ ਇਹਨਾਂ ਬੇਈਮਾਨਾਂ ਨੇ ਸਾਥੋਂ ਖੋਲਿਆ ਸੀ। ਇਹ ਆਰਐਸਐਸ ਵਾਲਿਆਂ ਨੇ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਕਦੇ ਹਿੰਦੂ ਮੁਸਲਮਾਨ, ਕਦੇ ਹਿੰਦੂ ਪਾਕਿਸਤਾਨ, ਪਤਾ ਨਹੀਂ ਕੀ ਨਫ਼ਰਤ ਭਰੇ ਨਾਰੇ ਦਿਲਾਂ 'ਚ ਤਰੇੜ ਪੈਦਾ ਕਰ ਦਿੱਤੀ ਸੀ। ਇਸ ਅੰਦੋਲਨ ਨੇ ਉਹ ਪੁਰਾਣੇ ਹਿੰਦੁਸਤਾਨ ਜਿੱਥੇ ਹਰ ਧਰਮਾਂ ਦੇ ਲੋਕ ਆ ਵਸਾਇਆ ਪਿਆ ਦਿੱਲੀ ਦੇ ਬਾਰਡਰਾਂ ਤੇ, ਇਹ ਹੈ ਜਿਹੜੀ ਸਾਡੀ ਸਭ ਤੋਂ ਵੱਡੀ ਜਿੱਤ। ਹਰ ਧਰਮਾਂ ਦੇ ਲੋਕ ਇਸ ਅੰਦੋਲਨ 'ਚ ਨੇ। ਔਰ ਜਿੱਦੇ ਨੇ ਤੁਸੀਂ ਅੰਦੋਲਨ ਸ਼ੁਰੂ ਕੀਤਾ, ਮੈਨੂੰ ਤੇ ਸਭ ਤੋਂ ਵੱਡੀ ਪ੍ਰਾਪਤੀ ਲੱਗਦੀ ਹੈ। ਅੱਜ ਹਿੰਦੂ ਮੁਸਲਮਾਨ ਤਾਂ ਨਹੀਂ ਹੋ ਰਿਹਾ, ਸਾਰੇ ਚੈਨਲ ਭਾਵੇਂ ਹੱਕ 'ਚ ਬੋਲਣ, ਭਾਵੇਂ ਕਿਹੜੇ ਢੰਗ ਨਾਲ ਸਾਡੇ ਖਿਲਾਫ ਬੋਲਣ, ਗੱਲ ਸਾਡੀ ਹੋ ਰਹੀ ਹੈ। ਉਹ ਪੁਰਾਣੀ ਨਫ਼ਰਤ ਦੀ ਨਹੀਂ। ਇਹ ਜਿੱਤ ਨੂੰ ਤੁਸੀਂ ਘੱਟ ਸਮਝਦੇ ਹੋ। ਬਹੁਤ ਵੱਡੀ ਜਿੱਤ ਹੈ ਮੇਰੀ ਨਿਗਾਹ 'ਚ। ਆਖਰੀ ਸਾਥੀਓ ਗੱਲ ਮੈਂ ਕਹਿਣੀ ਚਾਹੁੰਦਾ, ਪਾਪੜ ਬੜੇ ਵੇਲੇ ਮੈਨੂੰ ਤਾਂ ਖਰੇ ਇਹਨਾਂ ਤੇ ਥੋੜਾ ਜਿਹਾ ਤਰਸ ਵੀ ਆਉਂਦਾ। ਸਟੇਜ ਵਾਲੇ ਗੁੱਸੇ ਨਾ ਹੋ ਜਾਣ ਕਿ ਇਹ ਮੋਦੀ ਦੇ ਤਰਸ ਕਿਉਂ ਕਰ ਰਿਹਾ ਹੈ। ਮੋਦੀ ਕਹਿੰਦੇ ਤਰਸ ਐ ਕਰਦਾ, ਹਰਬੇ ਬੜੇ ਵਰਤੇ, ਢੰਗ ਤਰੀਕੇ ਬੜੇ ਵਰਤੇ, ਪਰ ਵਿਚਾਰਿਆਂ ਦੇ ਸਾਰੇ ਪੁੱਠੇ ਪੈ ਗਏ। ਉਹਨਾਂ ਦਾ ਹੱਲ ਕੋਈ ਨਹੀਂ ਨਿਕਲਿਆ। ਮੈਂ ਤਾਂ ਕਹਿਣਾ ਵੀ ਹਾਲਤ ਇਹਨਾਂ ਦੀ ਤਰਸਯੋਗ ਹੈ। ਜਦੋਂ ਦਿੱਲੀ ਨੂੰ ਆਉਣ ਲੱਗੇ ਕਿ ਇਹਨਾਂ ਨੂੰ ਡਰਾਓ, ਧਮਕਾਓ, ਧੱਕਾ ਕਰੋ, ਵਾਪਸ ਮੋੜੋ। ਤੁਹਾਨੂੰ ਵੀ ਪਤਾ ਆਪਣੇ ਨਾਲ ਕੀ ਕੀਤਾ, ਉਹਦੇ 'ਚ ਫੇਲ ਹੋਏ। ਅਸੀਂ ਦਿੱਲੀ ਜਾ ਬੈਠੇ, ਫੇਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਖਾਲਿਸਤਾਨੀ, ਪਾਕਿਸਤਾਨੀ, ਸ਼ਹਿਰੀ ਨਕਸਲੀਏ, ਅੱਤਵਾਦੀ, ਚੀਨ ਤੋਂ ਪੈਸਾ, ਪਾਕਿਸਤਾਨ ਤੋਂ ਪੈਸਾ, ਪਤਾ ਨਹੀਂ ਕਿਹੜੇ ਕਿਹੜੇ ਹਰਬੇ ਵਰਤੇ, ਉਹ ਵੀ ਫੇਲ ਹੋ ਗਏ। ਫੇਰ ਕਹਿੰਦੇ ਜੀ ਇਹਨਾਂ 'ਚ ਫੁੱਟ ਪਾਓ, ਅੱਗੇ ਕਦੇ ਨਜ਼ਰ ਨਹੀਂ ਆਏ। ਇੰਨੇ ਕਿਸਾਨ ਆ ਗਏ ਜੀ ਖੇਤੀਬਾੜੀ ਮੰਤਰੀ ਨੂੰ ਮਿਲਣ, ਕਹਿੰਦੇ ਜੀ ਇਹ ਤਾਂ ਬੜੇ ਹੱਕ ਦੇ ਕਾਨੂੰਨ ਹੈ, ਇਹ ਨਾ ਵਾਪਸ ਲਿਓ। ਪੂਰਾ 15 ਦਿਨ ਟੀਵੀ ਤੇ ਇਹੀ ਪ੍ਰਚਾਰ ਹੈ। ਹੁਣ ਉਹ ਵੀ ਨਹੀਂ ਨਜ਼ਰ ਆਉਂਦੇ ਕਿੱਥੇ ਜਿਹੜੇ ਹੱਕ 'ਚ ਲਿਆਉਣ ਵਾਲੇ ਨਾ। ਮੈਂ ਤਾਂ ਕਿਹਾ ਵਿਚਾਰਿਆਂ ਦੇ ਤਰਸ ਆਉਂਦਾ, ਹਰ ਚੀਜ਼ ਫੇਲ ਹੋ ਰਹੀ ਹੈ। ਫਿਰ ਹੁਣ ਲਾਸਟ ਤਰੀਕਾ ਹੈ, ਲਮਕਾਓ, ਟੜਕਾਓ। ਪਹਿਲਾਂ ਤਾਂ ਜੇਲ੍ਹ ਸਿੱਟੀ ਰੱਖੀ ਕਿ ਜੀ ਤਰੀਕ ਦੱਸ ਦਿਓ, ਤਰੀਕ ਦੱਸ ਦਿਓ। ਥੋੜਾ ਬੇਈਮਾਨੋ ਕਦੇ ਜਿਹੜੇ ਫਰਿਆਦ ਲੈ ਕੇ ਆਉਂਦੇ ਆ, ਤਰੀਕਾ ਉਹ ਦੱਸਦੇ ਆ। ਤਾਕਤ ਤੁਹਾਡੇ ਕੋਲੇ, ਸਰਕਾਰ ਤੁਹਾਡੇ ਕੋਲੇ, ਤੈਅ ਤੁਸੀਂ ਕਰਨਾ ਹੈ। ਪਹਿਲਾਂ ਤਾਂ ਲਟਕਾਉਣਾ ਸੀ। ਇਹਨਾਂ ਦੀ ਗੱਲ ਹੋਈ ਪਤਾ ਕੀ ਹੈ, ਬਸ ਇੱਕ ਸਕਿੰਟ 'ਚ ਇਹਨਾਂ ਨੂੰ ਇਹ ਸੀਗੇ ਥੱਕ ਜਾਣਗੇ, ਠੰਡ ਹੈ, ਇਹ ਸ਼ਾਇਦ ਨਿਰਾਸ਼ ਹੋ ਕੇ ਵਾਪਸ ਮੁੜ ਜਾਣਗੇ। ਮੈਂ ਕਹਿਣਾ ਚਾਹੁੰਦਾ ਥੋੜੇ ਜਿਹੇ ਕੰਨ ਖੋਲ ਕੇ ਰੱਖ ਲਓ, ਅੱਖਾਂ ਖੋਲੋ, ਇਹ ਡਰਨ ਵਾਲੇ ਨਹੀਂ। ਉਹ ਇਹ ਤਾਂ ਪੁਰਜਾ ਕੱਟ ਮਰੇ, ਕੰਬੂ ਨਾ ਛਾੜੇ ਖੇਤ, ਇਹ ਤਾਂ ਉਸ ਵਿਰਸੇ ਵਾਲੇ ਹੈ। ਇਹਨੇ ਜਿੰਨਾ ਮਰਜ਼ੀ ਠਕਾਉਣ ਦੀ ਕੋਸ਼ਿਸ਼ ਨਾ ਕਰ। ਹੁਣ ਚਲੋ ਤਰੀਕ ਤੈਅ ਹੋ ਗਈ। ਮੈਂ ਸਾਥੀਓ ਆਖਰੀ ਗੱਲ ਕਹਿਣੀ ਚਾਹੁੰਦਾ, ਜਿੱਤਾਂਗੇ ਤਾਂ ਜ਼ਰੂਰ, ਕਾਨੂੰਨ ਵਾਪਸ ਵੀ ਹੋਣਗੇ। ਇਹ ਮੈਨੂੰ ਵੀ ਪੱਕਾ ਵਿਸ਼ਵਾਸ ਹੈ। ਸ਼ਾਇਦ ਐਸ ਮੀਟਿੰਗ 'ਚ ਨਾ ਹੋਣ, ਇੰਨੀ ਛੇਤੀ ਤਾਂ ਇਹ ਵੀ ਇਹਨਾਂ ਰੰਡਹੂਪਣਾ ਨਾ, ਪਿੱਛੋਂ ਡਾਂਗ ਚੱਕੀ ਖੜਿਆ ਡਾਨੀ ਬਾਨੀ, ਫਸੇ ਤੇ ਦੋਨਾਂ ਪਾਸੇ ਵਿਚਾਰੇ। ਉਧਰੋਂ ਤੁਹਾਡੀ ਡਾਂਗ ਹੈ, ਉਧਰੋਂ ਉਹ ਜਿਹਨਾਂ ਦਾ ਲੂਣ ਖਾਧਾ, ਜਿਨ੍ਹਾਂ ਨੇ ਇਹਨੂੰ ਬਣਾਇਆ। ਇਹ ਹੁਣ ਮੁੜਨਗੇ ਤਾਂ ਜ਼ਰੂਰ। ਹੋ ਸਕਦਾ ਸਿੱਧੇ ਤੌਰ ਤੇ ਕਾਨੂੰਨ ਵਾਪਸ ਨਾ ਲੈਣ,
ਪੁਰਾਣੇ ਬਜ਼ੁਰਗ ਯਾਰ ਤੋਂ ਇੱਕ ਬੱਕਰੀ ਦਾ ਕੰਨ ਫੜ ਕੇ ਵੀ ਘਰੇ ਨੂੰ ਆ ਜਾਈਦਾ। ਇਹ ਜਿਹਾ ਵੀ ਕੋਈ ਤਰੀਕਾ ਕੱਢ ਸਕਦੀ ਹੈ। ਮੈਂ ਇਸ਼ਾਰਾ ਕਰਤਾ, ਜ਼ਿਆਦਾ ਕੁਛ ਕਹਿਣਾ ਨਹੀਂ ਚਾਹੁੰਦਾ। ਔਰ ਆਪਣਾ ਧੀਰਜ ਰੱਖਿਓ, ਆਪਣਾ ਅਮਨ ਕਾਇਮ ਰੱਖਿਓ, ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੋ। ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਾਨੂੰ ਹਰਾ ਸਕੇ। ਇੱਥੋਂ ਜਿੱਤ ਕੇ ਹੀ ਵਾਪਸ ਜਾਵਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਇੱਕ ਬੇਨਤੀ ਆ ਸਟੇਜ ਵੱਲੋਂ ਵੀ ਜਿਹੜੇ ਕਿਸਾਨ ਲਹਿਰ ਦੇ ਸ਼ਹੀਦ ਆ ਉਹਨਾਂ ਦੇ ਘਰਦਿਆਂ ਦਾ ਕੋਈ ਟੈਲੀਫੋਨ ਨੰਬਰ ਜਿਹੜਾ ਹੋਵੇ। ਪਿੱਛੇ ਕੁਲਦੀਪ ਸਿੰਘ ਹੋਣਾ ਦਾ ਫੋਨ ਆਦੇ ਬਾਹਰੋਂ ਬਾਰ-ਬਾਰ, ਤੇ ਉਹ ਕਹਿੰਦੇ ਸਾਡੇ ਕੋਲ ਉਹ ਦੇ ਦਿਓ। ਸੰਗਤ ਏਡ ਯੂਕੇ ਵੱਲੋਂ ਕਿਸਾਨ ਸੰਘਰਸ਼ ਦੌਰਾਨ ਆਪਾਂ ਮਾਰਨ ਵਾਲੇ ਯੋਧਿਆਂ ਦੇ ਪਰਿਵਾਰਾਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਤੇ ਸਾਰੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਜਿਹੜੀ ਦਿੱਤੀ ਜਾਣੀ ਆ। ਸਟੇਜ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਗੁਰਪ੍ਰੀਤ ਸਿੰਘ ਜੀ। ਜਗਦੀਆਂ ਜ਼ਮੀਰਾਂ ਵਾਲਿਓ, ਆਪਾਂ ਨਿੱਕੇ ਹੁੰਦਿਆਂ ਸੁਣਦੇ ਹੁੰਦੇ ਸੀ ਨਾ, ਆ ਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ, ਮੇਰੇ ਪਿੰਡ ਦੀ ਬਹਾਰ। ਦਿੱਲੀ ਦੇ ਬਾਰਡਰ ਤੇ ਵਸਿਆ ਪੰਜਾਬ ਵੇਖ ਲੈ। ਉਹ ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਓ, ਆਓ ਉਸ ਗੁਰੂ ਦੀ ਬਖਸ਼ੀ ਫਤਿਹ ਸਾਂਝੀ ਕਰੀਏ ਜਿਹਨੇ ਸਾਡੀ ਜ਼ਮੀਨ ਜਗਾਈ। ਵਾਹਿਗੁਰੂ ਜੀ ਕਾ ਖਾਲਸਾ। ਉਹ ਇੱਕ ਵਾਰੀ ਫੇਰ ਬੁਲਾ ਦਈਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਕੇ ਜਿਹਨੇ ਸਾਨੂੰ ਮਾਲਕ ਬਣਾਇਆ ਸੀ। ਵਾਹਿਗੁਰੂ ਜੀ ਕਾ ਖਾਲਸਾ। ਧਰਤੀ ਦੇ ਪੁੱਤਰੋ, ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ। ਉਹਨਾਂ ਕੌਮਾਂ ਨੂੰ ਇਤਿਹਾਸ ਪੂਜਦਾ ਏ, ਹੱਸ ਕੇ ਦੁਖੜੇ ਕੌਮ ਜੋ ਜਰ ਜਾਂਦੀ। ਅਸੀਂ ਇਹ ਦੁਖੜੇ ਵੀ ਹੱਸ ਕੇ ਜਰਦੇ ਪਏ ਆ। ਦੁਖੜੇ ਇਹਦੇ ਵਿੱਚ ਆ, ਬਹੁਤ ਕੁਝ ਚੱਲਦੇ ਪਏ ਆ, ਪਰ ਫਿਰ ਵੀ ਇੱਥੇ ਲੱਖਾਂ ਨੂੰ ਪ੍ਰਸ਼ਾਦਾ ਸ਼ਿਕਾਰ ਹੈ ਪੰਜਾਬ ਦਾ ਅੰਨਦਾਤਾ। ਹਰਿਆਣਾ ਸਾਡੇ ਨਾਲ ਹੈ, ਯੂਪੀ ਸਾਡੇ ਨਾਲ ਹੈ, ਮਹਾਰਾਸ਼ਟਰ ਸਾਡੇ ਨਾਲ ਆ ਖੜਾ ਹੈ। ਇਹ ਸਾਰੇ ਭਰਾ ਅੰਨਦਾਤੇ। ਉਹ ਕੁਝ ਕਹਿੰਦੇ ਹੋਵੇ ਇਹ ਅੰਨਦਾਤੇ ਨਹੀਂ ਆ। ਇੱਥੇ ਦੇਖੋ ਆ ਕੇ, ਇੱਥੋਂ ਦੇ ਵਾਸੀਆਂ ਨੂੰ ਪੁੱਛੋ ਆ ਕੇ ਅੰਨਦਾਤਾ ਕੌਣ ਹੁੰਦਾ। ਉਹ ਗਰੀਬੜੇ ਵਿਚਾਰੇ ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਖਾਣੀ ਔਖੀ ਸੀ, 3-3 ਟਾਈਮ ਤੇ ਪਤਾ ਨਹੀਂ ਬਦਾਮ ਤੇ ਕੀ ਕੁਝ ਵਰਤ ਰਿਹਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ। ਸੋ ਇੱਥੇ ਆ ਕੇ ਬਦੋਬਦੀ ਜੋਸ਼ ਚੜ ਜਾਂਦਾ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਸੰਗਤ ਏਡ ਵੱਲੋਂ ਜੋ ਸਾਡਾ ਟਰਸਟ ਹੈ, ਸੰਗਤ ਟਰਸਟ ਯੂਕੇ, ਸਾਡੇ ਚੇਅਰਮੈਨ ਸਾਹਿਬ ਭਾਈ ਮਹਿੰਦਰ ਸਿੰਘ ਜੀ, ਪੂਰੇ ਵਿਸ਼ਵ ਦੇ ਵਿੱਚ ਧਾਰਮਿਕ ਜਗਤ ਦੀ ਉਹ ਮੰਨੀ ਪਰਮਨੀ ਸ਼ਖਸੀਅਤ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੋਨੇ ਦੀ ਸੇਵਾ ਕਰਵਾਈ। ਹੋਰ ਬੈਂਕ ਤਖਤਾਂ ਤੇ ਪੂਰੇ ਵਿਸ਼ਵ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਰਚਮ ਨੂੰ ਲਹਿਰਾ ਰਹੇ ਨੇ। ਉਹਨਾਂ ਦੀ ਅਗਵਾਈ ਹੇਠ ਸੰਗਤ ਟਰਸਟ ਨੇ ਫੈਸਲਾ ਕੀਤਾ ਜੋ ਸਾਡਾ ਇੱਕ ਯੂਨਿਟ ਹੈ ਸੰਗਤ ਏਡ, ਜਿਸ ਦੇ ਰਾਹੀਂ ਕਦ ਵੀ ਜਿੱਥੇ ਵੀ ਕਿਤੇ ਦੁੱਖ ਦੀ ਘੜੀ ਆਉਂਦੀ ਹੈ ਉੱਥੇ ਅਸੀਂ ਜਥਾਯੋਗ ਜਾ ਕੇ ਖੜੋਨੇ ਆ। ਯੂਕੇ ਯੂਰਪ ਦੀਆਂ ਸੰਗਤਾਂ, ਵਿਸ਼ਵ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਗਤ ਏਡ ਇਸ ਵਕਤ ਪੂਰੇ ਕਿਸਾਨੀ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜੀ ਆ। ਬੜਾ ਔਖਾ ਹੈ ਇਹ ਜਿਹੜੀਆਂ ਅਸੀਂ ਨਿੱਤ ਇੱਥੋਂ ਲੈ ਕੇ ਜਾ ਰਹੇ ਹਾਂ ਨਾ ਅਰਥੀਆਂ, ਜਿਹੜੇ ਹੱਸਦੇ ਖੇਡਦੇ ਆਉਂਦੇ ਨੇ ਪਰਿਵਾਰ, ਇਹ ਅਰਥੀਆਂ ਚੁੱਕਣੀਆਂ ਬੜੀਆਂ ਔਖੀਆਂ ਹਾਕਮੋ। ਮੈਂ ਕੱਲ ਹੀ ਉੱਥੇ 22 ਸਾਲਾਂ ਦੇ ਜਤਿੰਦਰ ਸਿੰਘ ਦੀ ਮਾਤਾ ਨੂੰ, ਉਹਦੀ 40 ਦਿਨ ਪਹਿਲਾਂ ਵਿਆਹੀ ਹੋਈ ਉਹਦੀ ਵਿਧਵਾ ਨੂੰ ਮਿਲ ਕੇ ਆਇਆ। ਉਹਨਾਂ ਦੀ ਫਾਹ ਬੜੀ ਬੁਰੀ ਲੱਗਣੀ ਜੇ। ਇਹ ਰਾਜ ਤਖਤ ਤੇ ਸਜ਼ਾ नहीं रहे कैसे रहे, और कैसे दे नहीं रहे। तुमसे पहले जो सख्त पे निशीन था अपना खुदा होने का उसे भी पूरा यकीन था, पर इतने हुण जिहड़ी हां लग रही है। मैं अपने पॉइंट वल वादा इत्थे सानू बड़े ही सत्कार दे नाल जिहड़े भी परिवारां दे जी इस संघर्ष दे लेखे लगे ने, ਅਸੀਂ ਸਾਰੇ ਪਰਿਵਾਰਾਂ ਦਾ ਸਤਿਕਾਰ ਕਰਦੇ ਹੋਏ 1-1 ਲੱਖ ਰੁਪਈਆ ਸੰਗਤ ਟਰਸਟ ਯੂਕੇ ਵੱਲੋਂ ਭੇਟ ਕਰਨ ਜਾ ਰਹੇ ਹਾਂ ਜੀ। ਜਤਿੰਦਰ ਸਿੰਘ ਦੇ ਪਰਿਵਾਰ ਨੂੰ ਅਸੀਂ ਭੇਟ ਕਰ ਚੁੱਕੇ ਹਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਜਿਹੜੇ ਇੱਥੇ ਦੇ ਮੇਨ 32 ਸਾਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਾਨੂੰ ਉਹਨਾਂ ਦੇ ਫੋਨ ਨੰਬਰ, ਉਹਨਾਂ ਦੇ ਬੈਂਕ ਅਕਾਊਂਟ ਵਗੈਰਾ ਜੋ ਡਿਟੇਲਸ ਦੇ ਦਿੱਤੀਆਂ ਜਾਣ। ਇਹ ਘੱਟੋ ਘੱਟ 1-1 ਲੱਖ ਰੁਪਈਏ ਦੀ ਸੇਵਾ ਸੰਗਤ ਟਰਸਟ
ਤੇ ਸੰਗਤ ਏਡੀਯੂਕੇ ਵੱਲੋਂ ਕੀਤੀ ਜਾ ਰਹੀ ਹੈ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहेगुरु जी का खालसा, श्री वाहेगुरु जी की फतेह। मेरे सिंगों, एक बार जोर से फतेह बुलाओ। जितना जोश आज 35 दिनों के अंदर तुमने पूरी दुनिया के अंदर भर दिया, यहाँ से एक बार फिर जोर से सिंगों फतेह बुलाओ। वाहेगुरु जी का खालसा, श्री वाहेगुरु जी की फतेह। आज मैं अपने आप को इतना गर्वान्वित महसूस कर रही हूँ कि सारे तीर्थ चारों धाम आपके चरणों में। वाकई पंजाब से जो लहर उठी और उसने पूरी दुनिया जिस तरह से सिंगू बॉर्डर पर इकट्ठी कर दी, मुझे नहीं लगता कि स्वामी रामदेव जी को, जैसे कि आने वाले समय में हमारे हरिद्वार में कुंभ है, मुझे लगता है स्वामी रामदेव जी इस कुंभ में गोता मारना चाहिए था आपको। स्वामी रामदेव जी को ढूंढने आई थी मैं तो आज, और पूछने और बताने भी आई थी कि स्वामी रामदेव, आज सरकार आपकी है, मोदी जी आपके, कल तक मेरे भी थे, लेकिन आपकी तरह ये सिंह वो किसान नहीं कि स्टेज से सलवार पहनकर दौड़ जाए। ये असली गुरु के सिंह। मोदी जी, बड़ा घमंड था छत को छत होने पर। एक छत के ऊपर एक मंजिल बनी और वो छत पता नहीं कब फिर छत रह गई। कहने का अर्थ ये है, मोदी जी आपसे पहले बहुत सत्ता में आए, वो भी नहीं रहे कि जिनके चारों ओर सिंहासन गूंजते थे। आज 40 परिवारों की शहादत, उनके आंसू, उनके खून के आंसू, मुझे नहीं लगता कि वो हाय आपको सिंहासन पर रहने देगी। मैं बहुत ज्यादा कुछ नहीं कहती, लेकिन इतना कहना चाहती हूँ, 1.25 लाख से एक लड़ाऊं, श्री गुरु गोविंद सिंह नाम कहाऊं। आपको क्या लगता था? आज हम लोग तो छाती जोड़ी कर आज इस स्टेज पर खड़े हैं, लेकिन हरियाणा की सरकार और तमाम नेताओं को कहना चाहूंगी, अगर तुम अपने बाप के बेटे हो, जाके दिखाओ हरियाणा के किसी के किसान के गांव में। आज हरियाणा के किसानों का जो आंदोलन, शहादतें, आहुति, बलिदान, कुर्बानी सिंघों ने बसा दिया दिल्ली में एक और पंजाब। शर्म आनी चाहिए तुम लोगों को। आज फेसबुक के माध्यम से, व्हाट्सएप के माध्यम से हजारों ऐसी कोई कंट्री नहीं बची जहां से सिंह सरदार मुझे संदेश नहीं भेजते और कहते हैं, साध्वी जी हमें बड़ा अच्छा लगता है आप हमारे साथ खड़ी है। मैंने कहा मैं आपके साथ नहीं, अगर थोड़ा सा पीछे जाओगे, गुरु गोविंद सिंह नहीं होते तो कोई हिंदू का तिलक और तलवार भी नहीं बचती, जनेऊ और चोटी भी नहीं बचती। ये सत्य था। मैं जिस हरियाणा की धरती से मैं आई हूँ, जिस करनाल से मैं आई हूँ, वहीं के संत बाबा राम सिंह जिस तरह से कुर्बानी देकर गए, हम लोगों का दिल बड़ा गर्व से महसूस करते हैं हम कि आज हम उस हरियाणा के लोग हैं। लेकिन हरियाणा के पंडितों के पर्दे, राजपूतों के होते हुए, मैं खुद एक राजपूत हूँ, मैं कहना चाहती हूँ हरियाणा के लोगों को, अरे पहल तो तुम्हें करनी चाहिए थी। मुट्ठी भर हरियाणा के लोग आए भी तो क्या है, बाकी हरियाणा के लोग क्या रोटी की जगह क्या खाएंगे, सोचने की बात है। बस इतना ही अरदास कबूल करना। वाहेगुरु जी का खालसा, वाहेगुरु जी की फतेह। ਸਾਡੇ ਨਾਲ ਸਾਧਵੀ ਦੇਵਾ ਠਾकुर जी ਨੇ, ਜਿਹੜੇ ਬੜੇ ਬੇਬਾਕ ਹੋ ਕੇ ਕਿਸਾਨੀ ਮਸਲੇ ਦੇ ਉੱਤੇ ਕੇਂਦਰ ਸਰਕਾਰ ਨੂੰ ਬਹੁਤ ਕੁਝ ਕਹਿ ਚੁੱਕੇ ਨੇ, ਪਹਿਲਾਂ ਵੀ ਸਟੇਜ ਤੇ ਵੀ ਕਿਹਾ। ਅਸੀਂ ਚਾਹਾਂਗੇ ਕਿ ਪੂਰੇ ਯੂਕੇ ਯੂਰਪ ਦੀਆਂ ਸੰਗਤ ਇਸ ਵਕਤ ਤੁਹਾਨੂੰ ਸੁਣਦੀ ਪਈ ਹੈ, ਸੋ ਤੁਸੀਂ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰੋ। हाँ, मैं पहले तो बहुत बहुत धन्यवाद करूंगी परदेश में बसे मेरे देशवासियों, मेरे सिंगों, असली किसान पुत्रों। आज आपने किसान का दर्द जिस तरह से समझा,
कि उनके पेरेंट्स, हमारे बड़े बुजुर्ग 80-80 साल के बूढ़े, जिस तरह से आज इस आंदोलन में बिना छत के और 40-40 परिवार शहीद हो गए, और आप लोगों का प्यार सपोर्ट जैसे विदेश से हमें आ रहा है, उसके लिए हम गर्व महसूस करते हैं। जो लोग कह रहे हैं फंडिंग आ रही है, फंडिंग कहाँ से आ रही है? हमारे बेटे हमें सामान भेज रहे हैं, तो क्या बुरी बात है? हरियाणा के भी बच्चे बहुत से बाहर हैं। हरियाणा और पंजाब जैसे भाई भाई बन चुका है इस संघर्ष में, क्या कहना चाहेंगे आप? बिल्कुल, ये एक बड़ा सौभाग्य है हमारा कि सरकारों ने कोई कसर नहीं छोड़ी हमें अलग करने की। पर कमाल की बात है, जैसे हमें पास रहने का मौका मिला, हमें पता चला कि सिख हिंदू तो अलग है ही नहीं, एक ही है। पर सरकारों को मैं कहना चाहूंगी, आप लोग ये गंदा खेल खेलना बंद करें, सिखों को टारगेट करना बंद करें। ये उसी गुरु के सिख हैं, 1.25 लाख से एक लड़ाऊं, गुरु गोबिंद सिंह नाम का हूं, ये पीछे नहीं हटेंगे। ये रामदेव नहीं है कि दौड़ जाएंगे। तो बिल्कुल सिखां दी गल है, किसानी दी गल है, किसानी मसले दी गल है। किसान सड़कों के उत्ते है ते सारे हिंदुस्तान के किसान जेडे रोड पे आए हुए हैं। सो मैडम, पूरे हिंदुस्तान के किसान जैसे एकमुठ हो खड़े हैं, मोदी साहब को क्या कहना चाहेंगे आप? मोदी साहब को कहना चाहूंगी, आपका जो सबसे दबंग, सबसे समझदार नेता है, उसको यहाँ भेजिए, पता चल जाएगा कि आपका 56 इंच का सीना है, कम हो गया है। तो बिल्कुल साडे नाल देवा ठाकुर जी ने वो गल, क्योंकि 56 इंच का सीना ये बड़ा एक मशहूर डायलॉग बन गया सीगा, पर हुण मैनूं लगदा कि देवा जी कह रहे ने तो ਉਹਦੇ 'ਚ ਜ਼ਰੂਰ ਫਰਕ ਪੈ ਚੁੱਕਾ ਹੋਵੇਗਾ। ਕਿਸਾਨੀ ਸੰਘਰਸ਼ ਦੇ ਵਿੱਚ ਬੜੇ ਸਾਰੇ ਰੰਗ ਆਪਾਂ ਦੇਖਦੇ ਪਏ ਆ, ਅਜੇ ਬਹੁਤ ਕੁਝ ਹੋਰ ਵੀ ਦੇਖਣਾ ਬਾਕੀ ਹੋਏਗਾ। ਪਰ ਇਸ ਵਕਤ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੋਂ ਕਾਫੀ ਕੁਝ ਕੰਟਰੋਲ ਕਰਨ ਜਾਂ ਉਹਦੇ ਤੇ ਨਿਗਾਹ ਰੱਖਣ ਦੇ ਵਾਸਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤਾਂ ਕਿ ਸਟੇਜ ਦਾ ਸੰਚਾਲਨ ਬੜੇ ਵਧੀਆ ਢੰਗ ਦੇ ਨਾਲ ਹੋ ਸਕੇ। ਸੋ ਸਾਡੇ ਨਾਲ ਭਾਈ ਸਾਹਿਬ ਰਣਜੀਤ ਸਿੰਘ ਜੀ, ਹੋਰ ਸਾਰੇ ਮੈਂ ਸਮਝਦਾ ਕਰੀਮ ਹੀ ਹੈ ਜਿਹੜੀ ਇੱਥੇ ਬੈਠੀ ਹੋਈ ਹੈ, ਕਿਉਂਕਿ ਬ੍ਰੇਨ ਸਟੋਰਮਿੰਗ ਜਦੋਂ ਵੀ ਹੁੰਦੀ ਹੈ ਤੇ ਉਹਦੇ ਚੋਂ ਬਹੁਤ ਵਧੀਆ ਤੱਥ ਨਿਕਲਦੇ ਨੇ। ਸੋ ਕੁਝ ਵਿਚਾਰਾਂ ਇਹਨਾਂ ਦੇ ਨਾਲ ਸਾਂਝੀਆਂ ਕਰਦੇ, ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਈ ਸਾਹਿਬ ਜੀ, ਕਿਸਾਨੀ ਸੰਘਰਸ਼ 1 ਮਹੀਨੇ ਤੋਂ ਉੱਪਰ ਹੁਣ ਮੀਟਰ ਸਾਡਾ ਵੱਧ ਚੁੱਕਾ ਹੈ, ਜਿਹੜਾ 25 ਤਰੀਕ ਤੋਂ ਆਪਾਂ ਜੇ ਮੰਨੀਏ ਤੇ ਪਹਿਲਾਂ ਵਾਲਾ ਤੇ ਚਲੋ ਪੰਜਾਬ 'ਚ ਅਸੀਂ ਡਟੇ ਸੀ ਕਾਫੀ ਮਹੀਨਿਆਂ ਤੋਂ, ਤੇ ਕਿੱਥੇ ਕਿਤੇ ਆਪਾਂ ਆਪਣੇ ਆਪ ਨੂੰ ਖੜੇ ਮਹਿਸੂਸ ਕਰਦੇ ਹਾਂ ਜੀ? ਵੀਰ ਜੀ, ਪਹਿਲਾਂ ਤਾਂ ਸੰਗਤ ਟੀਵੀ ਦੇ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਹੜੀ ਅੱਜ ਤੁਸੀਂ ਗੱਲ ਕਰਦੇ ਆ ਕਿ ਅੰਦੋਲਨ ਕਿੱਥੇ ਖੜਾ ਹੈਗਾ, ਪਿਛਲੇ ਦਿਨੀ ਤੁਸੀਂ ਸਾਰੀ ਜਿਹੜੀ ਜੋ ਕਿਰਿਆਕਰਮ ਵਰਤਿਆ ਤੁਸੀਂ ਦੇਖਿਆ, ਮੀਟਿੰਗਾਂ ਹੋਈਆਂ ਨੇ, ਉਹ ਤੋਂ ਬਾਅਦ ਇੱਕ ਲੰਬੀ ਖੜੋਤ ਆਈ ਹੈ, ਹੁਣ ਦੁਬਾਰਾ ਫਿਰ ਚਿੱਠੀ ਪੱਤਰ ਹੋਇਆ। ਉਸ ਚਿੱਠੀ ਪੱਤਰ ਦਾ ਜਿਹੜਾ ਆਖਰੀ ਨਤੀਜਾ ਹੈ ਉਹ ਕੱਲ ਨਿਕਲੂਗਾ ਜੀ। ਕੱਲ ਨੂੰ 40 ਕਿਸਾਨ ਜਥੇਬੰਦੀਆਂ ਦੇ ਆਗੂ ਵਿਗਿਆਨ ਭਵਨ ਵਿਖੇ ਗੱਲ ਕਰਨ ਜਾਣਗੇ, ਤੇ ਕਿਸਾਨ ਜਥੇਬੰਦੀਆਂ ਨੇ ਕੱਲ ਵੀ ਇੱਕ ਲੈਟਰ ਸੈਂਟਰ ਸਰਕਾਰ ਨੂੰ ਇਸ਼ੂ ਕੀਤਾ ਹੈਗਾ ਕਿ ਸਾਡਾ ਜਿਹੜਾ ਗੱਲਬਾਤ ਕਰਨੀ ਹੈਗੀ ਜਿਹੜੀ ਉਹਦਾ ਇਸ਼ੂ ਕੀ ਹੋਊਗਾ, ਸਾਡੇ ਵਿਚਾਰ ਕੀ ਨੇ। ਉਹਨੇ ਇੱਕ ਆਪਣੇ ਵੱਲੋਂ ਇੱਕ ਸੁਨੇਹਾ ਕੱਲ ਕੇਂਦਰ ਨੂੰ ਐਡਵਾਂਸ ਦੇ ਵਿੱਚ ਭੇਜ ਦਿੱਤਾ ਹੈਗਾ ਕਿ ਅਸੀਂ ਗੱਲਬਾਤ ਕਾਨੂੰਨਾਂ ਦੇ ਵਿਚਾਰ ਚਰਚਾ ਕਰਨ ਲਈ ਨਹੀਂ ਆ ਰਹੇ। ਸਾਡੀ ਗੱਲਬਾਤ ਦਾ ਜਿਹੜਾ ਮੂਲ ਤੱਥ ਹੈ ਉਹ ਇਹ ਹੈ ਕਿ ਜਿਹੜੇ ਕਾਨੂੰਨ ਆਪਾਂ ਰੀਪੀਲ ਕਰਨੇ ਨੇ, ਜਿਹੜੇ ਕਾਨੂੰਨ ਰੱਦ ਕਰਨੇ ਨੇ, ਉਹਦੇ ਲਈ ਕੀ ਪ੍ਰਕਿਰਿਆ ਜਾਂ ਤਰੀਕਾ ਅਪਣਾਇਆ ਜਾਵੇ। ਇਹੀ ਮੇਨ ਅੱਜ ਦੀ ਜਿਹੜੀ ਵੀਰ ਜੀ ਕੱਲ ਦਾ ਮੁੱਖ ਵਿਸ਼ਾ ਆ। ਤੇ ਉਸ ਤੋਂ ਬਾਅਦ 31 ਤਰੀਕ ਦਾ ਇੱਕ ਨਵਾਂ ਪ੍ਰੋਗਰਾਮ ਹੈਗਾ। ਜੇ ਕੱਲ ਦੀ ਮੀਟਿੰਗ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਦਾ ਸਾਰਥਕ, ਤੇ 31 ਤਰੀਕ ਨੂੰ ਜਿਹੜਾ ਇੱਥੇ ਬਾਈਪਾਸ ਰੋਡ ਆ, ਜਿਹਨੂੰ KMP ਕਹਿੰਦੇ ਨੇ, ਉਹਦੇ ਉੱਪਰ ਇੱਕ ਵਿਸ਼ਾਲ ਟਰੈਕਟਰ ਮਾਰਚ ਕੀਤਾ ਜਾਵੇਗਾ। ਤੇ ਜਿਹੜਾ ਪੂਰੇ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਸਾਰੇ ਕਿਸਾਨਾਂ ਨੂੰ ਇੱਕ ਸੱਦਾ ਵੀ ਹੈਗਾ ਕਿ ਉਹ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ। ਸੋ ਬਿਲਕੁਲ ਮੈਂ ਸਮਝਦਾ ਕਿ ਜਿੱਦਾਂ ਆਪਾਂ ਸੁਣਦੇ ਹੁੰਦੇ ਸੀ ਨਾ ਇਤਿਹਾਸ ਜਾਂ ਪੜ੍ਹਦੇ ਕਹਿ ਲਈ, ਕਿਉਂਕਿ ਉਸ ਵੇਲੇ ਸ਼ਾਇਦ ਆਪਣੇ 'ਚੋਂ ਕੋਈ ਵੀ ਨਹੀਂ ਹੋਏਗਾ ਜਦੋਂ ਆਜ਼ਾਦੀ ਸੰਘਰਸ਼ ਦੀ ਆਪਾਂ ਗੱਲ ਕਰਦੇ ਹਾਂ, ਸੱਤਿਆਗ੍ਰਹਿਾਂ ਦੀਆਂ ਗੱਲ ਕਰਦੇ ਹਾਂ, ਜਾਂ ਉਦੋਂ ਵੀ ਗਰਮ ਦਲੀਏ ਨਰਮ ਦਲੀਏ ਸਾਰੇ ਹੀ ਆਪਣੇ ਆਪਣੇ ਢੰਗ ਦੇ ਨਾਲ ਜ਼ੋਰ ਲਗਾ ਰਹੇ ਸੀਗੇ। ਤੇ ਇੱਥੇ ਵੀ ਜਿਵੇਂ ਆਪਾਂ ਦੇਖਿਆ ਕਿ ਦੇਖ ਰਹੇ ਹਾਂ ਕਿ ਪੰਜਾਬ ਤੱਕ ਹੀ ਮੈਨੂੰ ਲੱਗਦਾ ਕਿ ਸਾਰੇ ਹਿੰਦੁਸਤਾਨ ਦਾ ਕਿਸਾਨ ਜਿਹੜਾ ਦਿੱਲੀ ਦੇ ਬਾਰਡਰਾਂ ਤੇ ਆਣ ਕੇ ਬੈਠਾ ਹੋਇਆ, ਤੇ ਇੱਕ ਵੱਖਰੇ ਢੰਗ ਦਾ ਸੱਤਿਆਗ੍ਰਹਿ ਚੱਲ ਰਿਹਾ ਜਿਹਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ, ਹੋਰ ਸਿਹਤ ਦੀਆਂ ਸੇਵਾਵਾਂ ਚੱਲ ਰਹੀਆਂ ਨੇ, ਕਈ ਢੰਗਾਂ ਦੀਆਂ ਹੋਰ ਸੇਵਾਵਾਂ ਚੱਲ ਰਹੀਆਂ ਨੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਿਰ ਜੋੜ ਕੇ ਬਹਿਣ ਦਾ ਸਾਨੂੰ ਮੌਕਾ ਜਿਹੜਾ ਮਿਲਿਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਪੂਰਾ ਪੰਜਾਬੀ ਤੇ ਸਮੁੱਚੇ ਰੂਪ 'ਚ ਜੇ ਅਸੀਂ ਗੱਲ ਕਰਦੇ ਖਾਸ ਤੇ ਸਿੱਖ ਜਗਤ ਤੇ ਉਹ ਸੰਸਥਾਵਾਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਘੋਲ ਨੂੰ ਐਡਾ ਬੜਾ ਬਲ ਦਿੱਤਾ। ਅਸੀਂ ਧੰਨਵਾਦੀ ਹਾਂ ਖਾਲਸਾ ਏਡ ਦਾ,
ਖਾਲਸਾ ਟੀਵੀ ਟਰਸਟ ਦਾ, ਜਿਨ੍ਹਾਂ ਦੀ ਬਹੁਤ ਵੱਡੀ ਪਹਿਲ ਕਦਮੀ ਅੱਜ ਉਹਨਾਂ ਨੇ ਦਿਖਾਈ ਹੈਗੀ ਆ ਤੇ ਜਿਹੜਾ ਬਹੁਤ ਵੱਡਾ ਕਾਰਜ ਕਰਨ ਜਾ ਰਹੇ ਨੇ, ਜਿਹੜੀ ਸਾਡੇ ਲਈ ਬੜੇ ਇੱਕ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਨੇ ਇਸ ਕਿਸਾਨ ਸੰਘਰਸ਼ ਇਸ ਅੰਦੋਲਨ ਦੇ ਵਿੱਚ ਆਏ ਹੋਏ ਜਿਹੜੇ ਸਾਡੇ ਵੀਰ ਬਜ਼ੁਰਗ ਜਿਹੜੇ ਸ਼ਹੀਦ ਹੋ ਗਏ ਨੇ। हाँ सॉरी मैं माफ़ी चाहूँगा। हाँ संगत टीवी, हाँ जी संगत टीवी ने जो बहुत बड़ा अज पहल कदमी की है। संगत टीवी ने संगत एड वालों संगत ट्रस्ट वालों एक सरदार महिंदर सिंह आलूवालिया ते भाई रणधीर सिंह होना दा इस संबंधी कॉल मैंने 2 दिन पहला भी आई सी कि जिन्ने भी किसान परिवार ने ਜਿਹੜੇ ਸ਼ਹੀਦੀਆਂ ਪਾ ਗਏ, ਜਿਨ੍ਹਾਂ ਦੇ ਬੱਚੇ ਜਾਂ ਬਜ਼ੁਰਗ, ਉਹਨਾਂ ਪਰਿਵਾਰਾਂ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ ਆਪਣੇ ਵੱਲੋਂ, ਇਸ ਟਰਸਟ ਵੱਲੋਂ, ਸੰਗਤ ਟਰਸਟ ਵੱਲੋਂ, ਜਿਨ੍ਹਾਂ ਨੇ ਅੱਜ ਇਸ ਸਟੇਜ ਤੋਂ ਐਲਾਨ ਵੀ ਕੀਤਾ ਹੈਗਾ ਹਰ ਇੱਕ ਪਰਿਵਾਰ ਨੂੰ 1-1 ਲੱਖ ਰੁਪਏ ਦੀ ਮਾਲੀ ਸਹਾਇਤਾ ਜਿਹੜੀ ਦੇਣ ਦਾ ਇਹਨਾਂ ਨੇ ਅੱਜ ਪ੍ਰਣ ਕੀਤਾ ਹੈਗਾ। ਇਹ ਇੱਕ ਬਹੁਤ ਵੱਡੀ ਪਹਿਲ ਕਦਮੀ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਆਪਣੇ ਭਰਾਵਾਂ ਨਾਲ ਖੜੇ ਨੇ। ਉਹਨਾਂ ਦੀ ਇਸ ਅੰਦੋਲਨ ਨੂੰ ਬਹੁਤ ਵੱਡੀ ਸਪੋਰਟ ਹੈਗੀ ਆ। ਜਿਨ੍ਹਾਂ ਪਰਿਵਾਰਾਂ ਦੀ ਉਹ ਜੀ ਚਲੇ ਗਏ ਨੇ ਉਹ ਵਾਪਸ नहीं हो सकते। बिल्कुल ये गल 100% ही आ। असीं भी जी जाके आए, शहीद जतिंदर सिंह दे भोग ते गए सी। गल ये कि गल कर लैनी सौखी, पर जिस वो सुहागण दा जिहड़ा सुहाग चला गया 40 दिन, महज 40 दिन 40 दिन होए सी ਉਹਦੇ ਵਿਆਹ ਨੂੰ, ਤੇ ਅਜੇ ਮੈਨੂੰ ਲੱਗਦਾ ਕਿ ਉਹਦੇ ਸੁਹਾਗ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਤੇ ਉਹ ਕੁਰਬਾਨ ਹੋ ਗਿਆ ਨੌਜਵਾਨ। ਉਹਦੀ ਮਾਂ ਦਾ ਵਿਰਲਾਪ, ਉਹਦੇ ਘਰ ਦਾ ਜਿਹੜਾ ਉਹ, ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਬਣਦਾ ਕੁਝ। ਭਾਈ ਸਾਹਿਬ ਤੁਸੀਂ ਵੀ ਸਾਰੇ ਕਿਸਾਨੀ ਸੰਘਰਸ਼ ਨੂੰ ਬੜੇ ਨੇੜਿਓਂ ਤੱਕਦੇ ਪਏ ਹੋ। ਇੱਥੇ ਕੁਝ ਮਾਨਵਤਾ ਦੀ ਗੱਲ ਹੈ, ਕਿਉਂਕਿ ਜਿਹੜਾ ਜੀ ਗਿਆ ਉਹਦਾ ਘਰ ਨੂੰ ਜੇ ਆਪਾਂ ਮਹਿਸੂਸ ਕਰੀਏ ਤੇ ਉਹ ਵਿਚਾਰੀ ਉਹ ਸਾਨੂੰ ਕਹਿ ਰਹੀ ਸੀ ਵੀ ਉਹਨੂੰ ਮੋਦੀ ਨੂੰ ਕੋ ਬੱਸ ਕਰੇ ਹੁਣ, ਹੋਰ ਕਿੰਨਿਆਂ ਦੇ ਤੂੰ ਮੇਰੇ ਵਰਗੀਆਂ ਦੇ ਹੋਰ ਸੁਹਾਗ ਨਾ ਉਜਾੜ। ਇਸ ਦਰਦ ਨੂੰ ਤੁਸੀਂ ਕਿਵੇਂ ਦੇਖਦੇ ਹੋ? ਬਹੁਤ ਹੀ ਦੁੱਖ ਦੀ ਗੱਲ ਹੈ ਜੀ ਕਿ ਜਿਹੜੇ ਆਏ ਹੋਏ ਵੀਰ ਸ਼ਹੀਦ ਹੋ ਰਹੇ ਆ, ਪੂਰੇ ਹੋ ਰਹੇ ਆ, ਕੁਝ ਠੰਡ ਦੇ ਕਾਰਨ, ਕੁਝ ਇੰਤਜ਼ਾਮ ਦੀ ਕਮੀ ਦੇ ਕਰਕੇ ਵੀ ਕਹਿ ਸਕਦੇ ਆ। ਤੇ ਹਾਲਾਂਕਿ ਸੰਗਤ ਦਾ ਬਹੁਤ ਵੱਡਾ ਯੋਗਦਾਨ ਆ, ਕਿਸੇ ਚੀਜ਼ ਦੀ ਉਹ ਘਾਟ ਨਹੀਂ ਆਉਣ ਦਿੰਦੇ, ਪਰ ਜਿਹੜੀ ਇੱਕ ਜੀ ਦੀ ਕਮੀ ਆ ਉਹ ਨਹੀਂ ਪੂਰੀ ਕੀਤੀ ਜਾ ਸਕਦੀ ਕਿਸੇ ਕੀਮਤ ਤੇ ਵੀ ਨਹੀਂ। ਹੁਣ ਜਿਸ ਦਾ 40 ਦਿਨ ਪਹਿਲਾਂ ਵਿਆਹ ਹੋਇਆ ਉਹਦੀ ਘਾਟ ਕਿੱਥੋਂ ਪੂਰੀ ਕਰ ਸਕਦੇ ਅਸੀਂ? ਕਿਸੇ ਕੀਮਤ ਤੇ ਵੀ ਉਹ ਘਾਟ ਨਹੀਂ ਪੂਰੀ ਹੋ ਸਕਦੀ। ਇਸ ਤਰ੍ਹਾਂ ਹੀ ਕਿਸੇ ਦਾ ਬਜ਼ੁਰਗ ਜਾ ਰਿਹਾ, ਕਿਸੇ ਦਾ ਭਰਾ ਜਾ ਰਿਹਾ, ਕਿਸੇ ਦਾ ਪੁੱਤ ਜਾ ਰਿਹਾ। ਇਹ ਚੀਜ਼ਾਂ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ। ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਸਰਕਾਰ ਦੇ ਲੱਗਦਾ ਕਿ ਜਿਵੇਂ ਕੋਈ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿਸੇ ਦਾ ਦੁੱਖ ਦਰਦ। ਹਾਲਾਂਕਿ ਜਿਹੜੀ ਪਬਲਿਕ ਆ ਉਹ ਸਰਕਾਰ ਦੀ ਆਪਣੀ ਰਈਅਤ ਹੁੰਦੀ ਆ, ਰਾਜੇ ਨੂੰ ਉਹਦਾ ਫਰਜ਼ ਬਣਦਾ ਕਿ ਆਪਣੀ ਰਈਅਤ ਦੀ ਗੱਲ ਸੁਣੇ। ਜੇ ਕਹਿੰਦੇ ਹੁੰਦੇ ਨਾ ਕਿ ਰਾਜਾ ਮਰ ਜਾਏ ਜੇ ਇਨਸਾਫ ਨਾ ਦੇਵੇ ਲੋਕਾਂ ਨੂੰ, ਰਈਅਤ ਮਰ ਜਾਏ ਧੋਖਾ ਰਾਜੇ ਨਾਲ ਕਮਾਵੇ। ਇੱਥੇ ਤਾਂ ਰਈਅਤ ਨਾਲ ਧੋਖਾ ਹੋ ਰਿਹਾ ਔਰ ਸਰਾਸਰ ਧੋਖਾ ਹੋ ਰਿਹਾ। ਉਹਨਾਂ ਸਰਕਾਰ ਦਾ ਫਰਜ਼ ਬਣਦਾ ਕਿ ਆਪਣੇ ਜਿਸ ਤਰ੍ਹਾਂ ਆਪਾਂ ਇੱਕ ਪਰਿਵਾਰ ਹੁੰਦਾ ਉਸ ਤਰ੍ਹਾਂ ਹੀ ਇੱਕ ਦੇਸ਼ ਹੁੰਦਾ, ਇੱਕ ਸੂਬਾ ਹੁੰਦਾ ਆ, ਉਹ ਸੁਣਨੀ ਚਾਹੀਦੀ ਆ ਗੱਲ ਔਰ ਜਲਦੀ ਤੋਂ ਜਲਦੀ ਇਹਦਾ ਨਿਪਟਾਰਾ ਕਰਨਾ ਚਾਹੀਦਾ। ਬਿਲਕੁਲ ਇਹਦਾ ਨਿਪਟਾਰਾ ਹੋਣਾ ਚਾਹੀਦਾ ਹੈ। ਬੜਾ ਦੁੱਖ ਦੀ ਰਾਗ ਹੈ ਜੀ ਇਹ ਜਿਹੜੀ, ਤੇ ਮੈਂ ਸਮਝਦਾ ਕਿ ਅਸੀਂ ਧੰਨਵਾਦੀ ਹਾਂ ਉਹਨਾਂ ਪਰਿਵਾਰਾਂ ਦੇ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੇ ਜਿਹੜੀਆਂ ਇਸ ਦੁੱਖ ਨੂੰ ਵੰਡਾ ਰਹੀਆਂ ਨੇ। ਆਪਣਾ ਰਣਜੀਤ ਸਿੰਘ ਜੀ ਪੰਜਾਬ ਦੀ ਕਹਾਵਤ ਵੀ ਹੈ ਨਾ ਕਿ ਦੁੱਖ ਵੰਡਾਈਏ ਤੇ ਘਟ ਜਾਂਦਾ ਤੇ ਖੁਸ਼ੀ ਵੰਡੀਏ ਤੇ ਵੱਧ ਜਾਂਦੀ ਆ। ਸੋ ਦੁੱਖ ਆਪਾਂ ਸਾਰੇ ਵੰਡਾ ਰਹੇ ਹਾਂ। ਤੁਸੀਂ ਆਪਣੇ ਘਰਾਂ 'ਚ ਬੈਠੇ ਜਿਹੜੇ ਇੱਥੇ ਨਹੀਂ ਸੀ ਆ ਸਕਦੇ ਕਿਸੇ ਢੰਗ ਦੇ ਨਾਲ, ਤੁਹਾਡਾ ਉਸ ਸਹਿਯੋਗ ਸੰਗਤ ਏਡ ਨੂੰ ਮਿਲ ਰਿਹਾ। ਸੰਗਤ ਏਡ ਇੱਥੇ ਉਹ ਸੇਵਾਵਾਂ ਕਰਦਾ ਹੀ ਪਈ ਹੈ, ਕਿਉਂਕਿ ਇੱਕ ਗੱਲ ਬੜੀ ਇਹਦੇ ਤੇ ਜ਼ਰੂਰੀ ਆ ਕਿ ਅੱਜ ਜੋ ਉਹਨਾਂ ਨੂੰ ਇਸ ਗੱਲ ਦੀ ਇੱਕ ਸਪੋਰਟ ਆ। ਤੇ ਸਭ ਤੋਂ ਵੱਡੀ ਗੱਲ ਰਣਜੀਤ ਸਿੰਘ ਜੀ ਮੈਂ ਸਮਝਦਾ ਕਿ ਇੱਕ ਫੀਲਿੰਗ ਹੁੰਦੀ ਹੈ ਨਾ ਕਿ ਮੇਰੇ ਨਾਲ ਕੋਈ ਹੈ। ਬਿਲਕੁਲ ਜੀ, ਅੱਜ ਦੇ ਸਮੇਂ 'ਚ ਜਿਵੇਂ ਸੰਗਤ ਏਡ ਇਸ ਗੱਲ ਲਈ ਸਾਹਮਣੇ ਆਈ ਹੈ, ਹੋਰ ਸੰਸਥਾਵਾਂ ਵੀ ਆ ਰਹੀਆਂ ਨੇ ਤੇ ਉਹ ਪਰਿਵਾਰਾਂ ਨੂੰ ਇੱਕ ਆਸਰਾ ਦੇਣ ਦਾ ਯਤਨ ਹੈ। ਉਹਨਾਂ ਨੂੰ ਇੱਕ ਇਹ ਵਿਸ਼ਵਾਸ ਦਿਵਾਉਣ ਦਾ ਯਤਨ ਹੈ ਕਿ ਜੇ ਪੁੱਤ ਚਲੇ ਗਿਆ, ਕਿਸੇ ਦਾ ਭਰਾ ਚਲੇ ਗਿਆ, ਕਿਸੇ ਦਾ ਬਜ਼ੁਰਗ ਚਲੇ ਗਿਆ, ਕਿ ਸਮੁੱਚੀ ਜਿਹੜੀ ਮਾਨਵਤਾ ਆ ਤੇ ਮਾਨਵਤਾ ਦੀ ਸੇਵਾ ਵਾਲੇ ਲੋਕ ਨੇ, ਉਹ ਸੰਸਥਾਵਾਂ ਨੇ, ਜੇ ਉਹਨਾਂ ਨੇ ਇਹ ਕੁਰਬਾਨੀ ਇਸ ਸੰਘਰਸ਼ ਲਈ ਤੇ ਮਨੁੱਖਤਾ ਲਈ ਜਿਹੜੇ ਕੁਰਬਾਨ ਹੋਏ ਨੇ, ਤੇ ਸਾਡੀ ਜਿਹੜੀ ਸੱਚੀ ਸ਼ਰਧਾ ਵੀ ਇਹੀ ਹੈਗੀ ਆ, ਸ਼ਰਧਾਂਜਲੀ ਵੀ ਇਹੀ ਹੈ ਕਿ ਉਹਨਾਂ ਪਰਿਵਾਰਾਂ ਨੂੰ ਅਸੀਂ ਸਾਂਭੀਏ।
ਤੇ ਜਿਹੜੀ ਸੰਗਤ ਏਡ ਹੈਗਾ ਟਰਸਟ ਉਹਦਾ ਇੱਕ ਅਹਿਮ ਯੋਗਦਾਨ ਆ ਇਸ ਕੜੀ ਦੇ ਵਿੱਚ ਉਹ ਆਪਣਾ ਪੂਰਨ ਜਿਹੜਾ ਯੋਗਦਾਨ ਨਿਭਾ ਰਿਹਾ ਤੇ ਇਸ ਕਰਕੇ ਸੰਗਤ ਏਡ ਟਰਸਟ ਦਾ ਅਸੀਂ ਬਹੁਤ ਧੰਨਵਾਦੀ ਹਾਂ ਸਰਦਾਰ ਮਹਿੰਦਰ ਸਿੰਘ ਹੁਣਾਂ ਦੇ ਜਿਨ੍ਹਾਂ ਦਾ ਇੱਕ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ। ਬਿਲਕੁਲ ਇਹ ਸਾਰੇ ਟਰਸਟ ਵੱਲੋਂ ਸਾਰੇ ਟਰਸਟੀ ਸਾਹਿਬਾਨ ਵੱਲੋਂ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜਿਨ੍ਹਾਂ ਨੇ ਕਿ ਬੜੇ ਗੰਭੀਰਤਾ ਦੇ ਨਾਲ ਇਸ ਮਸਲੇ ਨੂੰ ਲਿਆ ਕਿਉਂਕਿ ਜਦੋਂ ਵੀ ਕਿਤੇ ਔਖੀ ਘੜੀ ਆਉਂਦੀ ਹੈ ਆਪਾਂ ਜਾਣਦੇ ਹਾਂ ਕਿ ਚਾਹੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਜਾਂ ਨੇਪਾਲ 'ਚ ਭੂਚਾਲ ਆਇਆ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ ਦਾ ਜਿਹੜਾ ਸੰਦੇਸ਼ਾ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਤੇ ਇੱਥੇ ਤਾਂ ਸਾਡਾ ਆਪਣੇ ਘਰ ਦਾ ਮਸਲਾ ਬਣ ਗਿਆ ਪੰਜਾਬ ਦੇ ਮਸਲਾ ਬਣ ਗਿਆ ਕਿਸਾਨੀ ਦਾ ਮਸਲਾ ਬਣ ਗਿਆ ਧਰਤੀ ਦੇ ਪੁੱਤਰਾਂ ਦਾ ਮਸਲਾ ਬਣ ਗਿਆ ਤੇ ਜਿਹੜੇ ਕੁਰਬਾਨ ਹੋ ਰਹੇ ਨੇ ਉਹਨਾਂ ਨੂੰ ਸਾਂਭਣਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ। ਭਾਈ ਸਾਹਿਬ ਜੀ ਤੁਸੀਂ ਵੀ ਬੜੇ ਨਜ਼ਦੀਕ ਤੋਂ ਇਹ ਸਾਰਾ ਦੇਖ ਰਹੇ ਹੋ ਇਸ ਸੰਘਰਸ਼ ਨੂੰ ਅੱਗੇ ਵਧਦੇ ਆ ਇਹਦੇ ਵਿੱਚ ਇਹ ਜਿਵੇਂ ਸਾਡੀਆਂ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਜਾ ਰਹੀਆਂ ਨੇ ਤੇ ਇੱਕ ਗੱਲ ਦਾ ਮੈਨੂੰ ਜਿਹੜਾ ਪਰਸਨਲੀ ਬੜਾ ਦੁੱਖ ਹੋਇਆ ਕਿ ਜਿਹੜੇ ਵਕੀਲ ਸਾਹਿਬ ਨੇ ਜਿਹੜਾ ਅਸੀਂ ਆਤਮਦਾਹ ਕੀਤਾ ਸੋ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦੇ ਪਰਤਾਈ ਵੀ ਮੈਂ ਚਾਹਾਂਗੇ ਤੁਸੀਂ ਕੋਈ ਆਪਣੇ ਵੱਲੋਂ ਵਿਚਾਰ ਕਰੋ। ਬਿਲਕੁਲ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਆ ਕਿ ਇਹ ਜਿਹੜੇ 3 ਆਰਡੀਨੈਂਸ ਇਹਨਾਂ ਨੇ ਸਾਡੇ ਤੇ ਲਾਗੂ ਕੀਤੇ ਆ ਇਹਨੂੰ ਕਰਨੇ ਹੀ ਨਹੀਂ ਚਾਹੀਦੇ ਸੀਗੇ ਕਿਉਂਕਿ ਕਿਸਾਨੀ ਜਿਹੜੀ ਆ ਕਿਸਾਨੀ ਦੇ ਸਿਰ ਤੇ ਹੀ ਸਾਰਾ ਵਜੂਦ ਆ। ਕਿਸਾਨੀ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੋ ਸਕਦਾ ਕਿਉਂਕਿ ਸਵੇਰੇ ਉੱਠ ਕੇ ਜੋ ਵੀ ਅਸੀਂ ਖਾਣੇ ਪੀਂਦੇ ਆ ਉਹ ਇੱਕ ਕਿਸਾਨ ਹੀ ਪੈਦਾ ਕਰਦਾ ਆ। ਇਹ 3 ਆਰਡੀਨੈਂਸ ਲੈ ਕੇ ਸਰਕਾਰ ਨੇ ਇੱਕ ਕਿਸਾਨੀ ਨੂੰ ਮਾਰਨ ਵਾਸਤੇ ਇਹ ਜਿਹੜੇ ਆਰਡੀਨੈਂਸ ਸਾਡੇ ਤੇ ਲਿਆਂਦੇ ਆ ਇਹ ਬਿਲਕੁਲ ਉਹਦੀ ਸੋਚ ਗਲਤ ਸੀਗੀ। ਜਿਹੜੇ ਮੇਰੇ ਵੀਰ ਇੱਥੇ ਆਣ ਕੇ ਇਹ ਪੂਰੇ ਹੋ ਰਹੇ ਆ ਉਹ ਵੀ ਇਹ ਸਰਕਾਰ ਦੇ ਹੀ ਕਾਰਨ ਹੋ ਰਹੇ ਆ। ਜੇ ਆਰਡੀਨੈਂਸ ਨਾ ਹੁੰਦੇ ਇਸ ਅੰਦੋਲਨ ਦੇ ਵਿੱਚ ਕੋਈ ਨਹੀਂ ਆਉਣਾ ਸੀਗਾ। ਇਹ ਇੰਨੀ ਸਰਕਾਰ ਸੋਚ ਲੈਂਦੀ ਕਿ ਜਦੋਂ ਪੰਜਾਬ ਦੇ ਵਿੱਚ ਅੰਦੋਲਨ ਚੱਲਿਆ ਆ 2 ਮਹੀਨੇ ਅੰਦੋਲਨ ਚੱਲਿਆ ਇਹਨਾਂ ਨੂੰ ਉਸ ਵੇਲੇ ਕੋਈ ਨਾ ਕੋਈ ਫੈਸਲਾ ਦੇ ਦੇਣਾ ਚਾਹੀਦਾ ਸੀ। ਚਲੋ ਜੇ ਅੱਜ ਤੱਕ ਵੀ ਨਹੀਂ ਹੈਗਾ ਜੇ ਜਥੇਬੰਦੀਆਂ ਨੇ ਉਹਨਾਂ ਨੇ ਕੱਲ ਸੱਦਿਆ ਆ ਕਿ ਸਰਕਾਰ ਨੂੰ ਚਾਹੀਦਾ ਆ ਕਿ ਇਹ ਜਿਹੜਾ ਆਰਡੀਨੈਂਸ ਆ ਇਹਨੂੰ ਵਾਪਸ ਲੈ ਲਵੇ ਇਸ ਅੰਦੋਲਨ ਨੂੰ। ਚਲੋ ਜਿਹੜੀਆਂ ਜਾਨਾਂ ਚੱਲ ਗਈਆਂ ਆ ਗਾਂ ਦਾ ਤਾਂ ਸੋਚ ਲਵੇ ਨਾ ਹੋਰ ਕੋਈ ਜਾਨ ਨਾ ਜਾਵੇ ਕਿਸੇ ਮਾਂ ਦਾ ਪੁੱਤ ਕਿਤੇ ਸੁਹਾਗਣ ਦਾ ਸੁਹਾਗ ਇਸ ਦੁਨੀਆ ਤੋਂ ਨਾ ਜਾਵੇ। ਅਸੀਂ ਤਾਂ ਇਹੀ ਕਹਿ ਰਹੇ ਹਾਂ ਕਿ ਜਿੰਨੀ ਵੀ ਸੰਗਤ ਆਈ ਆ ਵੀ ਆਪਣੇ ਪਰਿਵਾਰਾਂ ਦਾ ਤੇ ਆਪਣੀ ਜਾਨ ਦਾ ਪੂਰਾ ਖਿਆਲ ਰੱਖੋ ਕਿਉਂਕਿ ਇਹ ਅੰਦੋਲਨ ਆ ਇਹ ਪਤਾ ਨਹੀਂ ਜੇ ਸਰਕਾਰ ਨਾ ਮੰਨੇ ਕਿੰਨਾ ਲੰਮਾ ਜਾਣਾ ਆ ਪਰ ਸਾਨੂੰ ਆਪਣਾ ਖਿਆਲ ਆਪ ਰੱਖਣਾ ਚਾਹੀਦਾ। ਬਿਲਕੁਲ ਜਿੱਥੇ ਆਪਣਾ ਖਿਆਲ ਵੀ ਰੱਖੀਏ ਇੱਥੇ ਇੱਕ ਪਿੱਛੇ ਤਸਵੀਰ ਲੱਗੀ ਹੋਈ ਹੈ ਪੋਸਟਰ ਲੱਗਾ ਹੋਇਆ ਉਹ ਮੈਂ ਸਮਝਦਾ ਬਹੁਤ ਕੁਝ ਬਿਆਨ ਕਰਦਾ ਪਿਆ। ਹਾਂਜੀ ਕਿਸਾਨਾਂ ਦਾ ਕਾਤਲ ਕੌਣ ਇੱਕ ਬੜਾ ਵੱਡਾ ਸਵਾਲ ਹੈ ਤੇ ਇਹਦਾ ਜਵਾਬ ਹੁਣੇ ਭਾਈ ਸਾਹਿਬ ਨੇ ਸਾਡੇ ਨਾਲ ਸਾਂਝਾ ਕੀਤਾ। ਇਹ ਜਿਹੜੇ ਬਜ਼ੁਰਗਾਂ ਦੀ ਵੀਰਾਂ ਦੀਆਂ ਤਸਵੀਰਾਂ ਲੱਗੀਆਂ ਥੋੜਾ ਜਿਹਾ ਇਹਨਾਂ ਬਾਰੇ ਦੱਸ ਦਿਓ ਜੀ। ਹਾਂਜੀ ਇਹ ਜਿਹੜੇ ਅੰਦੋਲਨ ਦੇ ਵਿੱਚ ਗਏ ਆ ਜਾਨਾਂ ਗਈਆਂ ਇਹ ਉਹਨਾਂ ਦੀਆਂ ਤਸਵੀਰਾਂ ਜੀ। ਹਾਂਜੀ ਸੋ ਇਹ ਰਣਜੀਤ ਸਿੰਘ ਜੀ ਵੇਖੋ ਨੌਜਵਾਨ ਵੀ ਨੇ ਹੱਸਦੇ ਹੱਸਦੇ ਚਿਹਰੇ ਜਿਹੜੇ ਨੇ ਮੈਂ ਸਮਝਦਾ ਕਿ ਬੜੇ ਵੱਡਾ ਘਾਟਾ ਵੀਰ ਜੀ ਪੰਜਾਬ ਦੇ ਲਈ ਕੀ ਮਤਲਬ ਜਿੰਨੀਆਂ ਸਟੇਟਾਂ ਵੀ ਸਾਡੇ ਨਾਲ ਲੜ ਰਹੀਆਂ ਨੇ ਇਸ ਅੰਦੋਲਨ ਲਈ ਇਹ ਬਹੁਤ ਵੱਡਾ ਜਿਹੜਾ ਘਾਟਾ ਪੈ ਰਿਹਾ ਸਾਨੂੰ। ਸਾਡੇ ਵੀਰ ਵਿਛੜ ਰਹੇ ਨੇ ਮਤਲਬ ਜਦੋਂ ਇੱਥੋਂ ਆਰਥੀਆਂ ਜਾਂਦੀਆਂ ਨੇ ਤੇ ਉਹ ਬਹੁਤ ਦੁੱਖ ਵਾਲਾ ਸਮਾਂ ਹੈ ਉਹ ਬਹੁਤ ਦੁੱਖ ਵਾਲਾ ਸਮਾਂ ਹੈ ਤੇ ਅਸੀਂ ਜਵਾਨੀ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਉਹ ਇੱਥੇ ਡੈਕ ਲਾ ਕੇ ਕਈ ਵਾਰੀ ਉਹ ਜਸ਼ਨ ਦਾ ਮਾਹੌਲ ਵੀ ਰਾਤਾਂ ਨੂੰ ਕ੍ਰੀਏਟ ਕਰਦੇ ਨੇ ਇਸ ਦੁੱਖ ਦੀ ਘੜੀ ਵਿੱਚ ਸਾਡਾ ਇਹ ਸੰਘਰਸ਼ ਆ ਸਾਨੂੰ ਇਹੋ ਜਿਹਾ ਮਾਹੌਲ ਬਿਲਕੁਲ ਨਹੀਂ ਕ੍ਰੀਏਟ ਕਰਨਾ ਚਾਹੀਦਾ ਕਿਉਂਕਿ ਸਾਡੇ ਲਈ ਬੜਾ ਇਸ ਟਾਈਮ ਬਹੁਤ ਪੀੜਾ ਦਾ ਸਮਾਂ ਹੈ ਤੇ ਪਰ ਉਹ ਸ਼ਹੀਦਾਂ ਨੂੰ ਯਾਦ ਕਰਕੇ ਸਾਨੂੰ ਉਦਾਸ ਨਹੀਂ ਹੋਣਾ ਚਾਹੀਦਾ। ਸਾਨੂੰ ਦ੍ਰਿੜ ਨਿਸ਼ਚਾ ਕਰਨਾ ਚਾਹੀਦਾ ਕਿ ਅਸੀਂ ਜਿੱਤ ਕੇ ਜਾਈਏ। ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਉਹ ਇਹੋ ਹੀ ਹੋਊਗੀ ਕਿ 3 ਕਾਨੂੰਨ ਅਸੀਂ ਰੱਦ ਕਰਵਾ ਕੇ ਜਾਵਾਂਗੇ। ਉਹਨਾਂ ਸ਼ਹੀਦਾਂ ਨੂੰ ਸਾਡੀ ਜਿਹੜੀ ਸੱਚੀ ਸ਼ਰਧਾਂਜਲੀ ਆ ਉਹ ਇਹੀ ਆ ਤੇ ਉਹਦੇ ਲਈ ਵੀਰ ਜੀ ਅਸੀਂ ਦ੍ਰਿੜਤਾ ਦੇ ਨਾਲ ਪਹਿਰਾ ਦੇਵਾਂਗੇ ਇਹੋ ਜੀ ਕਹਿ ਸਕਦੇ ਆ। ਹੋਰ ਵੀਰ ਜੀ ਬਿਲਕੁਲ ਉਸ ਮਾਂ ਦਾ ਵੀ ਇਹੀ ਸੀ। ਮੈਂ ਉਹਦੇ ਅਲਫਾਜ਼ ਜੇ ਸਾਂਝੇ ਕਰਾਂ ਆਪ ਜੀ ਦੇ ਨਾਲ ਸ਼੍ਰੀ ਜਤਿੰਦਰ ਸਿੰਘ ਦੀ ਮਾਤਾ ਦਾ ਉਹ ਇਹੀ ਕਹਿੰਦੀ ਸੀ ਕਿ ਮੈਂ ਚਾਹਾਂਗੀ ਕਿ ਹੋਰ ਵੀ ਨੌਜਵਾਨ ਵੀਰ ਜਿਹੜੇ ਉੱਥੇ ਜਾਣ ਤੇ ਮੋਰਚਾ ਜਿੱਤ ਕੇ ਆਉਣ। ਮੇਰੇ ਕਾਲਜੇ ਨੂੰ ਠੰਡ ਪਏ ਵੀਰ ਜੀ ਜੇ ਮੇਰਾ ਪੁੱਤ ਲਿਖੇ ਲੱਗਾ ਤੇ ਬਾਜੀ ਜਿੱਤ ਕੇ ਆਏ। ਵੀਰ ਜੀ ਨਮਨ ਹੈ ਉਸ ਮਾਂ ਨੂੰ ਨਮਨ ਹੈ ਜਿਹਦਾ ਪੁੱਤ ਵੀ ਚਲ ਗਿਆ ਘਰੋਂ ਜਿਹਦਾ ਘਰ ਖਾਲੀ ਹੋ ਗਿਆ ਫਿਰ ਵੀ ਉਹਨੂੰ ਅੱਜ ਇਸ ਅੰਦੋਲਨ ਦੀ ਜਿੰਤਾ ਹੈ। ਸਾਡੇ ਮਤਲਬ ਸਾਡਾ ਇਤਿਹਾਸ ਹੈ ਵੀਰ ਜੀ ਜਿਹੜਾ ਸਾਡਾ ਇਤਿਹਾਸ ਆ ਜਿਸ ਦਿਨਾਂ ਵਿੱਚ ਅਸੀਂ ਗੁਜ਼ਰ ਰਹੇ ਆ ਇਹ ਕੁਰਬਾਨੀਆਂ ਭਰਿਆ ਇਤਿਹਾਸ ਆ। ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ ਉਹ ਇਤਿਹਾਸ ਸਾਨੂੰ ਬਲ ਦਿੰਦਾ। ਉਸ ਬਲ ਦੇ ਨਾਲ ਅਸੀਂ ਲੜ ਰਹੇ ਆ। ਉਸ ਮਾਂ ਨੂੰ ਬਲ ਜਿਹੜਾ ਮਿਲਿਆ ਉਹ ਵੀ ਇਸ ਇਤਿਹਾਸ ਤੋਂ ਮਿਲਿਆ। ਧੰਨ ਆ ਉਹ ਮਾਂ ਉਸ ਮਾਂ ਨੂੰ ਅਸੀਂ ਨਮਨ
ਨਮਨ ਕਰਦੇ ਹਾਂ, ਜਿਹਦਾ ਪੁੱਤ ਵੀ ਵਿਛੜ ਗਿਆ ਪਰ ਅੱਜ ਉਸ ਦੀ ਜ਼ੁਬਾਨ ਤੇ ਫਿਰ ਇਹ ਸ਼ਬਦ ਆ ਕਿ ਅਸੀਂ ਅੰਦੋਲਨ ਜਿੱਤ ਕੇ ਆਈਏ। ਇਹ ਬਹੁਤ ਵੱਡੀ ਗੱਲ ਹੈ। ਨਮਨ ਆ ਵੀਰ ਜੀ ਬਹੁਤ ਸਮਾਨ। ਬਿਲਕੁਲ ਸੱਚ ਹੈ। ਗੱਲ ਇਹ ਆ ਕਿ ਸੀਸ ਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਗੱਲ ਜੂਝਣ ਦੀ ਹੈ, ਇਹ ਜਿਹੜੇ ਸ਼ਹੀਦ ਹੋ ਰਹੇ ਨੇ। ਪਰ ਇੱਥੇ ਜ਼ਰੂਰ ਇੱਕ ਮੈਂ ਸਮਝਦਾ, ਮੈਂ ਵੀ ਅਪੀਲ ਕਰਨਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਵੀ ਸਾਰਿਆਂ ਨੂੰ ਇਹ ਅਪੀਲ ਆ ਕੇ ਸੁਸਾਈਡ ਵਰਗਾ ਜਾਂ ਇਦਾਂ ਦਾ ਸਟੈਪ ਹੁਣ ਨਾ ਚੁੱਕੋ। ਇਹ ਗੱਲ ਵੇਲਾ ਜੂਝਣ ਦਾ ਜੀ। ਹਾਂ ਬਿਲਕੁਲ ਵੀਰ ਜੀ, ਪਿਛਲੇ ਦਿਨੀ ਸੰਤ ਰਾਮ ਸਿੰਘ ਹੁਣਾਂ ਨੇ ਜਿਹੜਾ ਪਹਿਲਾਂ ਸੁਸਾਈਡ ਕਰ ਗਏ ਨੇ, ਇਹ ਬਹੁਤ ਦੁਖਦਾਈ ਸੀ। ਉਸ ਤੋਂ ਬਾਅਦ ਸਾਡੇ ਸੁਪਰੀਮ ਕੋਰਟ ਦੇ ਮਾਨਯੋਗ ਵਕੀਲ ਸੀਗੇ ਜਿਨ੍ਹਾਂ ਦੀ ਸਾਨੂੰ ਬਹੁਤ ਵੱਡੀ ਸਪੋਰਟ ਸੀਗੀ, ਉਹ ਸੁਸਾਈਡ ਕਰ ਗਏ ਨੇ। ਇਹ ਵੀਰ ਜੀ ਸਾਡੇ ਲਈ ਜਿਹੜਾ ਰੁਝਾਨ ਆ ਸਾਡੀ ਕੌਮ ਲਈ ਜਾਂ ਸਾਡੇ ਵਿਰਸੇ ਵਿੱਚ ਨਹੀਂ। ਅਸੀਂ ਸੁਸਾਈਡ ਵੱਲ ਜਾਣ ਵਾਲੇ ਲੋਕ ਨਹੀਂ। ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਆ। ਅਸੀਂ ਜੂਝਣਾ ਜਾਣਦੇ ਆ। ਅਸੀਂ ਜੂਝਾਂਗੇ, ਉਹਦੇ ਜੋ ਵੀ ਨਤੀਜੇ ਨਿਕਲਣ ਉਹ ਭਵਿੱਖ ਜਾਣਦਾ ਹੈ, ਉਹ ਸਤਿਗੁਰ ਜਾਣਦੇ ਨੇ ਭਵਿੱਖ ਵਿੱਚ ਕੀ ਹੋਣਾ। ਅਸੀਂ ਜੂਝਾਂਗੇ ਸੁਸਾਈਡ ਵਾਲੇ ਪਾਸੇ ਨੂੰ, ਇਸ ਅਦਾਸੀ ਵਿੱਚ ਜਾਣਾ। ਇਹ ਸਾਡਾ ਗੁਰੂ ਨਹੀਂ ਸਾਨੂੰ ਸਮਝਾਉਂਦਾ, ਸਾਡੀ ਫਿਲਾਸਫੀ ਸਾਡੀ ਵਿਚਾਰਧਾਰਾ ਸਾਨੂੰ ਇਹ ਸਮਝਾਉਂਦੀ ਨਹੀਂ ਵੀਰ ਜੀ। ਤੇ ਇਸ ਕਰਕੇ ਮਨ ਵਿੱਚ ਸੁਸਾਈਡ ਦਾ ਖਿਆਲ ਬਿਲਕੁਲ ਨਹੀਂ ਲਿਆਉਣਾ ਚਾਹੀਦਾ ਤੇ ਸਾਨੂੰ ਦ੍ਰਿੜਤਾ ਦੇ ਨਾਲ ਲੜਨਾ ਚਾਹੀਦਾ ਵੀਰ ਜੀ, ਜੋ ਸਾਡੇ ਵਿਰਸੇ ਨੇ, ਸਾਡੇ ਸਤਿਗੁਰਾਂ ਨੇ ਸਾਨੂੰ ਸਮਝਾਇਆ ਵੀਰ ਜੀ। ਬਿਲਕੁਲ ਇੱਕ ਗੱਲ ਇਹ ਵੀ ਹੈ ਕਿ ਕਾਫੀ ਮਹੀਨੇ ਪਹਿਲਾਂ ਸ਼ਾਇਦ ਸੰਗਤ ਜੀ ਆਪਾਂ ਗੱਲ ਵੀ ਕੀਤੀ ਸੀ ਇੱਕ ਦਿਨ ਕਿ ਅੰਨਦਾਤਾ ਕੋ ਖਾਵੇ ਜ਼ਹਿਰ। ਪਰ ਇਸ ਸੰਘਰਸ਼ ਦੇ ਦੌਰਾਨ ਇਸ ਗੱਲ ਦੇ ਵਿੱਚ ਕਾਫੀ ਠੱਲ ਪਈ ਹੈ, ਕਿਉਂਕਿ ਹੁਣ ਸਾਡੀ ਉਹ ਜ਼ਮੀਰ ਲੜਨ ਵਾਲੀ ਥੋੜੀ ਜਾਗੀ ਹੈ। ਪਹਿਲਾਂ ਆਮ ਤੌਰ ਤੇ ਆਪਾਂ ਨੂੰ ਇਹ ਘਟਨਾਵਾਂ ਸੁਣਦੇ ਸੀ ਰੋਜ਼ਾਨਾ ਹੀ, ਇੱਕ ਜਾਂ ਦੋ ਜਿਹੜੇ ਕਿਸਾਨ ਸੀ ਉਹ ਇਸ ਢੰਗ ਦੇ ਨਾਲ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਹੇ ਸਨ। ਸੋ ਮੈਂ ਸਮਝਦਾ ਕਿ ਇਸ ਗੱਲ ਦਾ ਜਿਹੜਾ ਫਰਕ ਪਿਆ ਤੇ ਇਹਦਾ ਇੰਪੈਕਟ ਪੰਜਾਬ ਦੀ ਇਕਨੋਮੀ ਦੀ ਜੇਕਰ ਗੱਲ ਕਰੀ, ਕਿਉਂਕਿ ਜਿਹੜਾ ਸਿਸਟਮ ਬਣਿਆ ਹੋਇਆ ਸੀ, ਕਿਸਾਨੀ ਦਾ ਪਹਿਲਾਂ ਹੀ ਘਾਟੇ ਦਾ ਸੌਦਾ ਸੀ, ਆਪਾਂ ਸਾਰੇ ਜਾਣਦੇ ਹਾਂ। ਉਹਨਾਂ ਦੇ ਉੱਤੋਂ ਇਹ ਐਡੀ ਵੱਡੀ ਹੋਰ ਆਫਤ ਆਣ ਪਈ ਕਿ ਕਿਸਾਨਾਂ ਨੂੰ ਉਹਨਾਂ ਹਾਲਾਤਾਂ 'ਚ ਫਿਰ ਇੱਥੇ ਆਣ ਕੇ ਬੈਠਣਾ ਪਿਆ। ਤੇ ਇਹਨੂੰ ਹੁਣ ਕੀ ਦੇਖਦੇ ਹੋ ਕਿ ਆਫਟਰ ਆਲ ਉਹ ਇਕਨੋਮੀ ਨੂੰ ਵੀ ਸਾਨੂੰ ਉੱਪਰ ਲੈ ਕੇ ਆਉਣਾ ਪਏਗਾ, ਉਹਨਾਂ ਕਿਸਾਨਾਂ ਬਾਰੇ ਵੀ ਸੋਚਣਾ ਪਏਗਾ। ਇਹਦੀ ਕਿਸ ਢੰਗ ਦਾ ਨਾਲ ਵਿਚਾਰ ਚਰਚਾ ਵੀਰ ਜੀ, ਪਹਿਲਾਂ ਕਈ ਵਾਰੀ ਜਦੋਂ ਤੁਸੀਂ ਹੁਣ ਵੀ ਗੱਲ ਕੀਤੀ ਹੈਗੀ ਕਿ ਅੰਦੋਲਨ ਐਡਾ ਵੱਡਾ ਜਿਹੜਾ ਇਹਦਾ ਕਾਰਨ ਇੱਕ ਵੀਰ ਜੀ ਹੋਰ ਬਹੁਤ ਵੱਡਾ ਹੈਗਾ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਕਿਸਾਨੀ ਦੇ ਉੱਪਰ ਐਡਾ ਬੜਾ ਹਮਲਾ ਹੋਇਆ। ਇਹ ਜਿੰਨਾ ਵੱਡਾ ਹਮਲਾ ਹੈ ਉਨਾ ਹੀ ਵੱਡਾ ਅੰਦੋਲਨ ਹੈ। ਜਿਵੇਂ 1906 ਦੇ ਵਿੱਚ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ, ਜੇ ਤੁਸੀਂ ਸੱਚਮੁੱਚ ਇਸ ਗੱਲ ਨੂੰ ਸਵੀਕਾਰੋ ਤੇ ਅਸਲ ਇਹ ਹੈਗਾ ਕਿ ਉਹ ਭਗਤ ਸਿੰਘ ਦੇ ਚਾਚਾ ਜੀ ਨਹੀਂ, ਭਗਤ ਸਿੰਘ ਉਹਨਾਂ ਦਾ ਭਤੀਜਾ ਸੀ, ਕਿਉਂਕਿ ਸਰਦਾਰ ਅਜੀਤ ਸਿੰਘ ਦਾ ਕੱਦ ਐਡਾ ਉੱਚਾ ਸੀ, ਉਹਨਾਂ ਦੀਆਂ ਐਡੀਆਂ ਬੜੀਆਂ ਕੁਰਬਾਨੀਆਂ ਸੀ, ਉਹਨੇ ਐਡੇ ਵੱਡੇ ਅੰਦੋਲਨ ਲੜੇ ਨੇ ਤੇ ਭਗਤ ਸਿੰਘ ਉਹਨਾਂ ਤੋਂ ਬਲ ਲੈ ਕੇ, ਉਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਆਇਆ ਹੈ। ਇਸ ਕਰਕੇ ਵੀਰ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਨੂੰ ਅੱਗੇ ਲੈ ਕੇ ਆਉਣ ਦੇ ਲਈ ਸਾਨੂੰ ਖੁਦ ਵੀ ਸੁਚੇਤ ਹੋਣਾ ਪਊਗਾ, ਸਾਨੂੰ ਫਸਲੀ ਚੱਕਰ ਨੂੰ ਵੀ ਬਦਲਣਾ ਪਊਗਾ, ਸਾਨੂੰ ਕਈ ਨਵੀਆਂ ਨੀਤੀਆਂ ਵੀ ਅਪਣਾਉਣੀਆਂ ਪੈਣਗੀਆਂ। ਪਰ ਉਹਨਾਂ ਸਭ ਤੋਂ ਪਹਿਲਾਂ ਅਸੀਂ ਤਾਂ ਪਹਿਲਾਂ ਕਿਸਾਨੀ ਜਿਹੜੀ ਉਹ ਮਾਰ ਚੱਲ ਰਹੀ ਆ, ਸਭ ਤੋਂ ਜਿਹੜਾ ਪਹਿਲਾ ਕੰਮ ਆ ਜਿਹੜੇ ਇਹ ਕਾਲੇ ਕਾਨੂੰਨ ਨੇ, ਪਹਿਲਾਂ ਉਹਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਇਹ ਅਸੀਂ ਅਗਲੀ ਗੱਲ ਸੋਚ ਸਕਦੇ ਹਾਂ ਵੀਰ ਜੀ। ਅੱਜ ਤਾਂ ਅਸੀਂ ਮਤਲਬ ਕਹਿ ਲਓ ਕਿ ਉਸ ਸਿਖਰ ਤੇ ਖੜੇ ਆ ਜਿੱਥੋਂ ਮੁੜਿਆ ਨਹੀਂ ਜਾ ਸਕਦਾ। ਜੇ ਅਸੀਂ ਅੱਜ ਇਹ ਅੰਦੋਲਨ ਹਾਰ ਜਾਵਾਂਗੇ, ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਕਾਮੇ ਬਣ ਜਾਾਂਗੇ। ਹੋ ਸਕਦਾ ਕਿ ਸਾਨੂੰ ਇਹ ਕੰਪਨੀਆਂ ਕਾਮੇ ਵੀ ਨਾ ਰੱਖਣ, ਕਿਉਂ ਇਹ ਪੂਰਬੀਆਂ ਦੇ ਜਾਂ ਅਦਰ ਸਟੇਟ ਤੋਂ ਨੌਕਰ ਸਸਤੇ ਮਿਲ ਸਕਦੇ ਨੇ, ਵੱਧ ਕੰਮ ਕਰਨ ਵਾਲੇ ਮਿਲ ਸਕਦੇ, ਉਹਨਾਂ ਨੂੰ ਲੈ ਕੇ ਆਉਣਗੇ। ਅਸੀਂ ਬਿਲਕੁਲ ਆਵਾਜ਼ਾਰ ਹੋ ਜਾਾਂਗੇ। ਬਿਲਕੁਲ ਸਾਨੂੰ ਇਥੋਂ ਪਲਾਇਨ ਕਰਨਾ ਪੈ ਜਾਊਗਾ। ਇਹ ਹੋ ਸਕਦਾ ਇਹ ਪੰਜਾਬ ਦੀ ਜਾਂ ਇਹ ਉੱਤਰੀ ਭਾਰਤ ਦੀਆਂ ਜਿਵੇਂ ਸਾਰੀਆਂ ਸਟੇਟਾਂ ਲੜ ਰਹੀਆਂ ਨੇ, ਸਾਡੀ ਹੋਂਦ ਮਿਟ ਜਾਏ। ਇਹ ਸਾਡੀ ਹੋਂਦ ਦੀ ਲੜਾਈ ਇਸ ਕਰਕੇ ਆ ਵੀਰ ਜੀ। ਬਿਲਕੁਲ ਸਾਡੀ ਹੋਂਦ ਦੀ ਲੜਾਈ ਹੈ ਤੇ ਸਾਰਾ ਆਵਾਮ ਲੜ ਰਿਹਾ, ਸਾਰੇ ਲੋਕ ਖੜੇ ਹੋਏ ਨੇ। ਮੈਂ ਸਮਝਦਾ ਪੂਰਾ ਉੱਤਰ ਭਾਰਤ ਤਾਂ ਖੜਾ ਹੀ ਹੋਇਆ, ਬਲਕਿ ਜੇ ਆਪਾਂ ਗੱਲ ਕਰੀਏ ਪੱਛਮ ਤੋਂ ਤੇ ਸਾਊਥ ਤੋਂ ਵੀ ਕਿਸਾਨ ਜਿਹੜੇ ਨੇ ਇਸ ਸੰਘਰਸ਼ ਦੇ ਨਾਲ ਜੁੜ ਚੁੱਕੇ ਨੇ ਤੇ ਬੜੀ ਹੀ ਇੱਕ ਯੋਜਨਾਬੱਧ ਤੇ ਇੱਕ ਵੈਲ ਪਲਾਨਡ ਆਪਾਂ ਕਹਿ ਸਕਦੇ ਹਾਂ ਪਲੈਨਿੰਗ ਕਿ ਕੌਣ ਕਰ ਰਿਹਾ, ਕਿੱਦਾਂ ਕਰ ਰਿਹਾ, ਐਗਜ਼ੀਕਿਊਸ਼ਨ ਕੌਣ ਕਰ ਰਿਹਾ। ਇਹ ਵੀ ਸਾਨੂੰ ਇੱਥੇ ਦੇਖਣ ਨੂੰ ਬੜਾ ਵਿਚਿੱਤਰ ਜਿਹਾ ਸਾਡੇ ਗੱਲ ਸਾਹਮਣੇ ਆਉਂਦੀ ਹੈ ਕਿ ਸਾਰੇ ਹੀ ਜਵਾਨੀ ਇੰਨੇ ਜਾਬਤੇ ਦੇ ਵਿੱਚ ਚੱਲਦੀ ਪਈ ਆ, ਬਜ਼ੁਰਗਾਂ ਦੀ ਅਗਵਾਈ ਵੀ ਮਿਲਦੀ ਪਈ ਆ ਤੇ ਸਾਰਾ ਇਹ ਮੈਂ ਸਮਝਦਾ ਕਿ ਜੋ ਸੰਘਰਸ਼ ਚੱਲਦਾ ਪਿਆ ਇਹਦੇ ਨਤੀਜੇ ਸਾਰਥਕ ਹੋਣ, ਕਿਉਂਕਿ ਇਹਦੇ ਵਿੱਚ ਹੀ ਮੈਂ ਸਮਝਦਾ ਕਿਸਾਨਾਂ ਦਾ ਭਲਾ ਹੀ ਨਹੀਂ ਮੁਲਕ ਦਾ ਭਲਾ ਵੀ ਇਹਦੇ 'ਚ ਹੈ। ਕੀ ਕਹਿਣਾ ਚਾਹੁੰਦੇ ਵੀਰ ਜੀ? ਬਿਲਕੁਲ ਸਹੀ ਗੱਲ ਹੈ ਜੀ। ਇਹ ਜਿਹੜਾ ਅੰਦੋਲਨ ਆ ਪੰਜਾਬ ਤੋਂ ਸ਼ੁਰੂ ਹੋਇਆ, ਹਰਿਆਣੇ ਤੱਕ ਪਹੁੰਚ ਗਿਆ, ਹਰਿਆਣੇ ਤੋਂ ਪਹੁੰਚਣ ਤੋਂ ਬਾਅਦ ਅਦਰ ਸਟੇਟਾਂ
ਉਹ ਵੀ ਉੱਠ ਖੜੀਆਂ ਹੋਈਆਂ। ਜਿਹੜੇ ਕਈ ਬਾਰਡਰ ਜਿਹੜੇ ਆ ਉਹ ਅਦਰ ਸਟੇਟਾਂ ਨੇ ਆਣ ਕੇ ਕਬਜ਼ੇ 'ਚ ਲੈ ਲਏ ਆ, ਕਿਉਂਕਿ ਪਹਿਲਾਂ ਸਾਰੇ ਸੁੱਤੇ ਸੀਗੇ। ਇਹ ਪੰਜਾਬ 'ਚੋਂ ਅੰਦੋਲਨ ਜਦੋਂ ਸ਼ੁਰੂ ਹੋਇਆ, ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਸਾਡੀ ਜ਼ਮੀਰ ਜਿਹੜੀ ਜਾਗ ਗਈ ਆ, ਹੁਣ ਸਾਨੂੰ ਇਕੱਠੇ ਹੋਣਾ ਪੈਣਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਸਰਕਾਰਾਂ ਵੱਡੀਆਂ ਬਣਾ ਲੈਂਦੀਆਂ ਆ, ਅਸੀਂ ਉਹਦੇ ਵਿਰੋਧ ਦੇ ਵਿੱਚ ਹੁਣ ਸਾਰੇ ਖੜੇ ਹੋ ਗਏ ਆ। ਇਹ ਕਿਸਾਨੀ ਜਿਹੜੀ ਆ, ਇਹ ਕਿਸਾਨੀ ਲਈ ਸਾਰੇ ਹੁਣ ਖੜੇ ਹੋ ਗਏ। ਬਾਹਰਲੇ ਅਦਰ ਸਟੇਟ ਜਿੰਨੇ ਬਾਹਰਲੇ ਮੁਲਕਾਂ ਦੇ ਵੀ ਲਾ ਲਓ, ਉਹਨਾਂ ਨੂੰ ਸਾਡੇ ਨਾਲੋਂ ਦਰਦ ਉਹਨਾਂ ਨੂੰ ਜ਼ਿਆਦਾ ਆ, ਕਿਉਂਕਿ ਉਹ ਇਸ ਖੇਤੀ ਕਰਕੇ ਬਜ਼ੁਰਗ ਗਏ ਹੋ ਆ। ਕਿਉਂਕਿ ਅਸੀਂ ਯੰਗ ਆ, ਅਸੀਂ ਘੱਟ ਖੇਤੀ ਕੀਤੀ ਆ, ਪਰ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਨੇ ਖੇਤੀਆਂ ਜ਼ਿਆਦੀਆਂ ਕੀਤੀਆਂ, ਉਹਨਾਂ ਨੂੰ ਜ਼ਮੀਨ ਬਾਰੇ ਸਾਡੇ ਨਾਲੋਂ ਜ਼ਿਆਦਾ ਪਤਾ ਆ, ਉਹਨਾਂ ਨੂੰ ਦੁੱਖ ਜ਼ਿਆਦਾ ਆ। ਉਹ ਚਾਹੁੰਦੇ ਆ ਕਿ ਇਹ ਜਿਹੜੀ ਜੰਗ ਆ ਕਿਸੇ ਤਰ੍ਹਾਂ ਵੀ ਅਸੀਂ ਹਾਰੀਏ ਨਾ। ਜਿੱਥੇ ਤੁਹਾਨੂੰ ਸਾਡੀ ਸਪੋਰਟ ਚਾਹੀਦੀ ਆ, ਉਹ ਸਾਡੇ NRI ਵੀਰ ਜਿਹੜੇ ਆ ਉਹ ਸਾਡੀ ਸਪੋਰਟ ਪੂਰੀ ਕਰ ਰਹੇ ਆ। ਅਸੀਂ ਇਹੀ ਕਹਿੰਦੇ ਆ ਕਿ ਜਿਹੜਾ ਅੰਦੋਲਨ ਹੈ ਅਸੀਂ ਜਿੱਤ ਕੇ ਜਾਈਏ ਆਪਣੇ ਘਰਾਂ ਨੂੰ। ਜਿਹੜੇ ਸਾਡੇ ਵੀਰ ਸਾਡੇ ਤੋਂ ਵਿਛੜੇ ਆ, ਅਸੀਂ ਉਹਨਾਂ ਦਾ ਜਾ ਕੇ ਸਹਾਰਾ ਬਣੀਏ। ਸੋ ਬਿਲਕੁਲ ਇਹ ਸਹਾਰਾ ਵੀ ਸਾਨੂੰ ਬਣਨਾ ਪੈਣਾ, ਕਿਉਂਕਿ ਇਹ ਸੰਘਰਸ਼ਾਂ ਦੇ ਵਿੱਚ ਜਿਹੜੇ ਜਿਨ੍ਹਾਂ ਪਰਿਵਾਰਾਂ ਨੂੰ ਘਾਟੇ ਪਏ ਨੇ ਉਹਨਾਂ ਦੇ ਨਾਲ ਖੜਾਂਗੇ ਨਾ, ਤੇ ਫਿਰ ਮਾਵਾਂ ਨੂੰ ਵੀ ਫਖਰ ਹੋਏਗਾ। ਜਿਹੜੀ ਉਹ ਮਾਂ ਦਾ ਬੋਲ ਮੈਂ ਸਮਝਦਾ ਤੁਸੀਂ ਉਦੋਂ ਵੀ ਸੁਣਿਆ ਹੋਏਗਾ, ਜਿਹੜੀ ਕਹਿੰਦੀ ਸੀ ਕਿ ਮੇਰੇ ਕਲੇਜੇ ਠੰਡ ਪਏਗੀ ਜਿੱਦਣ ਜਿੱਤ ਕੇ ਆਓਗੇ। ਸੋ ਇਹ ਜਿਹੜੇ ਬੋਲੇ ਨੇ ਮੈਂ ਸਮਝਦਾ ਉਹਨਾਂ ਦੇ ਮਨਾਂ ਦੀਆਂ ਭਾਵਨਾਵਾਂ ਨੇ, ਇਹ ਸਾਨੂੰ ਇੱਕ ਤਾਕਤ ਵੀ ਦਿੰਦੀਆਂ ਨੇ। ਕਿਉਂ ਸਰਦਾਰ ਸਾਹਿਬ, ਇਹ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਜਜ਼ਬਾ ਜਿਹੜਾ ਸਾਡੇ ਮਾਵਾਂ ਦਾ, ਬਜ਼ੁਰਗਾਂ ਦਾ, ਸਾਡੇ ਬੱਚੇ ਵੀ ਜਿਹੜੇ ਇੱਥੇ ਆ ਰਹੇ ਨੇ ਉਹ ਬੜੇ ਜਜ਼ਬੇ ਦੇ ਨਾਲ ਆ ਰਹੇ ਨੇ। ਠੀਕ ਹੈ, ਬਿਲਕੁਲ ਬਿਲਕੁਲ ਆ ਰਹੇ ਆ ਜੀ। ਉਹਨਾਂ ਨੂੰ ਵੀ ਇਹ ਉਮੀਦ ਆ ਕਿ ਜੇ ਅਸੀਂ ਇਕੱਠੇ ਰਵਾਂਗੇ ਤੇ ਜਥੇਬੰਦੀਆਂ ਵੀ ਸਾਡੀ ਪਿੱਠ ਦੇ ਉੱਤੇ ਖੜੀਆਂ ਆ, ਤੇ ਕੋਈ ਵੀ ਹਬੀ ਨਬੀ ਹੁੰਦੀ ਆ ਤੇ ਉਹਨਾਂ ਨੂੰ ਇੱਕ ਭਰੋਸਾ ਆ ਕਿ ਸਾਡੀ ਬਾਂਹ ਫੜਨਗੇ। ਕਿਉਂਕਿ ਆਪਸੀ ਭਾਈਚਾਰੇ ਦਾ ਤਾਂ ਇਹੀ ਫਰਜ਼ ਬਣਦਾ ਕਿ ਅਸੀਂ ਜੇ ਕੋਈ ਹਬੀ ਨਬੀ ਹੁੰਦੀ ਕਿਸੇ ਦਾ ਪਰਿਵਾਰ ਦਾ ਕੋਈ ਮੈਂਬਰ, ਅਸੀਂ ਉਹ ਪੂਰਾ ਘਾਟਾ ਤਾਂ ਨਹੀਂ ਕਰ ਸਕਦੇ, ਪਰ ਉਹ ਜਥੇਬੰਦੀਆਂ ਦਾ ਇਹ ਫਰਜ਼ ਬਣਦਾ ਕਿ ਉਹਨਾਂ ਦੀ ਬਾਂਹ ਜ਼ਰੂਰ ਫੜਨ। ਚਲੋ ਅਸੀਂ ਇੱਕ ਜ਼ਿਆਦਾ ਲੰਬਾ ਨਹੀਂ ਚੱਲ ਸਕਦੇ ਉਹਨਾਂ ਦੇ, ਪਰ ਉਹਨਾਂ ਦੇ ਦੁੱਖ ਨੂੰ ਘੱਟ ਤਾਂ ਕੀਤਾ ਜਾ ਸਕਦਾ। ਇਹ ਸਾਡਾ ਫਰਜ਼ ਬਣਦਾ, ਜਥੇਬੰਦੀਆਂ ਦਾ ਵੀ ਫਰਜ਼ ਬਣਦਾ। ਬਿਲਕੁਲ, ਜਿਹੜਾ ਅਲਫਾਜ਼ ਬੋਲਿਆ ਨਾ ਸਰਦਾਰ ਸਾਹਿਬ ਨੇ, ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ, ਬਾਂਹ ਜਨਾ ਕੀ ਪਕੜੀਏ, ਸਿਰ ਦੀਜੇ ਬਾਂਹ ਨਾ ਛੋੜੀਏ। ਅਸੀਂ ਉਸ ਗੁਰੂ ਦੇ ਬੱਚੇ, ਉਸ ਗੁਰੂ ਦੇ ਚੇਲੇ ਆ। ਸਾਨੂੰ ਸਾਡੀ ਡਿਊਟੀ ਤਾਂ ਹੋਰ ਵੱਡੀ ਹੋ ਜਾਂਦੀ ਹੈ ਕਿ ਉਹਨਾਂ ਪਰਿਵਾਰਾਂ ਦੀ ਅਸੀਂ ਬਾਂਹ ਫੜੀਏ, ਜਥਾਯੋਗ ਜਿਵੇਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਪੂਰਨੇ ਪਾਏ। ਸੋ ਆਪਾਂ ਸਾਰੇ ਹੀ ਰਲ ਕੇ ਦੁੱਖ ਵੰਡਾਉਣਾ ਹੈ ਤੇ ਨਾਲ ਇਸ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਹੈ, ਕਿਉਂਕਿ ਜਦੋਂ ਤੱਕ ਜਿੱਤ ਸਾਡੀ ਝੋਲੀ ਨਹੀਂ ਆਣ ਪੈਂਦੀ ਜਾਂ ਜਦੋਂ ਤੱਕ ਅਸੀਂ ਜਿੱਤ ਖੋਹ ਨਹੀਂ ਲੈਂਦੇ, ਦੋਨੋਂ ਚੀਜ਼ਾਂ ਨੇ। ਜੇ ਤਾਂ ਪਿਆਰ ਨਾ ਦੇ ਦੇ ਤਾਂ ਨਹੀਂ ਤੇ ਹੁਣ ਖੋਣ ਵਾਲਾ ਚੱਕਰ ਵੀ ਉੱਥੇ ਦੇ ਖੜੇ ਹੀ ਆ। ਹਾਂ ਬਿਲਕੁਲ ਵੀਰ ਜੀ, ਜਦੋਂ ਦੋ ਭਲਵਾਨ ਘੁਲਦੇ ਨੇ ਨਾ ਜੀ, ਇਹ ਲੜਾਈ ਛੋਟੀ ਨਹੀਂ। ਜਦੋਂ ਦੋ ਭਲਵਾਨ ਘੁਲਦੇ ਨੇ, ਕਈ ਵਾਰੀ ਦਾ ਪੇਜ ਬਦਲਨੇ ਵੀ ਪੈਂਦੇ ਨੇ। ਹੋ ਸਕਦਾ ਜਿਵੇਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ, ਜਿਹੜਾ ਸੰਯੁਕਤ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਆ ਉਹ ਇਸ ਤੇ ਵਿਚਾਰ ਕਰ ਰਹੀ ਆ ਕਿ ਅਗਲੀ ਰਣਨੀਤੀ ਕੀ ਅਪਣਾਈ ਜਾਵੇ। ਕੱਲ ਦੀ ਮੀਟਿੰਗ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਜਿਹੜੀ ਸਮੁੱਚੀ ਸਾਡੀ ਟੀਮ ਹੈਗੀ ਆ, ਸਨਮਾਨਯੋਗ ਜਿਹੜੇ ਸਾਡੇ ਆਗੂ ਹੈਗੇ ਨੇ ਸੰਯੁਕਤ ਕਿਸਾਨ ਮੋਰਚੇ ਦੇ, ਉਹ ਅਗਲੀ ਰਣਨੀਤੀ ਲੈ ਕੇ ਆਉਣਗੇ ਤੇ ਅਸੀਂ ਉਸ ਰਣਨੀਤੀ ਦੇ ਅਨੁਸਾਰ ਜਿਹੜੇ ਅਗਲੇ ਕਦਮ ਪੁੱਟਾਂਗੇ। ਜੋ ਹੁਕਮ ਹੋਊਗਾ ਉਹਨੂੰ ਨੇਪਰੇ ਚਾੜਾਂਗੇ। ਵੀਰ ਜੀ ਕੋਈ ਗੱਲ ਨਹੀਂ, ਜੰਗ ਮੋੜ ਨਹੀਂ ਸਕਦੇ ਇਥੋਂ, ਜਿੱਤੋਂ ਬਿਨਾ ਸਾਡੇ ਕੋਲ ਹੱਲ ਹੈ ਨਹੀਂਗਾ ਕੋਈ। ਇਹ ਸਾਡੇ ਹਿੱਸੇ ਦੀ ਲੜਾਈ ਆ ਤੇ ਅਸੀਂ ਲੜਨੀ ਆ। ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਟਰਨਿੰਗ ਪੁਆਇੰਟ ਆ, ਇਹ ਸਾਡੇ ਲਈ ਟਰਨਿੰਗ ਪੁਆਇੰਟ ਆ ਤੇ ਸਾਡੇ ਕੋਲ ਹੱਲ ਨਹੀਂ ਹੈਗਾ ਵੀਰ ਜੀ ਕੋਈ। ਜੇ ਇਹ ਲੜਾਈ ਹਾਰ ਗਏ ਤੇ ਅਸੀਂ ਆਪਣੇ ਖੇਤਾਂ ਵਿੱਚ ਕਾਮੇ ਬਣ ਜਾਾਂਗੇ। ਜੇ ਅਸੀਂ ਉਸ ਗੱਲ ਤੋਂ ਬਚਣਾ ਤੇ ਸਾਨੂੰ ਲੜਨਾ ਹੀ ਪੈਣਾ, ਸਾਡੇ ਕੋਲ ਦੂਸਰਾ ਕੋਈ ਵੀ ਹੱਲ ਨਹੀਂ ਹੈਗਾ। ਤੇ ਮੈਂ ਆਪਣੇ ਅਜੇ ਵੀ ਮੇਰੇ ਵੀਰ ਜਿਹੜੇ ਇੱਥੇ ਨਹੀਂ ਪਹੁੰਚ ਰਹੇ, ਉਹ ਪਰਿਵਾਰ ਜਿਨ੍ਹਾਂ ਦੇ ਮੈਂਬਰ ਅਜੇ ਵੀ ਨਹੀਂ ਪਹੁੰਚ ਰਹੇ, ਮੇਰੀ ਉਹਨਾਂ ਨੂੰ ਸਿਮਰ ਬੇਨਤੀ ਵੀ ਆ, ਅਪੀਲ ਵੀ ਆ ਕਿ ਮੇਰੇ ਵੀਰੋ ਇਹ ਮੌਕਾ ਨਹੀਂ ਮਿਲਣਾ। ਜੇ ਇਸ ਮੋਰਚੇ ਦੌਰਾਨ ਜੇ ਕੋਈ ਕਮੀਆਂ ਰਹੀਆਂ, ਪਹਿਲੀ ਗੱਲ ਤਾਂ ਇਹ ਸੰਭਵ ਨਹੀਂ ਕਿ ਅਸੀਂ ਹਾਰ ਵੱਲ ਆਵਾਂਗੇ। ਜੇ ਕੁਝ ਕਮੀਆਂ ਰਹੀਆਂ ਜਾਂ ਕੁਝ ਘੱਟ ਮਿਲਿਆ ਜਾਂ ਕੋਈ ਹਾਰ ਦਾ ਰਸਤਾ ਬਣ ਗਿਆ ਇੱਥੇ, ਜਿਹੜੇ ਲੋਕ ਅੱਜ ਨਹੀਂ ਆ ਰਹੇ ਉਹ ਆਪਣੇ ਭਰਾਵਾਂ ਦੀ ਹਾਰ ਦੇ ਜ਼ਿੰਮੇਵਾਰ ਹੋਣਗੇ, ਜਿਹੜੇ ਅੱਜ ਇਸ ਮੋਰਚੇ 'ਚ ਸ਼ਮੂਲੀਅਤ ਨਹੀਂ ਕਰ ਰਹੇ। ਜੇ ਉਹ ਚਾਹੁੰਦੇ ਨੇ ਕਿ ਸਾਡੇ ਭਰਾ ਜਿੱਤਣ, ਉਹ ਤਾਂ ਜਿੱਤ ਹੁੰਦੀ ਹੈ ਜਦੋਂ ਸਾਰਾ ਪਰਿਵਾਰ ਤੁਰ ਪਏ, ਜਦੋਂ ਸਾਰੇ ਇਕਮੁੱਠ ਹੋਣ। ਬਿਲਕੁਲ, ਇਸ ਕਰਕੇ ਮੇਰਾ ਵੀਰ ਸਾਰੇ ਆਪਾਂ ਇਹ ਬੇਨਤੀ ਆ, ਆਪਣਾ ਬਣਦਾ ਹਿੱਸਾ ਪਾਓ, ਇਹਦੇ ਨਾਲ ਖੜੋਈਏ। ਇਹ ਕਿਸਾਨੀ ਸੰਘਰਸ਼ ਸਾਡੇ ਵਜੂਦ ਦਾ ਸੰਘਰਸ਼ ਹੈ ਤੇ ਸਾਰੇ ਰਲ ਕੇ ਤੇ ਫਿਰ ਆਪਾਂ ਨੂੰ ਫਤਿਹ ਸਤਿਗੁਰੂ ਬਖਸ਼ਿਸ਼ ਕਰਨ। ਸੋ ਗੁਰੂ ਕਲਗੀਧਰ ਦੀ ਉਸ ਬਖਸ਼ੀ ਹੋਈ ਫਤਿਹ ਨੂੰ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਰੜਾ,
ਦੁਆਬਾ ਕਿਸਾਨ ਕਮੇਟੀ ਤੋਂ ਪਹਿਲਾਂ ਵੀ ਆਪਾਂ ਇੱਕ ਵਾਰੀ ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਸੀ ਜਦੋਂ ਉੱਥੇ ਟੋਲ ਪਲਾਜ਼ੇ ਦੇ ਉੱਤੇ ਇਹਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਅੱਜ ਇੱਥੇ ਦਿੱਲੀ ਸੰਘਰਸ਼ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਤੇ ਖਾਸ ਤੌਰ ਤੇ ਕਿਉਂਕਿ ਇੱਕ ਬੜੇ ਹੀ ਪੀਕ ਤੇ ਜਿਹੜਾ ਸਾਰਾ ਸਾਡਾ ਸੰਘਰਸ਼ ਪਹੁੰਚਿਆ ਹੋਇਆ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਇਸ ਦੇ ਨਾਲ ਰੂਹ ਦੇ ਨਾਲ ਜੁੜੇ ਬੈਠੇ ਨੇ ਤੇ ਖਾਸ ਤੌਰ ਤੇ ਅਸੀਂ ਇਸ ਨੁਕਤੇ ਨਿਗਾਹ ਤੋਂ ਕਿਉਂਕਿ ਇੱਥੋਂ ਅੱਜ ਦੁਨੀਆ ਨੂੰ ਵੀ ਮੈਸੇਜ ਆ ਰਿਹਾ ਜਿਹੜਾ ਤੁਸੀਂ ਇੱਥੋਂ ਬੋਲਦੇ ਪਏ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ? ਸਭ ਤੋਂ ਪਹਿਲਾਂ ਤੇ ਸਾਰੇ ਹੀ ਤੁਹਾਡੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਸੇਜ ਸ਼ਾਇਦ ਮੈਨੂੰ ਲੱਗਦਾ ਨਹੀਂ ਹੈ ਕਿ ਅਸੀਂ ਕਿਸੇ ਸੰਗਤ ਨੂੰ ਮੈਸੇਜ ਦੇ ਸਕਦੇ, ਬੇਨਤੀਆਂ ਕਰ ਸਕਦੇ ਹਾਂ ਜੀ। ਤੇ ਬੇਨਤੀ ਇਹੀ ਹੈ ਕਿ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਜਿਹੜਾ ਇਸ ਅੰਦੋਲਨ ਦੇ ਵਿੱਚ, ਇਸ ਯੁੱਧ ਦੇ ਵਿੱਚ, ਇਸ ਜੰਗ ਦੇ ਵਿੱਚ ਸਹਿਯੋਗ ਕਰ ਰਹੀਆਂ, ਇੱਥੇ ਸੰਯੁਕਤ ਮੋਰਚੇ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਹਾਂ ਕਿ ਉਹ ਆਪ ਦਾ ਥਾਪੜਾ ਜਿਹੜਾ ਆ, ਆਪ ਦਾ ਸਹਿਯੋਗ ਜਿਹੜਾ ਹਮੇਸ਼ਾ ਸਾਡੇ ਨਾਲ ਰੱਖਣਗੀਆਂ ਜਿੰਨਾ ਚਿਰ ਇਹ ਜੰਗ ਜਿੱਤ ਨਹੀਂ ਜਾਂਦੇ। ਪਰ ਜੰਗ ਜਿੱਤਣ ਤੋਂ ਬਾਅਦ ਵੀ ਪੰਜਾਬ ਨੂੰ ਜਾਂ ਦੂਸਰਿਆਂ ਇਲਾਕਿਆਂ ਨੂੰ ਬੜੀ ਲੋੜ ਹੈ ਆਪਣੇ NRI ਭਰਾਵਾਂ ਤੇ ਆਪ ਦੇ ਸਹਿਯੋਗੀਆਂ ਤੇ ਸੱਜਣਾ ਤੇ ਚੰਗਾ ਸਹਿਯੋਗ ਦੇਣ ਵਾਲਿਆਂ ਤੇ। ਸੋ ਬੇਨਤੀ ਇਹ ਹੈ ਕਿ ਸਹਿਯੋਗ ਜਾਰੀ ਰੱਖਿਓ। ਬਾਕੀ ਇੱਥੇ ਲੜ ਰਹੇ ਜੁਝਾਰੂ ਲੋਕਾਂ ਦੇ ਜਜ਼ਬੇ 'ਚ ਕੋਈ ਕਮੀ ਨਹੀਂ ਆਏਗੀ। ਜਜ਼ਬਾ ਬੋਲ ਰਿਹਾ ਤੇ ਬੋਲਦਾ ਰਹੇਗਾ, ਇਹੀ ਆਸ ਕਰਦੇ ਹਾਂ ਤੇ ਇਹੀ ਅਸੀਂ ਉਮੀਦ ਜਤਾ ਸਕਦੇ ਹਾਂ ਕਿ ਇਹ ਜਿਹੜਾ ਇਕੱਠ ਆ ਦਿਨੋਂ ਦਿਨ ਦੁੱਗਣਾ ਤਿੱਗਣਾ ਚੌਗਣਾ ਹੁੰਦਾ ਰਹੇਗਾ। ਦੇਸ਼ ਭਰ ਦੀਆਂ ਜਥੇਬੰਦੀਆਂ, ਧਰਮਾਂ, ਜਾਤਾਂ, ਗੋਤਾਂ ਤੇ ਆਪਸੀ ਵਿਤਕਰਿਆਂ ਨੂੰ ਭੁੱਲ ਕੇ ਇਸ ਯੁੱਧ ਦੇ ਵਿੱਚ ਇਸ ਭਾਰਤ ਨੂੰ ਬਚਾਉਣ ਲਈ ਆਪਸੀ ਕਲਚਰ, ਆਪਸੀ ਭਾਈਚਾਰੇ ਨੂੰ, ਆਪਸੀ ਸਾਂਝ ਨੂੰ, ਜਿਹੜੀਆਂ ਵੱਖਰੀਆਂ ਧਰਮਾਂ, ਜਾਤਾਂ, ਵੱਖਰੇ ਵੱਖਰੇ ਪਹਿਰਾਵਿਆਂ ਦਾ ਭਾਰ ਸੀ, ਉਹਨੂੰ ਬਚਾਉਣ 'ਚ ਕਾਮਯਾਬ ਹੋਣਗੇ। ਸੋ ਬਿਲਕੁਲ ਮੈਂ ਸਮਝਦਾ ਕਿ ਵਿਭਿੰਨਤਾ ਜਿਹੜੀ ਹੈ ਨਾ ਉਹ ਹੁਣ ਇੱਕ ਇਹਦੇ ਵਿੱਚ ਪੜ੍ਹਦੇ ਹੁੰਦੇ ਸੀ ਆਪਾਂ ਯੂਨਿਟੀ ਇਨ ਡਾਇਵਰਸਿਟੀ ਦੀ ਗੱਲ, ਪਰ ਪ੍ਰੈਕਟੀਕਲੀ ਜੇਕਰ ਜੇ ਯੂਨਿਟੀ ਇਨ ਡਾਇਵਰਸਿਟੀ ਦੇਖਣੀ ਹੈ ਤਾਂ ਮੈਨੂੰ ਲੱਗਦਾ ਕਿ ਇਹ ਦਿੱਲੀ ਦੇ ਬਾਰਡਰਾਂ ਤੇ ਆ ਕੇ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ। ਸੋ ਇੱਥੇ ਇੱਕ ਝੰਡੇ ਥੱਲੇ ਕਿਸਾਨੀ ਦਾ ਝੰਡਾ, ਸੋ ਮੈਨੂੰ ਲੱਗਦਾ ਕਿ ਵੱਖ-ਵੱਖ ਜਥੇਬੰਦੀਆਂ ਵੀ ਨੇ ਤੇ ਜਿਹੜੇ ਆਮ ਪੰਜਾਬ ਤੋਂ ਆ ਰਹੇ ਆ ਉਹਨਾਂ ਨੂੰ ਜਿਹੜਾ ਝੰਡਾ ਮਿਲ ਜੇ ਉਹੀ ਲਾ ਕੇ ਉਹ ਤੁਰ ਪੈਂਦਾ। ਸੋ ਇੱਕ ਕਿਸਾਨੀ ਦਾ ਝੰਡਾ ਜਿਹੜਾ ਬੁਲੰਦ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਸ ਟਾਈਮ? ਦੇਖੋ ਜੀ, ਆਪਸੀ ਕਿਰਤੀ ਜਿਹੜੇ ਆ ਕਿਸਾਨ ਤੇ ਜਿਹੜੇ ਮਜ਼ਦੂਰ ਆ, ਉਹਨਾਂ ਦੇ ਜਿਹੜੀ ਆਪਸੀ ਦੂਰੀ ਵਧੀ ਸੀ ਇਹਨਾਂ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਕਰਕੇ, ਜਿਹੜੀ ਕਿਤੇ ਨਾ ਕਿਤੇ ਕਿਰਤ ਨੂੰ ਦਬਾਇਆ ਜਾ ਰਿਹਾ ਸੀ, ਹਾਰਨ ਦੇ ਕੰਢੇ ਖੜੀ ਸੀ ਉਹ ਜਵਾਨੀ, ਉਹ ਕਿਸਾਨੀ, ਉਹ ਮਜ਼ਦੂਰ, ਉਹ ਕਿਰਤੀ। ਅੱਜ ਫਿਰ ਆਪਣੇ ਆਪ ਵਿੱਚ ਆਸਵੰਦ ਨੇ ਕਿ ਸਾਡੀ ਕਿਰਤ ਬਚ ਸਕਦੀ ਹੈ, ਸਾਡੀ ਜ਼ਮੀਨ ਬਚ ਸਕਦੀ ਹੈ, ਸਾਡਾ ਕਾਰੋਬਾਰ ਬਚ ਸਕਦਾ ਹੈ। ਸੋ ਉਹ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ, ਆਪਸੀ ਇੱਕ ਜਜ਼ਬਾ ਹੈ ਲੜਨ ਦਾ ਹਾਕਮ ਦੇ ਖਿਲਾਫ, ਉਹ ਕਿਤੇ ਨਾ ਕਿਤੇ ਅੱਜ ਦੁਬਾਰਾ ਉੱਠ ਕੇ ਖੜਾ ਹੋਇਆ ਹੈ। ਉਹ ਜਿਹੜਾ ਉੱਠ ਕੇ ਖੜੇ ਹੋਣਾ ਨਾ, ਉਹ ਇੱਕ ਐਂ ਲੱਗਦਾ ਕਿ ਉਸ ਅਕਾਲ ਪੁਰਖ ਦੀ ਕਿਤੇ ਰਹਿਮਤ ਆ। ਉਸ ਰਹਿਮਤ ਜਿਹੜੀ ਨੂੰ ਅੱਖੀਂ ਦੇਖਿਆ ਜਾ ਸਕਦਾ। ਇੱਥੇ ਜੇ ਆਣ ਕੇ ਜੇ ਤੁਸੀਂ ਸੰਘਰਸ਼ ਦੇਖੋ, ਇੱਥੇ 80 ਸਾਲ ਦਾ ਬਾਪੂ ਵੀ ਬੈਠਕਾਂ ਮਾਰਦਾ, ਇੱਥੇ 2 ਸਾਲ ਦਾ ਬੱਚਾ ਵੀ ਕਿਲਕਾਰੀਆਂ ਮਾਰਦਾ ਜਿਹੜਾ ਸੰਘਰਸ਼ 'ਚ ਖੜਾ ਹੈ। ਤੇ ਹਰ ਇੱਕ ਦੀ ਜ਼ੁਬਾਨ ਤੇ ਇਹੀ ਹੈ ਕਿ ਮੁੜਾਂਗੇ ਅਸੀਂ ਜਿੱਤ ਕੇ। ਸੋ ਜਿੱਤ ਕੇ ਮੁੜਨ ਦਾ ਜਜ਼ਬਾ ਜਿਹੜਾ ਮੈਂ ਸਮਝਦਾ ਕਿ ਇਹ ਵੀ ਕਿਤੇ ਨਾ ਕਿਤੇ, ਕਿਉਂਕਿ ਥੋੜਾ ਜਿਹਾ ਫਿਰ ਅਸੀਂ ਉਸੇ ਸੈਂਸਿਟਿਵ ਪੁਆਇੰਟ ਤੇ, ਕਿਉਂਕਿ ਆਫਟਰ ਆਲ ਇਸ ਤੋਂ ਬਾਅਦ ਵੀ ਸਾਡੇ ਵਾਸਤੇ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਕਿਉਂਕਿ ਕਿਸਾਨੀ ਜਿਹੜੀ ਘਾਟੇ 'ਚ ਜਾ ਰਹੀ ਸੀ, ਪਰ ਉਸ ਨਿਰਾਸ਼ਾ ਦੇ ਵਿੱਚ ਬਹੁਤ ਸਾਰੀਆਂ ਖੁਦਕੁਸ਼ੀਆਂ ਪੰਜਾਬ ਦੇ ਵਿੱਚ ਅਸੀਂ ਅਕਸਰ ਸੁਣਦੇ ਸੀ। ਪਰ ਹੁਣ ਜਿਹੜਾ ਜਜ਼ਬਾ ਲੜਨ ਦਾ, ਜਿੱਤਣ ਦਾ ਜਿਹੜਾ ਬਣ ਚੁੱਕਾ ਹੈ, ਉਹ ਸਾਡੇ ਵਾਸਤੇ ਮੈਂ ਸਮਝਦਾ ਬੜੀ ਵੱਡੀ ਗੱਲ ਹੈ, ਕਿਉਂਕਿ ਜੁਝਾਰੂਪਨ ਤੇ ਪੰਜਾਬ ਦੇ ਖਾਸ ਤੌਰ ਤੇ ਜਿੱਦਾਂ ਤੁਸੀਂ ਵੀ ਗੱਲ ਕੀਤੀ, ਜਵਾਨੀ ਜਿਹੜੀ ਸੀ ਨਾ, ਉਹਨੂੰ ਕੋਈ ਟਾਰਗੇਟ ਅੱਗੇ ਦਿਖਦਾ ਨਹੀਂ ਸੀ ਪਿਆ ਕਿ ਕੀ ਕਰੀਏ। ਉਹ ਜੋ ਸੰਭੂ ਬਾਰਡਰ ਟੱਪੀ ਹੈ ਤੇ ਹੁਣ ਉਹਨੂੰ ਬੜਾ ਕੁਝ ਦਿਖਣ ਲੱਗ ਪਿਆ। ਹਾਂਜੀ, ਬਿਲਕੁਲ ਮੈਂ ਸਮਝਦਾ ਇਹ ਤਾਂ ਸਾਨੂੰ ਹਰਿਆਣਾ ਸਰਕਾਰ ਦਾ ਥੈਂਕਫੁਲ ਨਹੀਂ ਹੋਣਾ ਚਾਹੀਦਾ ਇਸ ਵਾਸਤੇ। ਮੈਂ ਤਾਂ ਕਹਿੰਦਾ ਸਾਨੂੰ, ਮੈਂ ਧੰਨਵਾਦ BJP ਸਰਕਾਰ, ਸੈਂਟਰ ਗਵਰਨਮੈਂਟ ਦਾ, ਤੇ ਜਿੰਨੇ ਨੇ ਸਾਨੂੰ ਡੱਕਿਆ ਉਹਨਾਂ ਦਾ ਧੰਨਵਾਦ ਕਰਦਾ।
ਕਿ ਕਿਤੇ ਨਾ ਕਿਤੇ ਉਹ ਜਜ਼ਬਾ ਜਿਹੜੇ ਗੁਰੂ ਸਾਹਿਬ ਨੇ ਸਾਡੇ 'ਚ ਭਰਿਆ ਲੜਨ ਦਾ ਅੜਨ ਦਾ, ਉਹ ਜਜ਼ਬਾ ਇੱਥੇ ਦਿਸਿਆ। ਅਸੀਂ ਹਾਰ ਮੰਨਦੇ ਜਾ ਰਹੇ ਸੀ। ਅਸੀਂ ਐਂ ਲੱਗਦਾ ਸੀ ਕਿ ਅਸੀਂ ਇਹ ਧਰਤੀ ਛੱਡ ਕੇ ਚਲੇ ਜਾਈਏ, ਅਸੀਂ ਵਿਦੇਸ਼ਾਂ 'ਚ ਚਲੇ ਜਾਈਏ, ਸਾਡਾ ਗੁਜ਼ਾਰਾ ਨਹੀਂ, ਅਸੀਂ ਕਿਵੇਂ ਰਵਾਂਗੇ, ਸਾਡੇ ਇਤਿਹਾਸ ਖਤਮ ਹੋ ਗਿਆ, ਸਾਡੇ ਗੁਰੂ ਘਰਾਂ ਦੇ ਉੱਤੇ ਅਟੈਕ ਹੋ ਗਿਆ, ਅਸੀਂ ਸਾਡੀ ਜਵਾਨੀ ਤੇ ਅਟੈਕ ਹੋ ਗਿਆ, ਅਸੀਂ ਮਾਰੇ ਗਏ। ਪਰ ਜਦੋਂ ਇਹ ਜਵਾਨੀ ਨੇ ਆਪਣਾ ਰੰਗ ਦਿਖਾਇਆ, ਉਹ ਬੀਜੇਪੀ, ਉਹ ਇਸ ਗੰਦੀ ਨਿਗਾਹ ਨਾਲ ਦੇਖਣ ਵਾਲੀ ਉਹ RSS ਤੇ ਦੂਸਰੇ, ਉਹਨਾਂ ਨੂੰ ਸਮਝ ਆ ਗਿਆ ਕਿ ਇਹ ਜਵਾਨੀ ਨੂੰ ਕੁਝ ਵੀ ਨਹੀਂ ਹੋਇਆ, ਅਸੀਂ ਮਾਰ ਲਿਆ, ਪਰ ਇਹਨਾਂ ਦਾ ਜਜ਼ਬਾ ਨਹੀਂ ਮਰਨਾ। ਇਹ ਦੋ ਵੀ ਨਹੀਂ ਸੀ ਰੁਕੇ ਸਾਡੇ ਕੋਲ, ਤੇ ਸਾਡੇ ਕੋਲ ਹਜ਼ਾਰਾਂ ਨੇ। ਅੱਜ ਉਹਨਾਂ ਨੇ ਦੱਸਿਆ ਬਾਰਡਰਾਂ ਤੇ ਆ ਕੇ ਵੀ ਤੁਹਾਡੇ ਜਿਹੜੇ ਕੰਟੇਨਰ ਆ, ਤੁਹਾਡੇ ਖੱਡੇ ਆ, ਤੁਹਾਡੇ ਬੈਰੀਕੇਡਸ ਹੈਗੇ। ਅਸੀਂ ਤੇ ਫੁੱਲਾਂ ਵਾਂਗ ਤੇ ਲਿਫਾਫਿਆਂ ਵਾਂਗ ਉੱਡਣਗੇ ਤੇ ਉੱਡਦੇ ਦਿਸੇ ਆ। ਧੰਨਵਾਦ ਖੱਟਰ ਸਾਹਿਬ ਤੇ ਮੋਦੀ ਸਾਹਿਬ। ਇੱਕ ਗੱਲ ਜਿਹੜੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਜੋਸ਼ ਸੰਭੂ ਬਾਰਡਰ ਦੇ ਉੱਤੇ ਸੀਗਾ, ਅੱਗੋਂ ਪੂਰਾ ਮਤਲਬ ਜੁਝਾਰੂਪਨ ਜਿਹੜਾ ਜਵਾਨੀ ਦਾ ਦਿਖ ਰਿਹਾ ਸੀ, ਇੱਥੇ ਆ ਕੇ ਤੇ ਫਿਰ ਕਿੱਦਾਂ ਸ਼ਾਂਤ ਹੋ ਕੇ ਬੈਠ ਗਈ ਉਹ ਜਵਾਨੀ। ਇਹ ਦੋ ਰੂਪ ਦਿਖ ਰਹੇ ਆ। ਹਾਂ ਜੀ ਜੀ, ਉਹਦਾ ਨਿੱਜੀ ਤਜਰਬਾ ਹੈ ਜੀ। ਜਿਸ ਟਰਾਲੀ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ, ਜਥਾ ਪਹੁੰਚਦਾ ਹੈ, ਇੱਥੇ ਪਾਣੀ ਦੀਆਂ ਵਿਛਾੜਾਂ, ਅਥਰੂ ਗੈਸ, ਆਪਸੀ ਯੁੱਧ ਛਿੜਦਾ ਹੈ ਇਸ ਦੇਸ਼ ਦੀ ਸੱਤਾ ਤੇ ਜੁਝਾਰੂ ਲੋਕਾਂ ਦੇ ਵਿੱਚ। ਉਹਦੇ ਵਿੱਚ ਹਰਿਆਣੇ ਦਾ ਜਾਟ ਵੀ ਹੈ, ਪੰਜਾਬ ਦਾ ਜੱਟ ਵੀ ਹੈ, ਇੱਥੇ ਵਪਾਰ ਕਰਦਾ ਜਾਂ ਖੇਤੀ ਕਰਦਾ ਬਾਣੀਆਂ ਵੀ ਹੈ, ਇੱਥੇ ਮਜ਼ਦੂਰੀ ਕਰਦਾ ਇੱਕ ਮਜ਼ਦੂਰ ਤੇ ਕਿਰਤੀ ਵੀ ਹੈ। ਪਰ ਟੀਚਾ ਇੱਕ ਹੀ ਹੈ। ਟੀਚਾ ਇਹ ਹੈ ਵੀ ਜੇ ਸਾਡੀ ਜ਼ਮੀਨ ਵੱਲ ਦੇਖੇਗਾ, ਸਾਡੀ ਕਿਰਤ ਵੱਲ ਦੇਖੇਗਾ, ਸਾਡੇ ਕਾਰੋਬਾਰ ਵੱਲ ਦੇਖੇਗਾ, ਤੇ ਅਸੀਂ ਤੇਰੀਆਂ ਜੜ੍ਹਾਂ ਪੱਟਣ ਨੂੰ ਕਾਹਲੇ ਹਾਂ। ਪਰ ਜਦੋਂ ਇੱਥੇ ਆ ਕੇ ਨੌਜਵਾਨੀ ਨੂੰ ਦੱਸਿਆ ਜਾਂਦਾ ਹੈ ਕਿ ਅੱਗੇ ਫਲਾਨੀ ਜਗ੍ਹਾ ਤੇ ਜਾ ਕੇ ਉਹ ਸਾਨੂੰ ਇੱਕ ਜੇਲ੍ਹ ਦੇ ਵਿੱਚ ਬਿਠਾ ਲੈਣਗੇ, ਤੇ ਜਵਾਨੀ ਸਮਝਦੀ ਹੈ। ਜਵਾਨੀ ਦੂਰ ਅੰਦੇਸ਼ੀ ਫੈਸਲੇ ਲੈਣ ਲਈ ਤਿਆਰ ਹੈ। ਮੈਨੂੰ ਐਂ ਲੱਗਦਾ ਜਵਾਨੀ ਇਸ ਦੇਸ਼ ਦੀ ਕਿਸਮਤ ਬਦਲਣ ਵਾਸਤੇ ਤਿਆਰ ਹੈ। ਜਵਾਨੀ ਆਪਣੀ ਜ਼ਿੰਮੇਵਾਰੀ ਸਾਂਭਣ ਲਈ ਤਿਆਰ ਹੈ। ਉਹ ਇਹਨੇ ਇੱਥੇ ਇੱਕ ਪਰਪੱਕਤਾ ਦਿਖਾਈ, ਇੱਥੇ ਇੱਕ ਮੈਚਿਓਰਟੀ ਦਿਖਾਈ। ਇਸੇ ਟਰਾਲੀ ਦੇ ਵਿੱਚ ਬਹੁਤ ਹਲਕਾ ਜਿਹਾ ਸਪੀਕਰ ਸੀ, ਇਹਦੇ ਤੇ ਚੜ੍ਹ ਕੇ ਮੇਰੀ ਡਿਊਟੀ ਲੱਗੀ ਕਿ ਇਹਦੇ ਤੇ ਨੌਜਵਾਨੀ ਨੂੰ ਇਕੱਠਿਆਂ ਕੀਤਾ ਜਾਵੇ। ਤੇ ਮੈਂ ਬੜੇ ਕਰਮਾਂ ਵਾਲਾ ਹਾਂ ਕਿ ਜੇ ਉਸ ਵੇਲੇ ਜਿਹੜੀ ਨੌਜਵਾਨੀ ਨੂੰ ਅਪੀਲ ਕੀਤੀ, ਸਰਦਾਰ ਗੁਰਦੀਪ ਸਿੰਘ ਹੁਣਾਂ ਦੇ ਜਦੋਂ ਇਹ ਮੋਹਰੇ ਆਉਂਦੇ ਆ, ਇਹਨਾਂ ਦੇ ਇੱਕ ਪ੍ਰਬੰਧ ਦੇ ਵਿੱਚੋਂ ਸਾਨੂੰ ਉਹ ਸਿਸਟਮ ਮਿਲਿਆ, ਉਹਦੇ ਚੋਂ ਬੋਲਿਆ ਗਿਆ। ਜਦੋਂ ਅਪੀਲ ਕੀਤੀ ਤਾਂ ਜਵਾਨੀ ਨੇ ਮੰਨੀ, ਨੌਜਵਾਨਾਂ ਨੇ ਉਸ ਫੈਸਲੇ ਨੂੰ ਮੰਨਿਆ ਕਿ ਸਾਨੂੰ ਇੱਥੇ ਬੈਠਣਾ ਚਾਹੀਦਾ। ਔਰ ਇੱਥੇ ਬੈਠ ਕੇ ਜਦੋਂ ਸਾਡੇ ਉਹ ਜਿਹੜੇ ਗੁਰੂ ਸਾਹਿਬ ਨੇ ਸਾਡੇ ਕੋਲੋਂ ਸੇਵਾ ਲਈ, ਤਾਂ ਮੈਂ ਤਾਂ ਨੌਜਵਾਨੀ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਛੋਟੇ ਵੀਰਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਉਸ ਗੱਲ ਨੂੰ ਸਾਡੀ ਨੂੰ ਮੰਨਿਆ। ਤੇ ਅੱਜ ਅਸੀਂ ਇੰਨੀ ਤਾਕਤ 'ਚ ਇੰਨੇ ਇਕੱਠੇ ਹੋਏ ਆ, ਇੰਨੇ ਵੱਡੀ ਗਿਣਤੀ 'ਚ ਇਕੱਠੇ ਹੋਏ ਆ। ਅਸੀਂ ਆਪਣੇ ਵਿੱਚ ਡਿਸਪਲਿਨ ਦਿਖਾਇਆ ਹੈ। ਜਿੱਥੇ ਜ਼ੋਰ ਦੀ ਲੋੜ ਸੀ, ਜਿੱਥੇ ਜੋਸ਼ ਦੀ ਲੋੜ ਸੀ, ਇੱਥੇ ਹੋਸ਼ ਦੀ ਲੋੜ ਸੀ, ਅਸੀਂ ਹੋਸ਼ ਦਿਖਾ ਰਹੇ ਹਾਂ। ਅਗਲੇ ਦਿਨ ਮੇਰੀ ਡਿਊਟੀ ਲੱਗਦੀ ਹੈ ਕਿ ਨਾਲ ਦੀਆਂ ਦੁਕਾਨਾਂ ਦੇ ਵਿੱਚ, ਇਹ ਮੇਰਾ ਨਿੱਜੀ ਆਪਸੀ ਆਪਣਾ ਹੀ ਫੈਸਲਾ ਸੀ ਕਿ ਦੁਕਾਨਾਂ 'ਚ ਜਾਇਆ ਜਾਵੇ। ਆਪਣੇ ਹਿੰਦੂ ਭਰਾ, ਉਹਨਾਂ ਦੇ ਕਾਰੋਬਾਰ ਕਿਤੇ ਨਾ ਕਿਸੇ ਤਰ੍ਹਾਂ, ਕਿਉਂਕਿ ਅਸੀਂ ਆਪਦੇ ਕਾਰੋਬਾਰ ਬਚਾਉਣ ਲਈ ਆਏ ਨਾ, ਤੇ ਅਸੀਂ ਉਹਨਾਂ ਦੇ ਕਾਰੋਬਾਰ ਕਿਤੇ ਖਰਾਬ ਨਾ ਹੋਣ, ਡਿਸਟਰਬ ਨਾ ਹੋਣ। ਆ ਪਿਛਲੇ ਬੰਨੇ ਇਸ ਲਾਈਨ ਦੇ ਵਿੱਚ ਮੈਂ ਕੱਲੀ ਦੁਕਾਨ ਤੇ ਜਾਂਦਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਦੁਕਾਨਾਂ ਖੋਲੋ। ਉਹ ਕਿਤੇ ਨਾ ਕਿਤੇ ਪਿਛਲੇ ਅੰਦੋਲਨਾਂ ਤੋਂ ਡਰੇ ਹੋਏ ਸੀ। ਉਹਨਾਂ ਨੂੰ ਐਂ ਲੱਗਦਾ ਸੀ ਕਿ ਇਹ ਵੀ ਭੀੜ ਉਸੇ ਤਰ੍ਹਾਂ ਦੀ ਹੈ। ਮੈਂ ਬੇਨਤੀ ਕੀਤੀ, ਮੈਂ ਕਿਹਾ ਇਹ ਭੀੜ ਨਹੀਂ ਗੀ, ਇਹ ਸੱਚਮੁੱਚ ਜਜ਼ਬੇ ਵਾਲੀ ਇਹ ਫੌਜ ਆ, ਇਹ ਤੁਹਾਨੂੰ ਬਚਾਉਣ ਲਈ ਖੜੀ ਆ ਇੱਥੇ। ਪਹਿਲੇ ਦਿਨ, ਤੀਜੇ ਕੁ ਦਿਨ ਦੀ ਗੱਲ ਆ, ਤੀਜੇ ਦਿਨ 2-3 ਦੁਕਾਨਾਂ ਖੁੱਲੀਆਂ ਇੱਥੇ। ਉਹ ਅੱਜ ਵੀ ਹੱਥ ਜੋੜਦੇ ਆ ਲੰਘਦੇ ਆ। ਤਾਂ ਫਿਰ ਸਾਰਾ ਬਾਜ਼ਾਰ ਖੁੱਲ ਗਿਆ। ਤੁਸੀਂ ਦੇਖ ਸਕੋਗੇ ਛੋਟੀ ਤੋਂ ਛੋਟੀ ਦੁਕਾਨ ਵੀ ਖੁੱਲੀ ਹੈ ਇੱਥੇ, ਕਾਰੋਬਾਰ ਖੁੱਲੇ ਹੈ, ਪਰ ਪੱਤਾ ਤੱਕ ਨਹੀਂ ਹਿੱਲਦਾ, ਕਿਸੇ ਦਾ ਨੁਕਸਾਨ ਨਹੀਂ ਹੁੰਦਾ ਇੱਕ ਪੈਸੇ ਦਾ ਵੀ। ਤੇ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਤੇ ਓਟ ਆਸਰਾ ਸਦਕਾ ਹੈ ਕਿ ਅਸੀਂ ਆ ਪੱਗ ਦੀ ਲਾਜ ਜਿਹੜੀ ਆ, ਜਿਹੜੀ ਗਊ ਗਰੀਬ ਦੀ ਰੱਖਿਆ ਦੀ ਗੱਲ ਗੁਰੂ ਸਾਹਿਬ ਸਾਨੂੰ ਦੱਸ ਗਏ ਆ,
ਉਹ ਵਰਤਾਰਾ ਇੱਥੇ ਵਰਤ ਰਿਹਾ। ਇੱਥੇ ਗਰੀਬ ਵੀ ਖਾਣਾ ਖਾਂਦਾ, ਇੱਥੇ ਲੰਗਰ ਲੱਗੇ ਆ। ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਦਾ ਔਖਾ ਸੀ, ਅੱਜ ਉਹ 3 ਟਾਈਮ ਪੇਟ ਭਰ ਕੇ ਖਾਣਾ ਖਾਂਦੇ ਆ। ਉਹ ਗੋਲਕਾਂ ਦੇ ਵਿੱਚੋਂ ਆ ਜਿਹਦੇ ਤੇ ਲਿਖਿਆ ਹੁੰਦਾ ਹੈ ਕਿ ਗੁਰੂ ਕੀ ਗੋਲਕ ਤੇ ਗਰੀਬ ਦਾ ਮੂੰਹ। ਸੱਚਮੁੱਚ ਇਹ ਵਰਤਾਰਾ ਵਰਤ ਰਿਹਾ। ਸੋ ਇਸ ਕਰਕੇ ਇਹ ਸਾਰਾ ਕੁਝ ਇੱਥੇ ਜਿਹੜੀ ਜਵਾਨੀ ਨੇ ਆਪਣਾ ਜਿਹੜਾ ਅਸਲ ਰੰਗ ਦਿਖਾਇਆ, ਬੜੇ ਬੜੇ ਬੈਰੀਕੇਡ ਤੋੜੇ, ਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਵੀ ਫੌਜ ਇੱਥੇ ਰੁਕ ਜਾਏ, ਸੱਚਮੁੱਚ ਇਸ ਕੌਮ ਨੂੰ ਇੱਕ ਜਰਨੈਲ ਦੀ ਲੋੜ ਹੈ। ਤੇ ਜਰਨੈਲ ਜਦੋਂ ਹੋ ਜਾਣ ਮੋਹਰੇ, ਜਿਹੜੇ ਚਾਹੇ ਉਹ 38 ਦੇ ਰੂਪ 'ਚ ਹੋਣ, ਚਾਹੇ 40 ਦੇ ਰੂਪ 'ਚ ਹੋਣ, ਤੇ ਚਾਹੇ ਉਹ 500 ਦੇ ਰੂਪ 'ਚ ਹੋਣ, ਉਹਨਾਂ ਨੇ ਉਹ ਜਰਨੈਲ ਦੀ ਜਿਹੜੀ ਕਿਤੇ ਨਾ ਕਿਤੇ ਉਹ ਗੱਲ ਮੰਨੀ। ਸੋ ਬਿਲਕੁਲ ਮੈਂ ਸਮਝਦਾ ਬੜੀ ਖੂਬਸੂਰਤੀ ਇਸ ਸੰਘਰਸ਼ ਦੀ ਜਿਹੜੀ ਆਪਾਂ ਦੇਖਦੇ ਹਾਂ ਜੀ ਕਿ 500 ਜਥੇਬੰਦੀਆਂ ਜਿਹੜੀਆਂ ਇਸ ਸੰਘਰਸ਼ ਨੂੰ ਸਪੋਰਟ ਕਰਦੀਆਂ ਪਈਆਂ ਨੇ। 31 ਤੋਂ 40 ਤੱਕ ਹੁਣ ਗਿਣਤੀ ਆ ਗਈ ਹੈ ਜਿਹੜੀਆਂ ਕਿ ਡਾਇਰੈਕਟਲੀ ਅਗਵਾਈ ਕਰਦੀਆਂ ਪਈਆਂ। ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹ ਪੈਦਾ ਹੋ ਚੁੱਕਾ ਹੈ। ਇੱਕ ਤੋਂ ਇੱਕ ਜੇ ਆਪਾਂ ਪਰਤ ਇਹਦੀ ਖੁੱਲੀ ਚੱਲਾਂਗੇ ਨਾ ਤਾਂ ਮੈਨੂੰ ਲੱਗਦਾ ਬਹੁਤ ਕੁਝ ਇਸ ਸੰਘਰਸ਼ ਨੇ ਸਾਨੂੰ ਹੁਣ ਤੱਕ ਦੇ ਦਿੱਤਾ ਹੈ। ਜੇਕਰ ਗੱਲ ਕਰੀਏ ਤਾਂ ਵੇਖੋ ਕਿੱਥੋਂ ਤੱਕ ਹੁਣੇ ਇੱਕ ਸਾਡੇ ਸਾਹਮਣੇ ਜਿਹੜੀ ਵੀਡੀਓ ਆਈ ਕਿ ਸਮੁੰਦਰ ਦੇ ਹੇਠਾਂ ਜਾ ਕੇ ਉੱਥੇ ਉਹ ਜਿਹੜਾ ਹੈਗਾ ਇੱਕ ਝੰਡਾ ਲਹਿਰਾਇਆ ਜਾ ਰਿਹਾ, ਨੋ ਫਾਰਮਰ ਨੋ ਫੂਡ। ਦੁਨੀਆ ਦਾ ਕੋਈ ਵੀ ਕੋਨਾ ਮੈਨੂੰ ਲੱਗਦਾ ਐਸਾ ਨਹੀਂ ਹੈ ਜਿੱਥੋਂ ਇਹ ਨੋ ਫਾਰਮਰ ਨੋ ਫੂਡ ਦਾ ਸਾਨੂੰ ਮੈਸੇਜ ਨਹੀਂ ਮਿਲਦਾ ਪਿਆ, ਤੇ ਇੱਕ ਇੰਟਰਨੈਸ਼ਨਲ ਸੰਘਰਸ਼ ਬਣਿਆ ਹੋਇਆ। ਤੇ ਮੈਨੂੰ ਲੱਗਦਾ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਵੀ ਜਿਹੜਾ ਵਾ ਕੇਂਦਰ ਸਰਕਾਰ ਦੇ ਉੱਤੇ ਪੈ ਰਿਹਾ ਹੋਏਗਾ। ਬਿਲਕੁਲ ਪੈ ਰਿਹਾ ਹੋਏਗਾ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਸਮੁੰਦਰ ਦੇ ਵਿੱਚ ਜਾ ਕੇ ਸਾਡਾ ਕੋਈ ਭਰਾ, ਸਾਡਾ ਕੋਈ ਸਮਰਥਕ ਇੱਕ ਕਿ ਨੋ ਫੂਡ, ਨੋ ਫਾਰਮਰ ਨੋ ਫੂਡ ਦਾ ਫਲੈਗ ਲਹਿਰਾ ਰਿਹਾ 300 ਫੁੱਟ ਥੱਲੇ ਸਮੁੰਦਰ ਦੇ ਜਾ ਕੇ। ਉਸ ਇਨਸਾਨ ਦੀ ਕਮਿਟਮੈਂਟ ਦੇਖੋ, ਉਸ ਇਨਸਾਨ ਦਾ ਜਜ਼ਬਾ ਦੇਖੋ। ਅਸੀਂ ਰੈਲੀਆਂ ਕਰ ਰਹੇ ਹਾਂ ਅਸਮਾਨ ਦੇ ਵਿੱਚ, ਤੇ ਥੱਲੇ ਜਾ ਕੇ ਸਮੁੰਦਰ ਦੇ ਵਿੱਚ ਵੀ ਸਪੋਰਟ ਦੇ ਰਹੇ ਹਾਂ। ਇਹ ਸੰਘਰਸ਼ ਦੀ ਇੱਕ ਵਿਲੱਖਣਤਾ ਹੈ, ਇੱਕ ਪਾਵਰ ਹੈ, ਇੱਕ ਤਾਕਤ ਹੈ, ਇੱਕ ਜੁਟਤਾ ਹੈ। ਦੂਸਰੀ ਗੱਲ, ਅਸੀਂ ਇੱਥੇ ਸੰਘਰਸ਼ ਬੰਦ ਹੁੰਦਾ ਹੈ ਰਾਤ ਨੂੰ ਤੇ ਵਿਦੇਸ਼ਾਂ 'ਚ ਸ਼ੁਰੂ ਹੋ ਜਾਂਦਾ। ਇਹ ਦੁਨੀਆ ਦਾ ਇੱਕ ਇਹੋ ਜਿਹਾ ਸੰਘਰਸ਼ ਹੈ। ਅਸੀਂ ਸੌ ਜਾਂਦੇ ਆ ਤੇ ਸਾਡੇ ਬਾਹਰ ਬੈਠੇ NRI ਭਰਾ ਅੰਬੈਸੀਆਂ ਤੇ ਇੱਥੇ ਦੇ ਜਿਹੜੇ ਆਫਿਸ ਜਿਹੜੇ ਸਰਕਾਰ ਨੇ ਖੁੱਲੇ ਉਹ ਘੇਰ ਲੈਂਦੇ। 24 ਘੰਟੇ ਦਾ ਸੰਘਰਸ਼ ਜਿਹੜਾ ਲਗਾਤਾਰ ਪਿਛਲੇ 3-4 ਮਹੀਨੇ ਤੋਂ ਚੱਲ ਰਿਹਾ, ਇਹ ਇੱਕ ਵਿਲੱਖਣਤਾ ਹੈ। ਤੇ ਮੈਨੂੰ ਕਈ ਵਾਰੀ ਇੱਕ ਗੱਲ ਯਾਦ ਆਉਂਦੀ ਹੁੰਦੀ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਕਿਸੇ ਪਿੰਡ ਵਿੱਚ ਜਾਂਦੇ ਆ ਤੇ ਉੱਥੇ ਦੇ ਜਿਹੜੇ ਲੋਕ ਹੈ ਗੁਰੂ ਨਾਨਕ ਸਾਹਿਬ ਨੂੰ ਬੜੀ ਸੇਵਾ ਕਰਦੇ ਆ। ਜਦੋਂ ਸੇਵਾ ਕਰਦੇ ਆ ਤੇ ਸੇਵਾ ਕਰਨ ਵੇਲੇ ਜਦੋਂ ਤੁਰਨ ਲੱਗਦੇ ਆ ਉਹਦੇ ਤੋਂ ਬਾਅਦ, ਤੇ ਮਰਦਾਨਾ ਜੀ ਨਾਲ ਹੁੰਦੇ ਆ ਤੇ ਉਹ ਕਹਿੰਦੇ ਆ ਵੀ ਉੱਜੜ ਜਾਓ। ਤੇ ਅਗਲੇ ਪਿੰਡ ਵਿੱਚ ਜਾਂਦੇ ਆ ਤੇ ਉਹ ਬੜਾ ਮੰਦਾ ਚੰਗਾ ਸ਼ਬਦਾਵਲੀ ਬੋਲਦੇ ਆ ਤੇ ਉਹ ਕਹਿੰਦੇ ਜੀ ਵਸਦੇ ਰਹੋ। ਉਹ ਵਸਦੇ ਰਹੋ ਵਾਲੀ ਗੱਲ ਜਿਹੜੀ ਆ ਤੇ ਉੱਜੜ ਜੋ ਵਾਲੀ ਗੱਲ ਜਿਹੜੀ ਆ ਉਹ ਅੱਜ ਦਿਸਦੀ ਹੈ। ਉਹ ਚੰਗਿਆਈ ਤੇ ਬੁਰਾਈ, ਜਿਹੜੀ ਬੁਰਾਈ ਨੂੰ ਇਕੱਠਿਆਂ ਰੱਖਣਾ ਜੋੜ ਕੇ, ਚੰਗਿਆਈ ਨੂੰ ਭਾਵੇਂ ਔਖੇ ਸਮੇਂ ਦੇ ਵਿੱਚੋਂ ਲੰਘਣਾ ਪਵੇ ਪਰ ਉਹ ਖਿਲਰਨੀ ਚਾਹੀਦੀ। ਔਰ ਉਹ ਖਿਲਰੀ ਹੋਈ ਚੰਗਿਆਈ ਇੱਕ ਸਮੇਂ ਉਹ ਕਿੱਥੇ ਜਾ ਕੇ ਬੋਲਦੀ ਪਈ ਹੈ ਨਾ ਤੁਹਾਡੇ ਸਾਹਮਣੇ। ਜਿੱਥੇ ਜਾਏ ਬਈ ਹੈ ਭਲਾ ਕਹੀ ਹੈ ਜੀ, ਬਿਲਕੁਲ। ਝੋਲ ਅੰਮ੍ਰਿਤ ਪੀ ਹੈ। ਉਹ ਦੁਨੀਆ ਦੀ ਉਸੇ ਹੀ ਬੁਰਾਈ ਜਿਹਨੂੰ ਆਪਾਂ, ਜਿਹੜੀ ਚੰਗਿਆਈ ਨੇ ਖਿਲਰੀ ਤੇ ਬੁਰਾਈ ਕਿਤੇ ਨਾ ਕਿਤੇ ਇਕੱਠਿਆਂ ਰਹਿ ਗਈ ਤੇ ਚੰਗਿਆਈ ਡਿਫੈਂਸ ਮਿਨਿਸਟਰ ਵੀ ਬਣਦੀ ਹੈ, ਚੰਗਿਆਈ ਪਾਰਲੀਮੈਂਟ ਦੇ ਵਿੱਚ ਵੀ ਬੈਠਦੀ ਹੈ, ਪ੍ਰਾਈਮ ਮਿਨਿਸਟਰ ਦੇ ਅਹੁਦੇ ਲਈ ਦਾਅਵੇਦਾਰੀ ਵੀ ਬਣਦੀ ਹੈ। ਇਹ ਚੰਗਿਆਈ ਹੈ। ਭਾਵੇਂ ਅਸੀਂ ਦਰਦ ਝੱਲੇ, ਦੁੱਖ ਝੱਲੇ, ਪਰ ਚੰਗਿਆਈ ਕਿਤੇ ਨਾ ਕਿਤੇ ਉੱਥੇ ਖੜੀ ਦੱਸਦੀ ਹੈ। ਗੁਰੂ ਬਾਬੇ ਦੇ ਮੈਂ ਸਮਝਦਾ ਉਹਨਾਂ ਦੇ ਉਹ ਵਾਰੀ ਆ ਕਿ ਉੱਜੜ ਜਾਓ ਵੀ ਉਹਨਾਂ ਦਾ ਵਾਰ ਸੀਗਾ, ਜਿਹੜਾ ਕਿ ਅੱਜ ਬਖੂਬੀ ਫੈਲਿਆ ਹੋਇਆ ਕੁੱਲ ਦੁਨੀਆ ਦੇ ਵਿੱਚ। ਇਹ ਜਿਹੜਾ ਸੰਘਰਸ਼ ਤੇ ਬੜੇ ਜਾਬਤੇ, ਬੜੇ ਜੋਸ਼ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਵੀ, ਕਿਉਂਕਿ ਤੁਸੀਂ ਤਾਂ ਇੱਥੇ ਸਾਰਾ ਕੁਝ ਦੇਖਦੇ, ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ, ਅਸੀਂ ਵੀ ਦੇਖਦੇ ਹਾਂ। ਇੱਕ ਛੋਟਾ ਜਿਹਾ ਬੱਚਾ ਆਪਣੀ ਬੁਗਣੀ ਲੈ ਕੇ ਆ ਰਿਹਾ ਕਿ ਪਾਪਾ ਮੇਰੀ ਆ ਜਿਹੜੀ ਚੀਜ਼ ਆ ਨਾ ਇਹ ਇੱਥੇ ਲਾ ਦਿਓ। ਸੋ ਇੱਥੋਂ ਤੱਕ ਬੱਚਿਆਂ ਦੇ ਜ਼ਿਹਨ ਤੱਕ ਇਹ ਮੈਸੇਜ ਪਹੁੰਚਾਉਣ ਦੇ ਵਿੱਚ ਮੈਂ ਸਮਝਦਾ ਕਿ ਇਹ ਕਿਸਾਨ ਸੰਘਰਸ਼ ਕਾਮਯਾਬ ਹੋਇਆ। ਤੇ ਮੈਨੂੰ ਲੱਗਦਾ ਕਿ ਅਗਲੀ ਪੀੜ੍ਹੀ ਦੇ ਉੱਤੇ, ਜਿਹੜੇ ਸਾਡੇ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੇ ਸਾਡੀ ਟੀਨਏਜ ਤੱਕ ਦੇ, ਉਹਨਾਂ ਦੇ ਉੱਤੇ ਵੀ ਬੜਾ ਗਹਿਰਾ ਅਸਰ ਹੋ ਰਿਹਾ ਹੋਏਗਾ। ਬਿਲਕੁਲ ਹੋ ਰਿਹਾ ਜੀ। ਇਹ ਸੰਘਰਸ਼ ਨੇ ਕਿਤੇ ਨਾ ਕਿਤੇ ਸੁੱਤੀਆਂ ਜ਼ਮੀਰਾਂ ਜਗਾਈਆਂ। ਸਾਡੇ ਸੰਸਥਾਵਾਂ ਦਾ ਕਿਤੇ ਕਮੀ ਰਹੀ ਕਿ ਉਹ ਉਸ ਪੱਧਰ ਦੇ ਉੱਤੇ ਗੁਰੂ ਸਾਹਿਬ ਦੇ ਆਸ਼ੇ ਨੂੰ, ਗੁਰੂ ਸਾਹਿਬ ਦੇ ਸੰਦੇਸ਼ ਨੂੰ ਨਹੀਂ ਪਹੁੰਚਾ ਸਕੀ। ਪਰ ਇਸ ਸੰਘਰਸ਼ ਨੇ ਦੱਸਿਆ ਕਿ ਗੁਰੂ ਸਾਹਿਬ ਦਾ ਸਿਧਾਂਤ ਕੀ ਆ, ਸਿੱਖੀ ਦਾ ਸਿਧਾਂਤ ਕੀ ਹੈ।
ਅੱਜ ਇੱਕ ਬੱਚਾ ਆਪਦੇ ਪੈਸਿਆਂ ਨੂੰ ਘਰ ਦੇ ਵਿੱਚ ਆਪਣੇ ਪੈਸਿਆਂ ਨੂੰ ਸਾਂਭ ਕੇ ਰੱਖਦਾ ਹੈ ਕਿ ਮੇਰੇ ਹੈ, ਮੈਨੂੰ ਮੇਰੇ ਦਾਦੇ ਨੇ ਦਿੱਤੇ, ਮੇਰੇ ਨਾਨੇ ਨੇ ਦਿੱਤੇ, ਮੇਰੀ ਨਾਨੀ ਨੇ ਦਿੱਤੇ। ਉਹ ਇਕੱਠਿਆਂ ਕਰਦਾ ਹੈ। ਉਹ ਸੋਚਦਾ ਹੈ ਕਿ ਜਦੋਂ ਮੈਂ ਥੋੜੇ ਇਕੱਠੇ ਹੋ ਗਏ ਤੇ ਮੈਂ ਖਿਡੌਣਾ ਲਵਾਂਗਾ, ਮੈਂ ਟੈਡੀ ਲਵਾਂਗਾ, ਮੈਂ ਹੋਰ ਕੁਝ ਕਰਾਂਗਾ। ਪਰ ਉਹਦਾ ਜਜ਼ਬਾ ਦੇਖੋ, ਉਹ ਗੋਲਕ ਚੱਕਦਾ ਹੈ, ਗੋਲਕ ਚੱਕ ਕੇ ਤੇ ਇੱਥੇ ਸੰਘਰਸ਼ ਵਿੱਚ ਲੈ ਕੇ ਆਉਂਦਾ ਤੇ ਭੇਟ ਕਰਦਾ ਹੈ ਕਿ ਮੇਰੀ ਉਹ ਸੁਪਨੇ ਮੈਂ ਕੁਰਬਾਨ ਕਰ ਸਕਦਾ, ਮੈਂ ਚਾਹ ਕੁਰਬਾਨ ਕਰ ਸਕਦਾ, ਪਰ ਇਹ ਸੰਘਰਸ਼ ਜਿੱਤਣਾ ਚਾਹੀਦਾ ਹੈ। ਇਹ ਹੈ ਸੋਚ, ਇਹ ਇਕਜੁੱਟਤਾ ਹੈ, ਇਹ ਜਜ਼ਬਾ ਹੈ, ਇਹ ਉਹੀ ਜਜ਼ਬਾ ਹੈ ਜਿਹੜਾ ਸੀਸ ਦੇਣ ਤੱਕ ਵੀ ਜਾ ਸਕਦਾ ਹੈ। ਇਹ ਜਜ਼ਬਾ ਹੈ, ਬਿਲਕੁਲ ਇਹ ਜਜ਼ਬਾ ਜਿਹੜਾ ਆਪਾਂ ਫਿਰ ਉਹੀ ਗੱਲ ਨੂੰ ਜੇ ਫਿਰ ਜ਼ਿਹਨ ਚ ਲੈ ਕੇ ਆਈਏ, ਸੀਸਗੰਜ ਤੇ ਗੜੀ ਚਮਕੌਰ ਵਾਲੀ ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ। ਹਾਂ, ਇੱਧਰ ਸੀਸਗੰਜ ਤੇ ਗੜੀ ਚਮਕੌਰ ਵਾਲੀ ਆਪਾਂ ਹੁਣੇ ਹੀ ਸਜਦਾ ਕੀਤਾ ਇਹਨਾਂ ਦਿਨਾਂ ਦੇ ਵਿੱਚ ਹੀ, ਤੇ ਸਾਨੂੰ ਜੁਝਾਰੂਪਣ ਜਿਹੜਾ ਜੂਝਣਾ ਤੇ ਔਖੇ ਤੋਂ ਔਖੇ, ਮੈਨੂੰ ਲੱਗਦਾ ਗੁਰੂ ਕੇ ਬਾਗ ਦਾ ਮੋਰਚਾ ਜਿਹੜਾ ਸਾਨੂੰ ਉਹ ਵੀ ਇੱਕ ਪ੍ਰੇਰਨਾ ਸਰੋਤ ਹੈ। ਜਦੋਂ ਉਸ ਵੇਲੇ ਦੇ ਹਾਕਮ ਜਿਹੜੇ ਸੀ, ਉਹਨਾਂ ਦਾ ਪਾਦਰੀ ਜਾ ਕੇ ਉਹ ਕਹਿੰਦਾ ਕਿ ਮੈਂ ਕਈ ਜੀਸਸ ਅੱਜ ਦੇਖੇ ਨੇ ਡਾਂਗਾ ਖਾਂਦੇ। ਸੋ ਐਸਾ ਮੈਂ ਸਮਝਦਾ ਇਹ ਜਜ਼ਬਾ ਸਾਨੂੰ ਜਿਹੜੀ ਵਿਰਾਸਤ 'ਚ ਮਿਲਿਆ, ਉਹ ਵਿਰਾਸਤ ਸਾਡੀ ਪ੍ਰਗਟ ਇੱਥੇ ਪ੍ਰੈਕਟੀਕਲ ਉਹਦਾ ਦੇਖਣ ਨੂੰ ਮਿਲ ਰਿਹਾ। ਕੀ ਕਹਿੰਦੇ ਹੋ ਤੁਸੀਂ? ਜੀ ਮੈਂ ਰਿਪੀਟ ਕਰਿਓ ਜੀ, ਮੇਰਾ ਧਿਆਨ ਕਿਤੇ ਉਧਰ ਸਪੀਚ ਵੱਲ ਚਲਾ ਗਿਆ। ਤੁਹਾਡਾ ਧਿਆਨ ਸਪੀਚ ਵੱਲ ਚਲਾ ਗਿਆ। ਮੈਂ ਗੱਲ ਕਰ ਰਿਹਾ ਸੀ ਕਿ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ ਆਜ਼ਾਦੀ ਸੰਘਰਸ਼ ਤੋਂ ਪਹਿਲਾਂ, ਉਹਦੇ 'ਚ ਸੱਤਿਆਗ੍ਰਹਿ ਸੀ ਵੀ ਉਹਨਾਂ ਡਾਂਗਾ ਮਾਰਨੀਆਂ, ਆਪਾਂ ਖਾਣੀਆਂ ਨੇ, ਸਤਨਾਮ ਵਾਹਿਗੁਰੂ ਬੋਲਣਾ, ਜਦੋਂ ਹੋਸ਼ ਆਈ ਫਿਰ ਅੱਗੇ ਚੱਲਾਂਗੇ। ਜਿਹਨੂੰ ਹੋਸ਼ ਆਉਂਦੀ ਸੀ 2 ਕਦਮ ਅੱਗੇ ਚੱਲਦਾ, ਫਿਰ ਡਾਂਗ ਪੈਂਦੀ, ਫਿਰ ਡਿੱਗ ਪੈਂਦਾ ਸੀ। ਇਹ ਸਾਰਾ ਕੁਝ ਉਸ ਵੇਲੇ ਦੇ ਪਾਦਰੀ ਨੇ ਦੇਖਿਆ, ਉਹ ਹਿਸਟੋਰੀਕਲ ਐਵੀਡੈਂਸ ਆ। ਫਿਰ ਉਹਨੇ ਜਾ ਕੇ ਗੱਲ ਕਹੀ ਸੀ, ਪੰਜਾਬ ਦਾ ਜਿਹੜਾ ਗਵਰਨਰ ਸੀ, ਕਿ ਤੂੰ ਈਸਾਈ ਹੈ, ਮੈਂ ਤਾਂ ਅੱਜ ਕਿੰਨੇ ਜੀਸਸ ਉੱਥੇ ਡਾਂਗਾ ਖਾਂਦੇ ਦੇਖੇ ਨੇ। ਸੋ ਐਸਾ ਸੱਤਿਆਗ੍ਰਹਿ ਸਾਡੇ ਹਿਸਟਰੀ ਦੇ ਵਿੱਚ ਸਾਨੂੰ ਪ੍ਰੇਰਨਾ ਸਰੋਤ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦੀ ਗੱਲ ਕਰ ਲਈ, ਸਰਹੰਦ ਦੀ ਗੱਲ ਕਰ ਲਈਏ, ਤੇ ਇਦਾਂ ਦੀ ਕਿਉਂਕਿ ਸਹਿਣਸ਼ੀਲਤਾ ਤੇ ਜਾਬਤਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ, ਉਹਦੇ ਬਾਰੇ ਮੈਂ ਤੁਹਾਡਾ ਵਿਚਾਰ ਲੈ ਰਿਹਾ ਸੀ। ਦੇਖੋ, ਸਹਿਣਸ਼ੀਲਤਾ ਗੁਰੂ ਸਾਹਿਬ ਨੇ ਦਿੱਤੀ ਸਾਨੂੰ, ਪਹਿਲਾਂ ਸਹਿਣਸ਼ੀਲਤਾ ਹੈ। ਸਾਨੂੰ ਐਂ ਲੱਗਦਾ ਕਿ ਬਹੁਤ ਸਾਰੀ ਨੌਜਵਾਨੀ, ਬਹੁਤ ਸਾਰੇ ਸਾਡੇ ਭਰਾ ਸੋਚਦੇ ਆ ਕਿ ਗਰਮ ਪ੍ਰੋਗਰਾਮ ਚਾਹੀਦਾ, ਗਰਮ ਦੇ ਦਿਓ ਪ੍ਰੋਗਰਾਮ ਜੀ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਕਿਤੇ ਦੇਖਦੇ ਹੀ ਨਹੀਂ। ਆਪ ਦੇ ਘਰ ਦੇ ਵਿੱਚ ਸੁੱਖ ਆਰਾਮ ਛੱਡ ਕੇ ਤੇ ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਬੇਨਤੀ ਕੀਤੀ ਵੀ ਪਿਤਾ ਜੀ, ਤੁਹਾਡੇ ਤੋਂ ਬੜਾ ਵੱਡਾ ਕਿਹੜਾ ਪੈਗੰਬਰ ਹੋ ਸਕਦਾ ਹੈ, ਕਿਸੇ ਦੇ ਜਜ਼ਬੇ ਨੂੰ, ਕਿਸੇ ਦੇ ਧਰਮ ਨੂੰ, ਕਿਸੇ ਦੇ ਘਰ ਨੂੰ ਬਚਾਉਣ ਵਾਸਤੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਨੂੰ ਵੀ ਇਹ ਹੁਕਮ ਹੋਇਆ? ਹੁਣ ਸਾਨੂੰ ਵੀ ਇਹ ਹੁਕਮ ਲੱਗਦਾ ਹੈ, ਲੈ ਆਵੇ ਸਰਕਾਰ ਆਪਣੇ ਟੈਂਕ ਤੋਪਾਂ ਸਾਡੇ ਤੇ ਚਾੜਦੇ, ਸਾਨੂੰ ਮਾਰ ਕੇ ਲੰਘ ਜਾਏ, ਤੇ ਅਸੀਂ ਸੀ ਨਹੀਂ ਕਰਦੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ, ਇਹ ਕਿਤੇ ਸ਼ਾਂਤੀ ਤੇ ਪਹੁੰਚ ਨਹੀਂ ਸੀ? ਜਦੋਂ ਬੈਠੇ ਸੀ, ਜਦੋਂ ਮੂੰਹ ਚੋਂ ਵਾਹਿਗੁਰੂ 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 ਕਰਦੇ ਤੇ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਦੇ, ਕਿ ਉਹ ਸ਼ਾਂਤਮਈ ਸਾਨੂੰ ਸਿਰਫ ਗੁਰੂ ਸਾਹਿਬ ਨੇ ਦੁਸ਼ਮਣ ਤੇ ਚੜ ਕੇ ਤੇ ਦੁਸ਼ਮਣ ਦੀ ਹਿੱਕ ਪਾੜ ਕੇ ਲੰਘਣਾ ਹੀ ਨਹੀਂ, ਸਾਨੂੰ ਸ਼ਾਂਤਮਈ ਰਹਿ ਕੇ ਇਸ ਦੁਨੀਆ ਦੇ ਠੰਡੇ ਖੂਨ ਨੂੰ ਉਬਾਲਾ ਦੇਣ ਵਾਸਤੇ ਵੀ ਸ਼ਹਾਦਤ ਦੇਣ ਦਾ ਇੱਕ ਜਜ਼ਬਾ ਪੈਦਾ ਕੀਤਾ। ਮੈਂ ਬੇਨਤੀ ਕਰਦਾ ਰਹਿਣਾ ਨੌਜਵਾਨਾਂ ਨੂੰ, ਨੌਜਵਾਨੋ ਸਮਾਂ ਆਉਣਾ ਹੈ, ਆ ਜਾਏਗਾ ਸਮਾਂ ਜਿਸ ਦਿਨ ਤੁਹਾਨੂੰ ਇਹ ਪ੍ਰੋਗਰਾਮ ਵੀ ਦਿੱਤੇ ਜਾਣਗੇ, ਪਰ ਹੱਲੇ ਤੱਕ ਸਾਡੀ ਉਸ ਭਗਤੀ ਨੂੰ, ਉਸ ਦ੍ਰਿੜਤਾ ਨੂੰ ਹੱਲੇ ਬੰਨਣ ਦੀ ਲੋੜ ਹੈ, ਉਸ ਜਜ਼ਬੇ ਨੂੰ ਸਾਂਭਣ ਦੀ ਲੋੜ ਹੈ, ਕਿਤੇ ਡੋਲ ਨਾ ਜਾਈਏ। ਇਹ ਭਗਤੀ ਹੈ ਸਾਡੀ, ਇਹ ਚੌਂਕੜੇ ਲਾ ਕੇ ਬਿਲਕੁਲ ਬੈਠਣਾ। ਵੇਖੋ, ਇੱਕ ਇਦਾਂ ਹੀ ਇਸੇ ਪ੍ਰੋਗਰਾਮ ਦੇ ਦੌਰਾਨ ਪਿਛਲੇ ਦਿਨਾਂ 'ਚ ਇੱਕ ਨੇ ਗੱਲ ਸਾਂਝੀ ਕੀਤੀ ਸੀ ਨੌਜਵਾਨ ਨੇ, ਵੀ ਜੇ ਆਪਣੇ ਘਰ ਦੇ ਬਾਹਰ ਕੋਈ ਵੈਸੇ ਆਣ ਕੇ ਬੈਠਾ ਰਹੇ ਨਾ, ਗੱਲ ਵੀ ਨਾ ਕਰੇ, ਚੁੱਪ ਕਰਕੇ ਬੈਠਾ ਰਹੇ, ਸਾਨੂੰ ਦੂਜੇ ਦਿਨ ਉਹ ਪਰੇਸ਼ਾਨ, ਦੂਜੇ ਦਿਨ ਕੀ ਸ਼ਾਮ ਤੱਕ ਹੀ ਪਰੇਸ਼ਾਨ ਹੋ ਜਾਾਂਗੇ। ਤੇ ਇੱਥੇ ਤਾਂ ਦਿੱਲੀ ਦੇ ਬਾਰਡਰ ਤੇ ਬੈਠੇ ਆ, ਤੇ ਇੱਥੇ ਤਾਂ ਜਕਾਰਿਆਂ ਤੇ ਜਕਾਰੇ ਤੇ ਪਤਾ ਨਹੀਂ ਕੀ ਕੁਝ ਚੱਲਣ ਡਿਆ। ਸੋ ਇਹ ਗੱਲ, ਇਹਦਾ ਜਿਹੜਾ ਅਸਰ ਹੈ, ਮੈਂ ਸਮਝਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਪਿਆ। ਠੰਡ ਵੀ ਬੜੀ ਹੈ, ਉਹ ਠੰਡ ਦੇ ਅੰਦਰ ਜਿਹੜੀ ਗਰਮੀ ਹੈ, ਮੈਂ ਸਮਝਦਾ ਉਹ ਵੀ ਸਾਡੇ ਸਾਹਮਣੇ। ਸੋ ਬੜੇ ਹੀ ਵਿਉਂਤਬੰਦ ਢੰਗ ਦੇ ਨਾਲ, ਤੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ, ਕਿਉਂਕਿ ਸੰਗਤ ਏਡ ਵੱਲੋਂ ਅੱਜ ਅਸੀਂ ਬੇਨਤੀ ਵੀ ਕੀਤੀ ਹੈ ਸਟੇਜ ਤੋਂ ਕਿ ਅਸੀਂ ਯਥਾਯੋਗ ਸਹਿਯੋਗ ਜਿਹੜਾ ਕਰਾਂਗੇ ਉਹਨਾਂ ਪਰਿਵਾਰਾਂ ਦਾ,
ਕਿਉਂਕਿ ਸਾਡੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਤੇ ਸਾਰੇ ਟਰਸਟ ਨੇ ਫੈਸਲਾ ਕੀਤਾ ਸੀ ਕਿ ਸਟਾਰਟਿੰਗ 'ਚ ਘੱਟੋ ਘੱਟ ਅਸੀਂ 1 ਲੱਖ ਦੀ ਕਮਿਟਮੈਂਟ ਕਰਦੇ ਹਾਂ। ਅੱਗੋਂ ਜਿਵੇਂ ਜਿਵੇਂ ਸਮਾਂ ਬਣੇਗਾ, ਸੰਗਤਾਂ ਦਾ ਸਹਿਯੋਗ ਬਣੇਗਾ ਕਿ ਅੱਗੋਂ ਵੀ ਆਪਾਂ ਚੱਲਾਂਗੇ। ਸੋ ਉਹਨਾਂ ਪਰਿਵਾਰਾਂ ਨੂੰ ਸਾਂਭਣ ਦੇ ਵਾਸਤੇ ਤੁਸੀਂ ਵੀ ਆਪਣੇ ਵੱਲੋਂ ਕੋਈ ਸੁਝਾਅ ਜਾਂ ਕੋਈ ਸਾਨੂੰ ਪ੍ਰੇਰਨਾ ਦੇਣਾ ਚਾਹੋ ਤੇ ਬੇਨਤੀ ਹੈ ਜੀ ਕਿ ਧੰਨਵਾਦ ਤੁਹਾਡੇ ਸਾਰੇ ਟਰਸਟ ਦਾ, ਸਰਦਾਰ ਮਹਿੰਦਰ ਸਿੰਘ ਹੋਣਾ ਦਾ ਜਾਂ ਤੁਹਾਡੇ ਸਾਰੇ ਸਹਿਯੋਗੀਆਂ ਦਾ ਜਿਹੜੇ ਉਪਰਾਲਾ ਕਰ ਰਹੇ ਆ। ਪਰ ਇਹ ਉਪਰਾਲਾ, ਮੇਰੀ ਇੱਕ ਬੇਨਤੀ ਇਹ ਹੈ ਕਿ ਉਪਰਾਲਾ ਇੱਕ ਦਿਨ ਦਾ ਨਹੀਂ, ਲੋੜ ਹੈ ਉਹਨਾਂ ਪਰਿਵਾਰਾਂ ਨੂੰ ਆਖਰੀ ਦਮ ਤੱਕ, ਜਿੰਨਾ ਚਿਰ ਉਹ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਉਦੋਂ ਤੱਕ ਦਾ ਜਜ਼ਬਾ ਕਾਇਮ ਰੱਖਣ ਦੀ ਲੋੜ ਹੈ। ਸਾਡੀਆਂ ਸੰਸਥਾਵਾਂ, ਸਾਡੇ ਡੋਨੇਸ਼ਨ ਦੇਣ ਵਾਲੇ ਵੀਰ ਭਰਾ, ਸਾਰੇ ਸੱਜਣ, ਮੇਰੀ ਬੇਨਤੀ ਇਹ ਹੈ ਕਿ ਉਹਨਾਂ ਪਰਿਵਾਰਾਂ ਦੀ, ਉਹਨਾਂ ਬੱਚਿਆਂ ਦੀ, ਉਹਨਾਂ ਮਾਤਾ ਪਿਤਾ ਜਿਹੜੇ ਹੈਗੇ ਉਹਨਾਂ ਨੂੰ ਸਾਂਭਣ ਦੀ ਡਿਊਟੀ ਸਾਡੀ ਬਣਦੀ ਹੈ, ਤੁਹਾਡੀ ਬਣਦੀ ਹੈ। ਹੁਣ ਇਸ ਵੇਲੇ ਹਰ ਇੱਕ ਦਾ ਖੂਨ ਗਰਮ ਹੈ, ਹਰ ਚਾਹੁੰਦਾ ਹੈ ਕਿ ਮੈਂ ਇਸ ਜੱਗ ਦੇ ਵਿੱਚ ਹਿੱਸਾ ਪਾਵਾਂ, ਇਸ ਯੁੱਧ ਦਾ ਹਿੱਸਾ ਬਣਾ। ਪਰ ਮੇਰੀ ਬੇਨਤੀ ਇਹ ਹੈ ਕਿ ਉਹਨਾਂ ਵਾਸਤੇ ਤੇ ਜ਼ਿੰਦਗੀ ਭਰ ਦੀ ਜੰਗ ਹੈ ਜਿਨ੍ਹਾਂ ਦੇ ਘਰ ਚੋਂ ਘਰ ਦਾ ਮੁਖੀ ਚਲਾ ਗਿਆ। ਉਸ ਜੰਗ ਦੇ ਹਿੱਸੇ ਵੀ ਅਸੀਂ ਬਣਨਾ ਹੈ। ਉਹਨਾਂ ਪਰਿਵਾਰਾਂ ਦੀ, ਉਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਰੋਜ਼ਮਰਾ ਦੀਆਂ ਲੋੜਾਂ ਦੇ ਹਿੱਸੇ ਵੀ ਅਸੀਂ ਬਣਨਾ ਹੈ। ਚਲੇ ਗਏ ਜਿਹੜੇ ਆ ਉਹ ਤਾਂ ਨਹੀਂ ਅਸੀਂ ਬਣ ਸਕਦੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਆਸਰੇ ਦੇ ਰੂਪ ਦੇ ਵਿੱਚ ਅਸੀਂ ਖੜੇ ਹੋ ਸਕਦੇ ਉਹਨਾਂ ਪਰਿਵਾਰਾਂ 'ਚ। ਮੇਰੀ ਬੇਨਤੀ ਹੈ ਇਸ ਜਜ਼ਬੇ ਨੂੰ, ਇਸ ਦਾਨ ਦੀ ਇੱਕ ਪ੍ਰਥਾ ਨੂੰ ਉਹਨਾਂ ਪਰਿਵਾਰਾਂ ਤੱਕ ਉਸ ਸਮੇਂ ਤੱਕ ਲੈ ਕੇ ਜਾਇਓ ਜਿੰਨਾ ਚਿਰ ਉਹ ਪੈਰਾਂ ਤੱਕ ਨਹੀਂ ਖੜੇ ਹੋ ਜਾਂਦੇ। ਬੱਚਿਆਂ ਨੂੰ ਹਾਇਰ ਪੱਧਰ ਦੀ ਐਜੂਕੇਸ਼ਨ, ਉਹਨਾਂ ਪਰਿਵਾਰਾਂ ਦੇ ਸਿਰ ਤੇ ਜੇ ਛੱਤ ਦੀ ਲੋੜ ਹੈ ਤੇ ਤਾਂ ਬੱਚਿਆਂ ਦੇ ਵਿਆਹ, ਧੀਆਂ ਦੇ ਵਿਆਹ ਅੱਜ ਨਹੀਂ, ਜੇ ਅੱਜ ਬੱਚਾ 10 ਸਾਲ ਦਾ ਹੈ ਤੇ ਜਿੰਨਾ ਚਿਰ ਉਹ ਪੈਰਾਂ ਤੇ ਨਹੀਂ ਖੜਾ ਹੋ ਜਾਂਦਾ ਉਨਾ ਚਿਰ ਡਿਊਟੀ ਨਿਭਾਉਣ ਦੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਕਿ ਕੋਸ਼ਿਸ਼ ਕਰਿਓ। ਜੇਕਰ ਅੱਜ ਅਸੀਂ ਵੱਡਾ ਪੈਸੇ ਦਾ ਫਲੋ, ਠੀਕ ਹੈ, ਤੁਹਾਡੇ ਜਜ਼ਬੇ ਨੂੰ ਸਲਾਮ ਹੈ, ਤੁਹਾਡੀ ਸੇਵਾ ਨੂੰ ਵੀ ਸਿਜਦਾ ਹੈ, ਪਰ ਕਿਤੇ ਨਾ ਕਿਤੇ ਉਸ ਜਜ਼ਬੇ ਨੂੰ ਜ਼ਰੂਰ ਕਾਇਮ ਰੱਖਿਓ ਜਿਹੜਾ ਆਖਰੀ ਸਮੇਂ ਤੱਕ ਉਹਨਾਂ ਪਰਿਵਾਰਾਂ ਦੀ ਬਾਂਹ ਫੜ ਸਕੇ। ਪੁੱਤ ਬਣਨਾ ਹੈ ਜਿਨ੍ਹਾਂ ਦਾ ਪੁੱਤ ਚਲਾ ਗਿਆ, ਜੇ ਵੱਡੇ ਹੋ ਤੇ ਬਜ਼ੁਰਗ ਬਣਨਾ ਹੈ, ਬਾਪ ਦੀ ਜਗ੍ਹਾ ਤੇ ਖੜੇ ਹੋਣਾ। ਜੇ ਸਾਨੂੰ ਲੋੜ ਪੈਂਦੀ ਹੈ, ਜਿਸ ਘਰ ਦੇ ਵਿੱਚੋਂ ਮਾਂ ਚਲੀ ਗਈ ਹੈ, ਉਹ ਪਿਆਰ ਮਾਂ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਪਹੁੰਚਾਉਣਾ ਹੈ, ਉਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਹੈ। ਇਸ ਤਰ੍ਹਾਂ ਦਾ ਜਜ਼ਬਾ ਲੈ ਕੇ ਚੱਲਿਓ। ਤੇ ਜਿਹੜਾ ਮਾਂ ਦੀ ਲੋੜ ਇੱਕ ਦਿਨ ਨਹੀਂ ਹੁੰਦੀ, ਆਖਰੀ ਸਾਹ ਤੱਕ ਹੁੰਦੀ ਹੈ। ਆਖਰੀ ਸਾਹ ਤੱਕ ਉਹਨਾਂ ਦਾ ਸਾਥ ਦਿਓ, ਜ਼ਰੂਰ ਕਰੋ ਸੇਵਾ ਜੀ, ਸਦਕੇ ਕਰੋ। ਸਾਡਾ ਧਰਮ ਹੈ, ਸਾਡੀ ਸੋਚ ਹੈ, ਸਾਡੇ ਖੂਨ 'ਚ ਬਸਿਆ ਹੋਇਆ ਉਹ ਵਿਰਸਾ ਹੈ, ਪਰ ਵਿਰਸਾ ਕਿਤੇ ਨਾ ਕਿਤੇ ਅਸੀਂ ਹੋਰ ਵੱਡਾ ਕਰਨਾ ਹੈ, ਵੱਡਾ ਜਜ਼ਬਾ ਕਰਨਾ। ਬਹੁਤ ਵੱਡੇ ਤੇ क्योंकि शहीदों की चिताओं पे लगेंगे हर बरस मेले, वतन पे मिटने वालों का बाकी यही निशान होगा। ਆਪਾਂ ਨੂੰ ਥੋੜਾ ਜਿਹਾ ਉਸ ਤੋਂ ਅੱਗੇ ਚੱਲਣਾ ਪਏਗਾ, ਉਹਨਾਂ ਨੂੰ ਸੰਭਾਲਣਾ ਪਏਗਾ। ਉਹਨਾਂ ਪੁਰਾਣਾ ਬਹੁਤ ਸੋਹਣਾ ਵਿਚਾਰ ਜਿਹੜੇ ਨੇ ਸਾਡੇ ਨਾਲ ਰੜਾ ਸਾਹਿਬ ਜੀ ਨੇ ਸਾਂਝੇ ਕੀਤੇ ਨੇ, ਤੇ ਇਸ ਗੱਲ ਨੂੰ ਆਪਾਂ ਲੈ ਕੇ ਮੈਂ ਸਮਝਦਾ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਕਿ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਉਹਨਾਂ ਪਰਿਵਾਰਾਂ ਨੂੰ ਜਿਹੜਾ ਅਹਿਸਾਸ ਦੇਣ ਦੀ ਭਾਈ ਸਾਹਿਬ ਨੇ ਗੱਲ ਕੀਤੀ ਹੈ, ਜੇ ਅਸੀਂ ਕਿਤੇ ਇਹ ਅਹਿਸਾਸ ਦੇ ਪਾਏ ਨਾ ਤਾਂ ਮੈਂ ਸਮਝਦਾ ਕਿ ਕੌਮ ਲਈ, ਕਿਸਾਨੀ ਲਈ ਜਾਂ ਸੱਚ ਲਈ ਕੁਰਬਾਨ ਹੋਣ ਵਾਲਿਆਂ ਦੀ ਫਿਰ ਮੈਨੂੰ ਲੱਗਦਾ ਕਿ ਵਹੀਰਾਂ ਜਿਹੜੀਆਂ ਨੇ ਜਿੱਦਾਂ ਅੱਜ ਚੱਲੀਆਂ ਨੇ, ਕਦੇ ਵੀ ਜਦੋਂ ਜ਼ਰੂਰਤ ਪਏਗੀ ਤੇ ਉਹ ਲੋਕ ਖੜੇ ਹੋਣਗੇ। ਤੇ ਇੱਕ ਸਾਡਾ ਜ਼ਿੰਮੇਵਾਰੀ, ਨੈਤਿਕ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ, ਸੰਗਤ ਏਡ ਦੀ ਵੀ ਜ਼ਿੰਮੇਵਾਰੀ ਹੈ। ਭਾਈ ਸਾਹਿਬ ਹੋਰੀ ਸਾਰੀ ਜਿਹੜੀਆਂ ਇਹਨਾਂ ਦੇ 31 ਜਥੇਬੰਦੀਆਂ ਨੇ, ਹੁਣ 40 ਦੇ ਰੂਪ ਦੇ ਵਿੱਚ ਇਹ ਸਾਰਾ ਇਕੱਠ ਚੱਲਦਾ ਪਿਆ। ਸਾਡਾ ਸੰਯੁਕਤ ਕਿਸਾਨ ਮੋਰਚਾ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਐਸੀ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲੀਏ ਜਿੱਦਾਂ ਐਡਾ ਵੱਡਾ ਸੰਘਰਸ਼ ਇੱਕ ਬੜਾ ਵਧੀਆ ਯੋਜਨਾਬੱਧ ਤਰੀਕੇ ਨਾਲ ਚੱਲ ਰਿਹਾ ਪਿਆ। ਇਹ ਸੇਵਾਵਾਂ ਵੀ ਇਸੇ ਢੰਗ ਦੇ ਨਾਲ ਜੇ ਆਪਾਂ ਕਰ ਸਕੀਏ, ਸੋ ਇਸੇ ਉਮੀਦ ਦੇ ਨਾਲ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਜੀ, ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਸੀ। ਮੈਂ ਇੱਕ ਦਿਨ ਪਿਛਲੇ ਦਿਨੀ ਮੇਰੀ ਡਿਊਟੀ ਲੱਗੀ ਕਿ ਮੈਂ ਪਲਵਲ
ਇੱਕ ਬਾਰਡਰ ਜਿਹੜਾ MP ਤੇ ਹਰਿਆਣੇ ਤੇ ਯੂਪੀ ਦੀ ਸੰਗਤ ਨੇ ਰੋਕਿਆ ਹੋਇਆ ਤੇ ਮੈਂ ਉਸ ਅਕਾਲ ਪੁਰਖ ਦਾ ਮੈਂ ਵਾਰੇ-ਵਾਰੇ ਜਾਣਾ, ਮੈਂ ਸ਼ੁਕਰ ਅਦਾ ਕਰਦਾ ਕਿ ਜਿੱਥੇ ਪੂਰੇ ਭਾਰਤ ਦੇ ਧਰਮਾਂ ਨੂੰ ਜਾਤਾਂ ਨੂੰ ਇਕੱਠਿਆਂ ਕੀਤਾ ਹੈ ਉੱਥੇ ਇਸ ਪੱਗ ਦੀ ਜਿਹੜੀ ਮਾਣ ਵਧਾਇਆ ਮੈਂ ਦੇਖ ਕੇ ਹੈਰਾਨ ਆ। ਅੱਛਾ ਜੀ। ਜਦੋਂ ਮੈਂ ਇੱਥੋਂ ਜਾਣਾ ਤੇ ਉਸ ਬਾਰਡਰ ਦੇ ਉੱਤੇ ਜਿਹੜੀ ਐਂ ਲੱਗਦਾ ਸੀ ਕਿ ਪੰਜਾਬ ਦੀ ਪੱਗ ਡਿੱਗ ਗਈ ਹੈ, ਪੰਜਾਬ ਦੀ ਪੱਗ ਰੁਲ ਗਈ ਹੈ, ਪੰਜਾਬੀਅਤ ਰੁਲ ਗਈ ਹੈ, ਪੰਜਾਬ ਦੇ ਵਿੱਚ ਪੰਜਾਬੀ ਦਰ-ਦਰ ਭਟਕ ਰਿਹਾ ਦੁਨੀਆ ਭਰ ਦੇ ਵਿੱਚ। ਘੱਟੋ ਘੱਟ 1000 ਬੰਦੇ ਨੇ ਇਸ ਪੱਗ ਵੱਲ ਦੇਖ ਕੇ ਮੇਰੇ ਨਾਲ, ਮੈਂ ਸੈਲੀਬ੍ਰਿਟੀ ਨਹੀਂ ਕੋਈ, ਮੈਂ ਇੱਕ ਜ਼ਮੀਨ 'ਚੋਂ ਇੱਕ ਆਮ ਕਿਸਾਨ ਦਾ ਪੁੱਤ ਆ, ਪਰ ਉਹਨਾਂ ਨੇ ਜਦੋਂ ਉੱਥੇ ਸਾਡੇ ਨਾਲ ਤਸਵੀਰਾਂ ਖਿਚਾਈਆਂ ਤੇ ਸਾਨੂੰ ਐਂ ਲੱਗਾ ਕਿ ਇਸ ਵੱਖਰੀ ਦੁਨੀਆ 'ਚ ਆ ਗਏ। ਇਸ ਪੱਗ ਨੇ ਸਾਨੂੰ ਕਿੱਥੇ ਲਿਆ ਕੇ ਖੜਿਆਂ ਕਰ ਦਿੱਤਾ। ਔਰ ਦੂਸਰੀ ਘਟਨਾ, ਜਦ ਮੈਂ ਵਾਪਸ ਆਉਣਾ ਤੇ ਸਾਨੂੰ ਐਮਰਜੈਂਸੀ ਜਿਹੜਾ VIP ਲੇਨ ਹੈ ਮਾਨੇਸਰ ਟੋਲ ਪਲਾਜ਼ੇ ਦੇ ਉੱਤੇ, ਅੱਛਾ ਜੀ, ਤਾਂ ਉੱਥੇ ਕਾਲੀ ਦੇ ਵਿੱਚ ਜਦੋਂ ਅਸੀਂ VIP ਰੋਡ ਦੇ ਵਿੱਚ ਲੰਘਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਬੰਦ ਹੁੰਦਾ ਹੈ ਤੇ ਸੱਚ ਜਾਣਿਓ ਅੱਖਾਂ 'ਚ ਹੰਝੂ ਆ ਗਏ ਜਦੋਂ ਮੈਂ ਉਸ ਵਰਤਾਰੇ ਨੂੰ ਦੇਖਦਾ ਹਾਂ। ਘੱਟੋ ਘੱਟ 60-70 ਗੱਡੀਆਂ ਦੀ ਲਾਈਨ, ਜਿਹੜੀ ਇੱਕ ਵਿੱਚ 60-70 ਗੱਡੀਆਂ ਖੜੀਆਂ ਤੇ ਸਾਰੇ ਸਾਡੇ ਹਿੰਦੂ ਭਰਾ ਔਰ ਸਾਡੀ ਇਸ ਪੱਗ ਨੂੰ ਦੇਖ ਕੇ ਤੇ ਉਹ ਸਾਰੀਆਂ 3 ਲਾਈਨਾਂ ਬੰਦ ਕਰ ਦਿੰਦੇ, ਸਰਦਾਰ ਜੀ ਇਸ ਲਾਈਨ ਦੇ ਵਿੱਚ ਦੀ ਲੰਘੋ, ਤੇ ਅੱਖਾਂ 'ਚ ਹੰਝੂ ਆ ਜਾਂਦੇ ਆ ਕਿ ਸਾਨੂੰ ਅੱਜ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕੀ ਕਰ ਦਿੱਤਾ, ਪਰ ਪੂਰੇ ਦੇਸ਼ ਨੂੰ ਇਹ ਪਤਾ ਲੱਗ ਗਿਆ ਕਿ ਸਰਦਾਰੋ ਤੁਸੀਂ ਕੀ ਕਰ ਦਿੱਤਾ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਕਿੱਥੇ ਖੜੇ ਹੋ ਗਏ ਆ ਤੇ ਸਾਨੂੰ ਲੋੜ ਹੈ ਉਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੀ। ਜਦੋਂ ਭਰਾ ਸਾਨੂੰ ਆਵਾਜ਼ ਮਾਰਨ ਤੇ ਸਾਨੂੰ ਵੀ ਉਹਨਾਂ ਲਈ ਰਾਹ ਛੱਡਣ ਦੀ ਲੋੜ ਹੈ, ਉਹਨਾਂ ਦੇ ਮੋਹਰੇ ਹੋ ਕੇ ਮਰਨ ਦੀ ਲੋੜ ਹੈ। ਅਸੀਂ ਇਕੱਠਿਆਂ ਰਹਿਣਾ, ਜੇ ਹਮਨ ਹੁੰਦਾ ਹੈ ਤੇ ਉੱਥੇ ਵੀ ਅਸੀਂ ਸ਼ਾਮਲ ਹੈ, ਤੇ ਜੇ ਕਿਤੇ ਆ ਹੁਣ ਰਹਿਰਾ ਸਾਹਿਬ ਹੋ ਰਿਹਾ ਤੇ ਇੱਥੇ ਹਿੰਦੂ ਭਰਾ ਸ਼ਾਮਲ ਹੈ, ਮੁਸਲਮਾਨ ਭਰਾ ਲੰਗਰ ਲਾ ਕੇ ਬੈਠੇ ਆ, ਇਹ ਇੱਕ ਵਿਲੱਖਣਤਾ ਹੈ, ਇਹ ਸੰਘਰਸ਼ ਦੀ ਖੂਬਸੂਰਤੀ ਹੈ। ਤੇ ਮੈਂ ਆਸ ਕਰਦਾ ਕਿ ਇਹ ਭਾਈਚਾਰਕ ਸਾਂਝ ਜਿਹਦੇ ਤਰੇੜਾਂ ਪਾਉਣ ਦੀ ਗੱਲ ਸੀ ਤੇ ਸਾਡੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਹਰ ਧਰਮ ਦੀ ਬਾਣੀ ਨੂੰ ਅੰਕਿਤ ਕੀਤਾ ਤੇ ਅੱਜ ਐਂ ਲੱਗਦਾ ਕਿ ਉਹ ਵਰਤਾਰਾ ਵਰਤ ਰਿਹਾ, ਉਹ ਦਰਵਾਜ਼ੇ ਖੁੱਲੇ ਆ ਚਾਰੇ ਜਿਹੜੇ ਖੋਲ ਕੇ ਬੈਠੇ ਹੋਏ। ਬਿਲਕੁਲ, ਗੁਰੂ ਸਾਹਿਬ ਨੇ ਜਿਹੜੇ ਦਰਵਾਜ਼ੇ ਖੋਲੇ ਸੀ, ਕੋਈ ਬੋਲੇ ਰਾਮ ਰਾਮ, ਕੋਈ ਅੱਲਾ ਹੈ, ਕੋਈ ਖੁਦਾ। ਕਈ ਵਾਰੀ ਸਾਡੀਆਂ ਸਰਕਾਰਾਂ ਗਲ ਤੋਂ ਫੜ ਕੇ ਕਹਿੰਦੀਆਂ ਰਹੀਆਂ ਵੀ ਬੋਲ ਜੈ ਸ਼੍ਰੀ ਰਾਮ। ਅੱਜ ਐਂ ਲੱਗਦਾ ਜਦੋਂ ਹਿੰਦੂ ਭਰਾ ਸਾਡੇ ਨਾਲ ਖੜੇ ਹੁੰਦੇ ਤੇ ਬੋਲ ਦਿੰਦੇ ਆ ਜੈ ਸ਼੍ਰੀ ਰਾਮ। ਚਿੱਤ ਕਰਦਾ ਜੇ ਬੋਲ ਦਿੰਦੇ ਆ, ਜੇ ਸਾਡੇ ਭਰਾ ਚਾਹੁੰਦੇ ਅਸੀਂ ਬੋਲਦੇ ਆ। ਜੇ ਸਾਡਾ ਮੁਸਲਮਾਨ ਭਰਾ ਕਹਿੰਦਾ ਹੈ ਕਿ ਅੱਲਾਹੂ ਅਕਬਰ ਕਹਿਣਾ ਚਾਹੀਦਾ ਤੇ ਜਦੋਂ ਸਾਡੇ ਲਈ ਉਹ ਮਰਨ ਲਈ ਖੜਾ ਤੇ ਅਸੀਂ ਬੋਲਦੇ ਆ ਅੱਲਾਹੂ ਅਕਬਰ। ਇਹੀ ਤਾਂ ਸਾਂਝ ਆ, ਇਹ ਤਾਂ ਸਾਡੀ ਖੂਬਸੂਰਤ ਵਿਲੱਖਣਤਾ ਹੈ। ਜੇ ਉਹ ਅੱਜ ਸਾਡੇ ਨਾਲ ਖਲੋਤੇ ਨੇ, ਉਹ ਕਹਿ ਰਹੇ ਨੇ ਸਰਦਾਰ ਜੀ ਤੁਸੀਂ ਪਹਿਲਾਂ। ਇੱਕ ਇਹ ਵੀ ਵਿਲੱਖਣਤਾ ਹੈ ਕਿ ਯੂਪੀ ਚੋਂ ਆਇਆ ਹੋਇਆ ਮੁਸਲਮਾਨ ਭਰਾ ਸਟੇਜ ਤੇ ਚੜ ਕੇ ਬੋਲੇ ਸੋਨਹਾਲ ਕਹਿੰਦਾ, ਕੇਰਲ ਚੋਂ ਆਇਆ ਹੋਇਆ ਸਾਡਾ ਭਰਾ ਹਿੰਦੂ ਉਹ ਇੱਥੇ ਬੋਲੇ ਸੋਨਹਾਲ ਕਹਿੰਦਾ, ਤੇ ਜਦੋਂ ਅਸੀਂ ਜਾਵਾਂਗੇ ਸਾਨੂੰ ਵੀ ਐਂ ਲੱਗਦਾ ਕਿ ਸਾਡੇ ਕੋਈ ਬੋਲੇ ਰਾਮ ਰਾਮ, ਕੋਈ ਅੱਲਾ ਹੈ। ਇਹ ਗੁਰਬਾਣੀ ਜਿਹੜੀ ਸਾਨੂੰ ਦੱਸਦੀ ਹੈ ਸੱਚ ਵਰਤਾਰਾ ਉਹ ਪ੍ਰੈਕਟੀਕਲੀ ਵਰਤਦਾ ਪਿਆ। ਕੋਈ ਸੇਵਾ ਗੁਸਾਈਆਂ, ਕੋਈ ਅੱਲਾ ਹੈ। ਹਾਏ ਹਾਏ, ਧੰਨ ਸਤਿਗੁਰ ਸੱਚੇ ਪਾਤਸ਼ਾਹ, ਤੇਰਾ ਬਖਸ਼ਿਆ ਹੋਇਆ ਗਿਆਨ ਅੱਜ ਪ੍ਰੈਕਟੀਕਲੀ ਇਸ ਧਰਤੀ ਤੇ ਹੋ ਰਿਹਾ। ਸ਼ੁਕਰ ਹੈ ਕਿ ਅਸੀਂ ਉਸ ਦੇ ਚਸ਼ਮਦੀਦ ਗਵਾਹ ਬਣਦੇ ਪਏ ਹਾਂ। ਕਰਮ ਵਾਲੇ ਆ ਜੀ ਅਸੀਂ। ਦੇਖੋ ਜ਼ਿੰਦਗੀਆਂ ਆਈਆਂ, ਕਈ ਚਲੀਆਂ ਗਈਆਂ, ਸਰੀਰ ਆਏ ਚਲੇ ਗਏ, ਪਰ ਧੰਨਿਆ ਸੱਚੇ ਪਾਤਸ਼ਾਹ ਜਿਨੇ ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਾਇਆ। ਚਲੇ ਜਾਣਾ ਅਸੀਂ ਵੀ, ਜ਼ਿੰਦਗੀ ਸਵਾਸ ਹੈ, ਬੜੀ ਸਿੰਘ ਇੱਥੇ ਜਾ ਰਹੇ ਆ ਰਹੇ ਆ, ਜ਼ਿੰਦਗੀ ਦੀ ਜੀਵਨ ਲੀਲਾ ਜਿਹੜੀ ਉਹ ਖਤਮ ਵੀ ਹੋ ਰਹੀ ਹੈ। ਪਰ ਜੇ ਅਸੀਂ ਇਸ ਹਿੱਸੇ ਚੰਗੀ ਡਿਊਟੀ ਨਿਭਾ ਰਹੇ ਹਾਂ ਤੇ ਉਸ ਗੁਰੂ ਸਾਹਿਬ ਦੀ ਕਿਰਪਾ ਹੈ ਜੀ, ਉਸ ਅਕਾਲ ਪੁਰਖ ਦੀ ਸਾਡੇ ਤੇ ਰਹਿਮਤ ਆ ਤੇ ਆਸ ਕਰਦੇ ਆ ਰਹਿਮਤ ਬਣਾਈ ਰੱਖੇ ਔਰ ਸਾਰੀ ਸੰਗਤ ਨੂੰ ਇਸ ਹਿੱਸੇ ਦੇ ਵਿੱਚ, ਇਸ ਜੱਗ ਦੇ ਵਿੱਚ ਆਪਣਾ ਪਾਰਟ ਪਲੇ ਕਰਨ ਦੀ ਜਿਹੜੀ ਉਹ ਹਿੰਮਤ ਬਖਸ਼ੇ। ਘਰਾਂ 'ਚ ਬੈਠੀ ਸੰਗਤ ਨੂੰ ਵੀ ਬੇਨਤੀ ਹੈ, ਇਹੋ ਜਿਹੀਆਂ ਜੰਗਾਂ ਤੇ ਇਹੋ ਜਿਹੇ ਵਰਤਾਰੇ ਵਾਰ-ਵਾਰ ਨਹੀਂ ਵਰਤਦੇ, ਇਹਦਾ ਹਿੱਸਾ ਬਣੋ ਤੇ ਇਹ ਲੋੜ ਹੈ। ਇਹ ਸਭ ਕੁਝ ਉਸ ਕੁਦਰਤ ਦਾ ਵਰਤਾਰਾ ਹੈ, ਉਸ ਅਕਾਲ ਪੁਰਖ ਦਾ ਵਰਤਾਰਾ ਹੈ। ਬੜੇ ਆਏ ਤੇ ਬੜੇ ਚਲੇ ਗਏ, ਪਰ ਚੜ੍ਹ ਸਿੰਘ ਹੋਣਾ ਦੀ ਉਸ ਤਾਕਤ ਦੇ ਬਰਾਬਰ ਖੜੇ ਹੋਣ ਵਾਲੀ ਗੱਲ ਕਿਤੇ ਵਾਰ-ਵਾਰ ਨਹੀਂ ਹੁੰਦੀ। ਬਿਲਕੁਲ, ਜੱਸਾ ਸਿੰਘ ਆਲੂ ਵਾਲੀਆ ਤੇ ਜੱਸਾ ਸਿੰਘ ਰਾਮਗੜੀਆ ਵਾਲੀ ਗੱਲ ਦੁਹਰਾਉਣ ਦਾ ਮੌਕਾ ਵਾਰ-ਵਾਰ ਨਹੀਂ ਮਿਲਦਾ। ਜਿੱਦਣ ਇੱਥੋਂ ਜਿੱਤ ਕੇ ਗਏ, ਅਵਸ਼ ਜਿੱਤ ਕੇ ਜਾਵਾਂਗੇ, ਜਿੱਦਣ 19 ਤੋਂ 20 ਵਾਰ ਹੋਇਆ ਤੇ ਰਹਿੰਦੀ ਦੁਨੀਆ ਤੱਕ ਯਾਦ ਰਹਿਣਾ। ਫਿਰ ਛੱਡਣਾ, ਕਬਜ਼ਾ ਵੀ ਨਹੀਂ ਛੱਡਣਾ। ਐਰਕਾਂ ਗੱਲ ਬੜੀ ਪੱਕੀ ਹੈ,
ਉਹ ਕਹਿੰਦੇ ਸੀ ਨਾ, ਆਪ ਦਾਲੀ ਦੇ ਪੋਤਰਾ ਤੈਨੂੰ ਚੜ੍ਹ ਸਿੰਘ ਦਾ ਪੋਤਰਾ ਵੰਗਾਰਦਾ। ਸੋ ਇਹ ਜਜ਼ਬੇ ਜਿਹੜੇ ਸਾਡੇ ਇਹ ਸਾਨੂੰ ਵਿਰਾਸਤ 'ਚ ਮਿਲੇ ਹੋਏ ਨੇ, ਇਹਨਾਂ ਦੀ ਖੂਬਸੂਰਤੀ ਲੈ ਕੇ, ਇਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਅਸੀਂ ਅੱਗੇ ਵਧਣਾ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜੀ। अरदास वाप श्री भगवती जी के पास साहिब दसवीं प्रथम भगवती सिमर के गुरु नानक लेते आए। विरंगत गुरते अमरदास रामदास जी सहाय। अर्जुन हर गोबिंद नु सिलो सिहाराए। श्री हर कृष्ण जी ताये डठे सब दुख जाए। तेग बहादुर सिमरया कर नौन दया बताए। सब खैना जी सहाय। दसवें पातशाह गुरु गोबिंद सिंह जी महाराज सब खैना जी सहाय। दसवां पातशाह जगदी जोत साहिब श्री गुरु ग्रंथ साहिब जी पवित्र पाठ दर्शनदार का ध्यान करके बोलो जे गुरु सजा के साजे नवाजे पंज प्यारे चार सजा दे 40 मुक्तियां ठियां जपियां तपियां जिन्ना गुरमुखा नाम जपया वंड सकिया दीप लाई तेग वाही दे के अंजित किता तिन्ना प्यारियां सचारियां महापुरुषां दी कमाई दा ध्यान करके बोलो जी। जिन्ना सिंगा सिंगड़ियां धर्म हेत सीस दिते बंद बंद कटवाए। खोपड़ियां लहाइया चरखड़ियां दे चढ़े तनारे न चराए। गुरुद्वारियां दी सेवा संभाली कुर्बानियां कीतियां जी। तेरे पहाड़ी नूं मिठा मिठा करके मनिया। सिखी के स्वासा संभाई धर्म नहीं छड्डिया। तिन्ना सिंगा सिंगड़ियां समूह बच्चों दी कमाई दा ध्यान करके बोलो जी। पंजा तख्ता सरबत गुरुद्वारे की कमाई का ध्यान करके बोलो जी। सरबत खालसा जी की अरदास है जी। सरबत खालसा जी को वाहिगुरु 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 तेरा नाम चितावे। चितावन का सदका सब सुख हो जाता खालसा जी साहिब। तहां तहां रस्या राज देख ते फतेह बिरद की फैज पंथ के जी श्री सब जी सहाय। खालसा जी के बोल बोलो जी। बख्शो जी अपने सिखा नूं सिखी दान केस दान रह दान विवेक दान उत्साह दान भरोसा दान दाना सिरदान नाम दान। श्री अमृतसर साहिब जी के दर्शन श्राण चौकियां झंडे बंगे जुगो जुग टल धर्म का जयकार। खालसा जी की बोल बोलो जी। सिखा दा मन नीवा मत उची मत पादे राखे काल पुरख वाहिगुरू जीओ। सदा अपने पंथ दे साहिबदार जीओ। श्री ननकाना साहिब ते होर गुरुद्वारियां गुरधामां दे जिन्हां तो आप जी के प्यारे पंथ नूं सोड़िया गया है जी। खुले दर्शनदार ते सेवा संभाल दा दान अपने खालसा जी नूं बख्शो जी महाराज। हे नमाणियां दे मान गुरु नताणियां दे तान गुरु न्योटियां दी ओट गुरु निआसरियां दे आसरे गुरु। धन धन साहिब श्री गुरु नानक देव जी महाराज। धन धन साहिब श्री गुरु गोबिंद सिंह जी महाराज। धन धन चौसठ दे मालिक जागदी जोत जुगो जुग टल गद्दी ते विराजमान आदि श्री गुरु ग्रंथ साहिब जी महाराज। आप जी के चरण कमला पास अरदास बेनती है सतगुरु जी। आप जी की कृपा हुई है रहमत हुई है बख्शिश हुई है सतगुरु जी। आप जी की कृपा दे नाल किसानी संघर्ष मोर्चे तो सतगुरु जी संध्या वेले दे 100 दरस बाणी ते जाप हुई ने। गुरु साहब कृपा करियो बख्शिश करियो। आप जी दी पवित्र बाणी चारण करदे आ आप जी दे बच्चों कोलों एक नहीं अनेक प्रकार दी भुल्लां गलतियां हो गईयां होणगीआं। अनजान बच्चे समझ के भुल चुक माफ करना अगे तो समर्थ बख्शिश करनी। गुरु साहब कृपा करियो। आप जी का ओट आसरा लैके आप जी दी संगतां हक सच की लड़ाई लड़न वास्ते किसानी मोर्चे वास्ते सतगुरु जी इस धरती ते बैठ के आप जी नूं याद कर रही ने। गुरु साहब कृपा करियो सरबत संगतां नूं फतेह बख्शिश करनी। कृपा करियो सतगुरु जी जो भी इस संघर्ष दे विच माई भाई बच्चे बुजुर्ग नौजवान जो भी सतगुरु जी संगतां पहुंचियां ने सरबत नूं चढ़दी कला च रखना तंदुरुस्ती दी दातां बख्शिश करनी। गुरु गरीबवास सच्चे पातशाह 26 तरीक तो ही आप जी दी जो संगतां तन मन धन दे नाल आप जी दी संगतां दीयां सवावां निभा रहे ने लंगरां दी सवावां निभा रहीआं ने संगतां सरबत संगतां ते मेहर प्रयास रखना। सतगुरु की सेवा सफल है जे को करे चित लाए। गुरु साहब
ਕਿਰਪਾ ਕਰਿਓ। ਜੋ ਇਸ ਸੰਘਰਸ਼ ਦੇ ਵਿੱਚ ਰੂਹਾਂ ਵਿਸਰ ਗਈਆਂ ਨੇ ਉਹਨਾਂ ਨੂੰ ਆਪਣੇ ਚਰਨਾਂ ਤੋਂ ਨਿਵਾਸ ਬਖਸ਼ਣਾ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਸ਼ ਕਰਨਾ। ਗੁਰੂ ਗਰੀਬਨਾਥ ਸੱਚੇ ਪਾਤਸ਼ਾਹ ਸਰਬੱਤ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਕਰਾਪ ਸਾਹਿਬ ਦੀ ਸੱਜ ਕੇ ਹਾਜ਼ਰ ਹੈ ਜੀ। ਆਪ ਜੀ ਦਰ ਪ੍ਰਵਾਨ ਹੋਏ ਭੋਗ ਲੱਗਿਆ ਪ੍ਰਸਾਦ ਸੰਗਤ ਵਿਰਤਾਂ ਦੀ ਆਗਿਆ ਬਖਸ਼ਿਸ਼ ਕਰਨੀ। ਗੁਰੂ ਗਰੀਬਨਾਥ ਸੱਚੇ पातशाह आप जी का कुटान कुटान धन्यवाद है। आप जी के भाने अंदर 4 पैर दिन सुखां दा बतीत होया है। सतगुरु जी रहन आई है सुखां दी बतीत करवानी। सरबत संगतां ते मेहर भरे हथ रखना। सरबत जथेबंदियां ते किसानां वीरां ते सब नूं चढ़दी कला च रखना। सतगुरु जी सही प्यारे मिलने जिन्हां वेले आप जी का नाम चितावा है। नानक नाम चढ़दी कला तेरे भाने सरबत दा भला। वाहिगुरु जी का खालसा वाहिगुरु जी की फतेह। बोले वाहिगुरु जी की फतेह। बहुत धन्यवाद सुनता ने बड़े प्यार के नाल बैठ के सतगुਰਾਂ ਦੀ ਬਾਣੀ ਸਰਵਣ ਕੀਤੀ। ਮੇਰੇ ਗੁਰੂ ਪਿਆਰ ਨੂੰ ਹੋਰ ਥੋੜਾ ਸਮਾਂ ਅੱਜ ਸੰਧਿਆ ਦੀ ਅਰਦਾਸ ਸਰਵਣ ਕੀਤੀ ਹੈ। ਵੇਖੋ ਕਿੰਨੇ ਪਿਆਰ ਦੇ ਨਾਲ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕੀਤੀ ਗਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਦੇ ਨਾਲ ਹੀ ਇੱਕ ਮੋਰਚਿਆਂ ਨੂੰ ਕਾਮਯਾਬੀਆਂ ਮਿਲਦੀਆਂ ਨੇ ਤੇ ਮਹਾਰਾਜ ਦੀ ਆਪਣੀ ਧਰਤੀ ਹੈ। ਗੁਰੂ ਨਾਨਕ ਸਾਹਿਬ ਵੀ ਇਸੇ ਰਾਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਵੀ ਫਿਰ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਮਿਹਰ ਪ੍ਰਾਪਤ ਹੈ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰਾ ਬਖਸ਼ਿਸ਼ਾਂ ਦੀ ਧਰਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਰਹਿਮਤ ਆਪਾਂ ਧਰਤੀ ਜਿੱਥੇ ਮੋਰਚੇ ਲੱਗੇ ਨੇ ਸਤਿਗੁਰ ਸੱਚੇ ਪਾਤਸ਼ਾਹ ਸੋ ਸੇਵਾ ਵੇਖੋ ਨੇਰੀਆਂ ਸੇਵਾ ਦੀਆਂ ਵੀ ਹੈ। ਸਿੰਘਾਂ ਦੇ ਜਜ਼ਬੇ ਵੇਖੋ ਜੋਸ਼ ਵੇਖੋ ਆ ਵੇਖੋ ਮਿੰਟੋ ਮਿੰਟੀ ਟਰਾਲੀ ਖਾਲੀ ਹੁੰਦੀ। ਇਹ ਕਲਾ ਵਰਤਦੀ ਪਈ ਆ ਗੁਰੂ ਬਾਜਾਂ ਵਾਲੇ ਦੀ। ਵੇਖੋ ਕੀ ਜਵਾਨ ਕੀ ਬਜ਼ੁਰਗ ਮਿੰਟੋ ਮਿੰਟੀ ਜਾ ਰਹੀਆਂ ਨੇ। ਸੋ ਇਹ ਜਜ਼ਬਾ ਜੀ ਇਹ ਜਜ਼ਬਾ ਸਿੰਘਾਂ ਦਾ ਸੇਵਾ ਦਾ ਜਜ਼ਬਾ। ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਦੇ ਸਾਹਮਣੇ ਜੋ ਸਿੰਘੂ ਬਾਰਡਰ ਦੇ ਸਟਾਰਟਿੰਗ ਦੇ ਉੱਤੇ ਜੋ ਲੰਗਰ ਦੀ ਸੇਵਾ ਚੱਲਦੀ ਪਈ ਆ ਵੇਖੋ। ਸੋ ਜੋਸ਼ ਜਜ਼ਬਾ ਜਿਹੜੇ ਆਲੇ ਦੁਆਲੇ ਖੜੇ ਵੀ ਵੇਖਦੇ ਪਏ ਨੇ ਨਾ ਉਹ ਵੀ ਮਹਿਸੂਸ ਕਰਦੇ ਨੇ ਕਿ ਕੀ ਖੇਡ ਵਰਤਦੀ ਪਈ ਹੈ। ਇਹ ਇੱਕ ਪਾਣੀ ਦੀ ਬੋਤਲ ਜਿਹੜੀ ਇੱਥੇ 10-10 15-15 ਰੁਪਏ ਦੀ ਵਿਕਣ ਵਾਲੀ ਤੇ ਇੱਥੇ ਪੇਟੀਆਂ ਦੀਆਂ ਪੇਟੀਆਂ ਦੇਖੋ ਜਕਾਰੇ ਬੁਲਾਏ ਗਏ ਨੇ ਜੀ ਸੇਵਾਵਾਂ ਦੇ ਚੜ੍ਹਦੀ ਕਲਾ ਖੁਸ਼ੀ ਮਹਾਰਾਜ ਦੀ ਮਿਹਰ ਦੇ ਖੁਸ਼ੇ ਆ ਹਾਂ। ਸੋ ਵੇਖੋ ਭੰਡਾਰੇ ਉਹ ਕਈ ਪੁੱਛਦੇ ਆ ਨਾ ਜੀ ਜਥੇਦਾਰ ਜੀ ਕਈ ਪੁੱਛਦੇ ਫੰਡਿੰਗ ਕਿੱਥੋਂ ਆਉਂਦੀ ਆ ਆਹ ਵੇਖ ਲਓ ਫੰਡਿੰਗ ਕਿੱਥੋਂ ਆਉਂਦੀ। ਗੁਰੂ ਨਾਨਕ ਦੇਵ ਦਾ ਲੰਗਰ 20 ਰੁਪਏ ਦਾ ਚਲਾਇਆ ਆ 550 ਸਾਲ ਤੋਂ ਚੱਲਦਾ ਆ ਰਿਹਾ। ਇਹ ਜੁਗੋ ਜੁਗ ਚੱਲਦਾ ਰਹੂਗਾ। ਵਾਹ ਜੀ ਵਾਹ। ਇਹ ਜਿਹੜੀ ਹਾਂਜੀ ਮੋਦੀ ਸਰਕਾਰ ਆ ਇਹਦੇ ਕੋਲ ਪਰਮੇਸ਼ਰ ਕਰਾ ਰਿਹਾ ਜੋ ਕਰਾ ਰਿਹਾ ਵਾ। ਇੱਥੇ ਵੀ ਕੁਦਰਤੀ ਕਰਾ ਰਹੀ ਜੋ ਕਰਾ ਰਹੀ ਆ। ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ। ਇਹ ਅੱਤ ਖੁਦਾ ਦਾ ਵੈਰ ਜਿਹੜਾ ਵਾ ਇਹ ਪਰਮੇਸ਼ਰ ਹੀ ਇਸ ਦਾ ਨਿਬੇੜਾ ਕਰੂਗਾ। ਜਿਹੜੇ ਗਰੀਬ ਕਿਸਾਨ ਸੜਕਾਂ ਤੇ ਬੈਠੇ ਕੋਈ ਧੱਕੇਸ਼ਾਹੀ ਨਹੀਂ ਕਰ ਰਹੇ ਆਪਣਾ ਹੱਕ ਮੰਗ ਰਹੇ ਆ। ਆਪਣੀ ਜ਼ਮੀਨ ਬਚਾਉਣ ਦੀ ਖਾਤਰ ਸੜਕਾਂ ਤੇ ਬੈਠੇ ਆ। ਇਹ ਮੋਦੀ ਸਰਕਾਰ ਅਡਾਨੀ ਅਬਾਨੀ ਵਰਗੇ ਧਨਾੜ ਬੰਦਿਆਂ ਨਾਲ ਮਿਲ ਕੇ ਸਾਨੂੰ ਉਹਨਾਂ ਅੱਗੇ ਗੁਲਾਮ ਕਰਨਾ ਚਾਹੁੰਦੀ ਆ। ਅਸੀਂ ਕਿਸੇ ਵੀ ਕੀਮਤ ਤੇ ਆਪਣੀਆਂ ਜ਼ਮੀਨਾਂ ਇਹਨਾਂ ਨੂੰ ਹਥਿਆਉਣ ਨਹੀਂ ਦਿਆਂਗੇ। ਅਸੀਂ ਆਪਣੀ ਜ਼ਮੀਨ ਲਈ
ਤੇ ਜ਼ਮੀਰ ਲਈ ਅਣਖ ਖਾਤਰ ਲਈ ਇੱਥੇ ਆਣ ਕੇ ਬੈਠੇ ਆ। ਅਸੀਂ ਆਪਣਾ ਪਿਛੋਂ ਸਾਰਾ ਕਾਰੋਬਾਰ ਠੱਪ ਕਰਕੇ ਬੈਠੇ ਆ। ਅਸੀਂ ਜਿੰਨਾ ਚਿਰ ਵੀ ਬਹਿਣਾ ਪਊ, ਭੁੱਖੇ ਧਿਆਏ ਵੀ ਰਹਿਣਾ ਪਊ, ਸਾਨੂੰ ਅਸੀਂ ਬਹਾਂਗੇ। ਸਾਡੇ ਪਿਤਾ ਦਸ਼ਮੇਸ਼ ਕਲਗੀਆਂ ਵਾਲੇ ਗੁਰੂ ਗੋਬਿੰਦ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਵਿੱਚ ਘੇਰਾ ਪਾਇਆ ਸੀ ਦੁਸ਼ਮਣ ਨੇ, ਉੱਥੇ ਸਿੰਘਾਂ ਨੇ ਭੁੱਖੇ ਰਹਿ ਕੇ ਸਬਰ ਤੇ ਸਿਦਕ ਦੇ ਨਾਲ ਜ਼ੁਲਮ ਦਾ ਟਾਕਰਾ ਕੀਤਾ ਵਾ। ਸਾਡੇ ਦਸ਼ਮੇਸ਼ ਪਿਤਾ ਨੇ ਆਪਣੇ ਜੀਆਂ ਦੀ ਸ਼ਹਾਦਤ ਦੇ ਕੇ ਉਹਨਾਂ ਦਾ ਖੂਨ ਸਾਡੀਆਂ ਰਗਾਂ ਦੇ ਵਿੱਚ ਖੋਲਦਾ ਵਾ। ਅਸੀਂ ਸਬਰ ਤੇ ਸੰਤੋਖ ਕਰਕੇ ਬੈਠੇ ਆ। ਇਹ ਸਬਰ ਦੀ ਜੰਗ ਅਸੀਂ ਯਾਰੀ ਰੱਖਾਂਗੇ, ਇੱਕ ਮਿਸਾਲ ਕਾਇਮ ਕਰ ਦਾਂਗੇ ਦੁਨੀਆ ਦੇ ਉੱਤੇ ਕਿ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਸਬਰ ਤੇ ਸਿਦਕ ਦੀ ਜੋ ਜੰਗ ਲੜ ਰਹੇ। ਇਹ ਮੋਦੀ ਸਰਕਾਰ ਜੋ ਰੰਗ ਜੇਬ ਵਾਲੀ ਨੀਤੀ ਬਣਾ ਰਿਹਾ ਹੈ, ਸਾਡੇ ਦਸਮ ਪਾਤਸ਼ਾਹ ਨੇ ਉਹਨੂੰ ਕੋਈ ਤੀਰ ਨਹੀਂ ਮਾਰਿਆ, ਉਹਨੂੰ ਕੋਈ ਗੋਲੀ ਨਹੀਂ ਮਾਰੀ, ਸਿਰਫ ਆਪਣੇ ਹਰਫ ਲਿਖ ਕੇ ਜੋ ਜਫਰਨਾਮਾ ਭੇਜਿਆ ਉਹ ਪੜ ਕੇ ਖੁਦ ਪਾਪੀ ਆਪ ਹੀ ਚੜਾਈ ਕਰ ਗਿਆ। ਉਹਦੇ ਵਿੱਚ ਮਹਾਰਾਜ ਨੇ ਜੋ ਤੀਰ ਮਾਰੇ, ਜੋ ਬਾਣ ਮਾਰੇ ਲਿਖਤ ਦੇ ਉਹਨੂੰ। ਇਹ ਮੋਦੀ ਜ਼ਾਲਮ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵਾ ਕਿ ਕੁਦਰਤ ਬੜੀ ਤਾਕਤਵਰ ਆ। ਇਹਦੇ ਅੱਗੇ ਵੱਡੇ ਵੱਡੇ ਗੋਡਨੀਆਂ ਟੇਕ ਗਿਆ, ਇਸ ਜਹਾਨ ਤੋਂ ਕੂਚ ਕਰ ਗਿਆ। ਜੋ ਇਹ ਮੋਦੀ ਸਰਕਾਰ ਜ਼ਾਲਮ ਹਕੂਮਤ ਸਾਡੀਆਂ ਧਨਾੜ ਦੋ ਚੌ ਘਰਾਣਿਆਂ ਦੇ ਮਗਰ ਲੱਗ ਕੇ ਸਾਨੂੰ ਉਹਨਾਂ ਦੇ ਗੁਲਾਮ ਬਣਾਉਣਾ ਚਾਹੁੰਦੀ ਆ, ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ। ਸਿੱਖ ਕਦੇ ਗੁਲਾਮੀ ਪ੍ਰਵਾਨ ਨਹੀਂ ਕਰਦਾ। ਸਾਨੂੰ ਸ਼ਹੀਦੀਆਂ ਦੇਣੀਆਂ ਪਈਆਂ, ਅਸੀਂ ਸਬਰ ਦੇ ਨਾਲ ਸ਼ਹੀਦੀਆਂ ਦੇਵਾਂਗੇ। ਸਾਡੇ ਵੱਡਿਆਂ ਵਡੇਰਿਆਂ ਨੇ ਤੱਤੀਆਂ ਤਵੀਆਂ ਤੇ ਬਹਿ ਕੇ ਸਬਰ ਤੇ ਸਿਦਕ ਦੇ ਨਾਲ ਇਸ ਜ਼ਾਲਮ ਹਕੂਮਤ ਦੇ ਨਾਲ ਟੱਕਰ ਲਈ ਸੀ। ਅਸੀਂ ਵੀ ਉਹਨਾਂ ਦੇ ਪੁੱਤਰ ਹਾਂ। ਅਸੀਂ ਇਸੇ ਸਬਰ ਸੰਤੋਖ ਦੇ ਨਾਲ ਇਹ ਹਕੂਮਤ ਦਾ ਟਾਕਰਾ ਕਰਾਂਗੇ। ਅਸੀਂ ਇਸ ਰੰਗੇ ਦੀ ਔਲਾਦ ਨੂੰ ਆਪਣੇ ਗੁਰੂ ਸਾਹਿਬਾਂ ਦੀ ਜੋ ਚਲਾਈ ਮਰਿਆਦਾ ਉਹਦੇ ਅਨੁਸਾਰ ਟੱਕਰ ਦੇਵਾਂਗੇ। ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਤਖਤ ਉੱਤੇ ਸ੍ਰੀ ਆਨੰਦਗੜ੍ਹ ਕਿਲ੍ਹਾ ਸਾਹਿਬ ਦੀ ਜੋ ਸੰਤ ਮਹਾਂਪੁਰਸ਼ ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਹਰਭਜਨ ਸਿੰਘ ਜੀ ਪਹਿਲਵਾਨ, ਉਹਨਾਂ ਤੋਂ ਵਰਸਾਏ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਸੰਤ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਦੇ ਹੁਕਮਾਂ ਅਨੁਸਾਰ ਇੱਥੇ ਅਸੀਂ ਲੰਗਰ ਦੀ ਦਿਨ ਰਾਤ ਸੇਵਾ ਕਰ ਰਹੇ ਹਾਂ। 24 ਘੰਟੇ ਅਤੁੱਟ ਲੰਗਰ ਵਰਤ ਰਿਹਾ। ਕੁਦਰਤ ਵੱਲੋਂ ਹੀ ਆਪਣੇ ਆਪ ਜੋ ਸਾਨੂੰ ਰਾਸ਼ਨ ਮਿਲ ਰਿਹਾ ਵਾ। ਜਦੋਂ ਕਿਸੇ ਵੀ ਚੀਜ਼ ਦੀ ਘਾਟ ਹੁੰਦੀ ਤਾਂ ਪਰਮੇਸ਼ਰ ਆਪੇ ਹੀ ਗੱਡੀਆਂ ਤੇ ਟਰਾਲੀਆਂ ਨਾਲ ਭੇਜਦਾ ਵਾ। ਇਹ ਹਕੂਮਤਾਂ ਕਹਿੰਦੀਆਂ ਨੇ ਕਿ ਬਾਹਰੋਂ ਇਹਨਾਂ ਨੂੰ ਫੰਡਿੰਗ ਹੁੰਦੀ ਆ। ਅਸੀਂ ਨਾ ਕਿਸੇ ਪਾਕਿਸਤਾਨ ਤੋਂ ਕੋਈ ਫੰਡਿੰਗ ਲਈ ਆ। ਸਾਡੇ ਵੀਰ ਭਰਾ ਜੋ ਬਾਹਰ ਬੈਠੇ ਨੇ ਉਹ ਮਿਹਨਤ ਮਜ਼ਦੂਰੀਆਂ ਕਰਦੇ ਨੇ। ਸਾਡੇ ਵੀ ਪਰਿਵਾਰ ਦੇ 5-7 ਜੀ ਬਾਹਰ ਬੈਠੇ ਆ। ਅਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ, ਸਾਡੇ ਵੱਡੇ ਵਡੇਰੇ ਵੀ ਕੱਢਦੇ ਆਏ ਨੇ। ਉਹ ਦਸਵੰਧ ਅਸੀਂ ਜੋ ਕੱਢਦੇ ਆ 10 ਗੁਣਾ ਹੋ ਕੇ ਸਾਡਾ ਸੰਗਤ ਵਿੱਚ ਵਰਤ ਰਿਹਾ। ਮਹਾਰਾਜ ਦੀ ਕਲਾ ਵਰਤ ਰਹੀ ਆ। ਇਹ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਇਸ ਦੁਨੀਆ ਤੋਂ ਇੱਕ ਨਾ ਇੱਕ ਦਿਨ ਜਾਣਾ ਸਭ ਨੇ। ਇਹ ਜੋ 5 ਭੂਤਕ ਸਰੀਰ ਆ ਇਹ ਅੰਤ ਅਗਨ ਪੇਟ ਹੋ ਕੇ ਮਿੱਟੀ ਵਿੱਚ ਮਿੱਟੀ ਹੋ ਜਾਣਾ। ਸਾਡੇ ਦੇ ਗੁਰੂਆਂ ਦੇ ਨਾਂ ਸਦਾ ਹੀ ਦੁਨੀਆ ਦੇ ਚੱਲਦੇ ਰਹੇ, ਸੂਰਮਿਆਂ ਦੇ ਸ਼ਹੀਦਾਂ ਦੇ ਤੇ ਚੱਲਦੇ ਰਹਿਣਗੇ। ਆਉਣ ਵਾਲੀਆਂ ਪੀੜ੍ਹੀਆਂ ਜੋ ਇਹ ਸੰਘਰਸ਼ ਚੱਲ ਰਿਹਾ ਵਾ ਇਹਨੂੰ ਸਦਾ ਲਈ ਯਾਦ ਰੱਖਣਗੀਆਂ। ਇਹ ਸੰਘਰਸ਼ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਊਗਾ। ਇਹ ਸਿੱਖ ਇੱਥੇ ਆਣ ਕੇ ਆਪਣਾ ਪ੍ਰਸ਼ਾਦਾ ਇਕੱਲੇ ਨਹੀਂ ਬਣਾ ਕੇ ਛਕ ਰਹੇ, ਸਾਰੀ ਦਿੱਲੀ ਨੂੰ ਛਕਾਰੇ ਆ। ਉਸ ਦਿਨ ਤੋਂ ਇਸ ਦਿੱਲੀ ਦੇ ਚੁੱਲ੍ਹਿਆਂ ਦੇ ਵਿੱਚ ਕਈਆਂ ਘਰਾਂ ਦੇ ਪਿੰਡਾਂ ਦੇ ਵਿੱਚ ਅੱਗ ਨਹੀਂ ਬਲੀ। ਜੋ ਗਰੀਬ ਨੇ, ਜੋ ਇਨਸਾਨ ਪੈਦਾ ਕੀਤੇ ਨੇ, ਉਹ ਆਣ ਕੇ ਇੱਥੇ ਲੰਗਰ ਪ੍ਰਸ਼ਾਦਾ ਛਕ ਰਹੇ ਆ। ਮੈਂ ਇਸ ਮੋਦੀ ਹਕੂਮਤ ਨੂੰ ਕਹਿਣਾ ਚਾਹਣਾ, ਤੇਰੀ ਦਿੱਲੀ ਦੇ ਵਿੱਚ ਇਹ ਛੋਟੇ ਛੋਟੇ ਬੱਚੇ ਇਹ ਜੋ ਕਾਗਜ਼ ਦੇ ਟੁਕੜੇ ਚੁੱਕ ਕੇ ਆਪਣਾ ਪੇਟ ਪਾਲ ਕਰ ਰਹੇ ਨੇ, ਤੂੰ ਸਾਡਾ ਹੀ ਕਮਾਇਆ ਹੋਇਆ ਧਨ ਸਾਡੀ ਜਨਤਾ ਨੂੰ ਖਾਣ ਨਹੀਂ ਦਿੰਦਾ। ਉਹ ਤੂੰ ਐਡਾ ਜ਼ਾਲਮ ਹੋ ਗਿਆ ਵਾ, ਰੰਗੇ ਨਾਲੋਂ ਵੱਧ ਗਿਆ ਵਾ। ਤੈਨੂੰ ਇਹ ਲਲਕਾਰਿਆ ਇਥੋਂ ਸਿੱਖ ਸੰਗਤ ਦੀ ਕਿ ਤੈਨੂੰ ਗੁਰੂ ਮਹਾਰਾਜ ਜੇ ਵੀ ਬਖਸ਼ ਲਊਗਾ, ਤੇਰਾ ਦੁਨੀਆ ਤੇ ਨਾਂ ਰਹਿ ਜਾਊਗਾ। ਤੂੰ ਸਿੱਖ ਗੁਰੂ ਨਾਨਕ ਦੇ ਆਖੇ ਲੱਗ ਤੇ ਸਿੱਖੀ ਦੇ ਮਾਰਗ ਤੇ ਚੱਲ ਕੇ
ਜੋ ਇਹਨਾਂ ਸਿੱਖਾਂ ਦਾ ਹੱਕ ਬਣਦਾ, ਕਿਸਾਨਾਂ ਦਾ, ਇਹਨਾਂ ਨੂੰ ਦੇ ਦੇ ਸੁੱਖ ਸ਼ਾਂਤੀ ਨਾਲ ਆਪਣੇ ਘਰ ਬਹਿਣ। ਜੋ ਤੂੰ ਡਰਾਮੇਬਾਜ਼ੀ ਕਰ ਰਿਹਾ ਨਾ ਕਿ ਅੱਜ ਤਰੀਕ ਦੇਤੀ, ਕੱਲ ਤਰੀਕ ਦੇਤੀ, ਇਹ ਘਰਾਂ ਨੂੰ ਮੁੜ ਜਾਣਗੇ। ਅਸੀਂ ਘਰਾਂ ਨੂੰ ਮੁੜਨ ਵਾਸਤੇ ਨਹੀਂ ਆਏ, ਸਾਨੂੰ ਆਪਣੀਆਂ ਜ਼ਮੀਨਾਂ ਜਿੰਦ ਜਾਨ ਨੂੰ ਪਿਆਰੀਆਂ ਵਾ ਤੇ ਪਿਆਰੀਆਂ ਰਹਿਣਗੀਆਂ। ਅਸੀਂ ਹਰਗਿਜ਼ ਤੈਨੂੰ ਇਹ ਮੁੱਜਾ ਅਡਾਨੀ ਬਾਨੀ ਘਰਾਣਿਆਂ ਨੂੰ ਆਪਣੀਆਂ ਜ਼ਮੀਨਾਂ ਦੇ ਪੈਰ ਨਹੀਂ ਰੱਖਣ ਦੇਵਾਂਗੇ। ਤੂੰ ਜੋ ਯੂਪੀ MSP ਲਾਗੂ ਕਰਕੇ ਉੱਥੇ ਗਰੀਬਾਂ ਦਾ ਖੂਨ ਨਿਚੋੜ ਕੇ ਇਹ ਮੋਦੀ ਅਡਾਨੀ ਬਾਨੀ ਨੂੰ ਖਾਣੀ ਦਾ ਇੱਕ ਰੋਟੀ ਆ ਤੇ ਰੋਟੀ ਖਾ ਕੇ ਅਸੀਂ ਵੀ ਸੌਂਦੇ ਆ ਤੇ ਰੋਟੀ ਖਾ ਕੇ ਤੁਸੀਂ ਵੀ ਸੌਂਦੇ ਜੇ। ਸਾਨੂੰ ਰਾਤ ਨੂੰ ਸੜਕਾਂ ਦੇ ਸੁੱਖ ਦੀ ਨੀਂਦ ਆਉਂਦੀ ਆ, ਸਾਨੂੰ ਕੋਈ ਫਿਕਰ ਨਹੀਂ ਆ, ਸਾਨੂੰ ਕੋਈ ਫਾਕਾ ਨਹੀਂ ਆ, ਸਾਡੇ ਕੋਲ ਕੋਈ ਪਹਿਰਾ ਨਹੀਂ ਆ। ਸਾਡਾ ਪਹਿਰਾ ਗੁਰੂ ਗੋਬਿੰਦ ਸਿੰਘ ਜੋ ਸ਼ਹੀਦੀ ਫੌਜਾਂ ਕਰ ਰਹੀਆਂ ਨੇ ਇੱਥੇ ਸ਼ਹੀਦੀ ਸ਼ਹੀਦੀ ਸੰਗਤ ਆਪ ਵਰਤ ਰਹੀ ਆ। ਸਾਡਾ ਸ਼ਹੀਦ ਸਿੰਘ ਸਦਾ ਹੀ ਹਾਜ਼ਰ ਨਾਜ਼ਰ ਤੇ ਸਾਡੇ ਅੰਗ ਸੰਗ ਨੇ, ਸਾਡੇ ਬਾਪੂ ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਧਰ ਕੇ ਇਹ ਜ਼ਾਲਮ ਹਕੂਮਤ ਦਾ ਟਾਕਰਾ ਕੀਤਾ। ਤੇ ਇਸ ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ। ਉਹ ਜਾ ਕੇ ਪੁੱਛ ਲਿਓ ਮੁਗਲ ਦਰਬਾਰ ਕੋਲੋਂ, ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ ਜਾ ਕੇ ਪੁੱਛ ਲਿਓ ਡਰ ਪਰਿਵਾਰ ਕੋਲੋਂ। ਇਹ ਉਹ ਸਾਰੇ ਨੇ, ਇਹ ਸਬਰ ਦੇ ਨਾਲ ਬੈਠੇ ਨੇ। ਉਹ ਸਾਡੇ ਸਬਰ ਦੀ ਉਦਾਹਰਨ ਚਾਂਦਨੀ ਦਾ ਚੌਂਕ ਇਸੇ ਦਿੱਲੀ ਦੇ ਵਿੱਚ ਮੌਜੂਦ ਹੈ। ਉਹਨਾਂ ਦੇ ਵਾਰਿਸ ਆ ਵੇਖੋ, ਛੋਟੇ ਛੋਟੇ ਬੱਚੇ, ਆ ਵੇਖੋ ਛੋਟੇ ਛੋਟੇ ਬੱਚੇ ਵੀ ਇੱਥੇ ਆਣ ਕੇ ਡਟੇ ਹੋਏ ਨੇ। ਤੇ ਇੱਧਰ ਵੇਖੋ, ਇਹ ਸਭ ਨੂੰ ਲੰਗਰ ਛਕਾਇਆ ਜਾ ਰਿਹਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੋਸਈਆ, ਕੋਈ ਅਲਾਏ। ਵੇਖੋ ਬਾਬੇ ਨਾਨਕ ਦੇ ਭੰਡਾਰੇ, ਇਹ ਬਾਬੇ ਨਾਨਕ ਦੇ ਭੰਡਾਰੇ ਖੁੱਲੇ ਵਰਤਦੇ ਪਏ। ਸੋ ਬੱਚੇ ਦੇ ਮਨ ਦੇ ਜਜ਼ਬਾਤ ਨੇ ਤੇ ਇਧਰ ਆਪਾਂ ਦੇਖ ਸਕਦੇ ਹਾਂ। ਵੇਖੋ ਹਰ ਕੋਈ ਇੱਥੇ ਕਿਸੇ ਲਈ ਕੋਈ ਰੋਕ ਟੋਕ ਨਹੀਂ। ਇਹ ਸਭ ਦੀ ਗੁਰੂ ਬਾਬਾ ਸਭ ਦਾ ਸਾਂਝਾ ਤੇ ਉਹਦੇ ਭੰਡਾਰੇ, ਇਹ ਭੰਡਾਰੇ ਗੁਰੂ ਬਾਬੇ ਦੇ ਖੁੱਲੇ ਵਰਤਦੇ ਪਏ ਨੇ। ਵੇਖੋ ਐਸੀਆਂ ਰਹਿਮਤਾਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਇਸ ਵਕਤ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਵਰਤ ਰਹੀਆਂ ਤੇ ਪ੍ਰਤੱਖ ਰਹਿਮਤਾਂ ਅਸੀਂ ਤੁਹਾਨੂੰ ਉਹਦੇ ਇੱਥੋਂ ਸਾਰੇ ਦਰਸ਼ਨ ਕਰਵਾ ਰਹੇ ਹਾਂ। ਸਤਿਗੁਰ ਕਿਰਪਾ ਕਰਨ, ਫਤਿਹ ਬਖਸ਼ਣ, ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।